ਇਹ ਸਮਾਂ ਨਾ ਆ ਜਾਵੇ ਤੁਹਾਨੂੰ ਹੱਥ ਜੋੜ ਕੇ ਕਰਨੀ ਪਵੇ ਫਰਿਆਦ ਜੀ। ਹਾਲੇ ਤਾਂ ਅਸੀਂ ਹੱਥ ਜੋੜ ਕੇ ਬੇਨਤੀਆਂ ਕਰ ਰਹੇ ਹਾਂ, ਕਿਤੇ ਇਹ ਸਮਾਂ ਨਾ ਆ ਜਾਵੇ ਕਿ ਤੁਹਾਨੂੰ ਹੱਥ ਜੋੜ ਕੇ ਕਰਨੀ ਪਵੇ ਫਰਿਆਦ ਜੀ। ਕੁਝ ਕਿਸਾਨ ਗੁੱਸੇ ਵਿੱਚ ਕਹਿ ਰਹੇ ਨੇ ਕਿ ਕਾਲੇ ਕਾਨੂੰਨਾਂ ਦੀ ਧੌਣ ਤੇ ਗੋਡਾ ਰੱਖ ਕੇ ਕਹਾਂਗੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀ। ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਦੋਸਤੋ ਤੁਹਾਨੂੰ ਪਤਾ ਹੈ ਜੀ, ਅੱਜ ਜਿਹੜੀ ਅਸੀਂ ਚਰਚਾ ਕਰਨੀ ਹੈ, ਕਾਲ ਤੇ ਗੱਲਬਾਤ ਕਰਨੀ ਹੈ, ਇਹ ਜਿਹੜੀ ਚਰਚਾ ਹੈ ਇਹ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਕੱਲ੍ਹ ਜਿਹੜੀ ਇੱਕ ਮੰਦਭਾਗੀ ਘਟਨਾ ਜਿਹਦੀ ਸਾਰੇ ਨਿਖੇਧੀ ਕਰ ਰਹੇ ਨੇ, ਨਿੰਦਿਆ ਕਰ ਰਹੇ ਨੇ ਕਿ ਜਿਹੜੇ ਬੀਜੇਪੀ ਦੇ ਵਿਧਾਇਕ ਨੇ ਉਹਨਾਂ ਦੀ ਜਿਹੜੀ ਕੁੱਟਮਾਰ ਹੋਈ ਹੈ, ਨੰਗੇ ਧੜ ਉਹਨਾਂ ਨੂੰ ਭਜਾਇਆ, ਲੀੜੇ ਪਾੜ ਦਿੱਤੇ ਗਏ। ਪਰ ਇਹ ਕੁੱਟਮਾਰ ਹੋਈ ਕਿਉਂ ਹੈ? ਸਬਰ ਦਾ ਜਿਹੜਾ ਬੰਨ ਟੁੱਟ ਗਿਆ। ਡੱਲੇਵਾਲ ਸਾਹਿਬ ਨੇ ਵੀ ਕਿਹਾ ਹੈ, ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਵੀ ਕਿਹਾ ਹੈ ਕਿ ਜਿਹੜੀ ਇਹ ਬੀਜੇਪੀ ਪਾਰਟੀ ਆ ਬੇਤੁਕੇ ਬਿਆਨ ਦਿੰਦੀ ਹੈ, ਇਹਦੀ ਵਜ੍ਹਾ ਨਾਲ ਜਿਹੜਾ ਗੁੱਸਾ ਉਹ ਭਰਦਾ ਆ। ਔਰ ਇਹ ਗੁੱਸੇ ਦਾ ਹੀ ਸਿੱਟਾ ਆ ਕਿ ਜਿਹੜੀ ਪਬਲਿਕ ਹੈ, ਮਲੋਟ ਦੀ ਪਬਲਿਕ ਹੈ, ਉਹਨਾਂ ਨੇ ਕਿਸਾਨ ਜਿਹੜੇ ਆਗੂ ਨੇ ਉਹਨਾਂ ਨੇ ਮਨਾ ਵੀ ਕੀਤਾ ਕਿਸਾਨ ਆਗੂਆਂ ਨੇ ਕਿ ਅਸੀਂ ਇਹੋ ਜਿਹਾ ਕੋਈ ਗੁੱਸਾ ਦੀ ਹਰਕਤ ਨਹੀਂ ਕਰਨੀ, ਕੋਈ ਲੜਾਈ ਝਗੜਾ ਨਹੀਂ ਕਰਨਾ। ਲੇਕਿਨ ਉਸ ਦੇ ਬਾਵਜੂਦ ਵੀ ਜਿਹੜੇ ਕਿਸਾਨ ਨੇ ਉਹਨਾਂ ਦਾ ਰੋਹ ਭਰਦਾ ਹੈ ਅਤੇ ਉਹ ਕੁੱਟਮਾਰ ਕਰਦੇ ਨੇ। ਸੋ ਦੋਸਤੋ ਗੱਲ ਉਹੀ ਹੈ ਕਿ 4 ਮਹੀਨੇ ਬੀਤ ਗਏ ਨੇ। ਜਿਹੜੇ ਨਾਰੰਗ ਸਾਹਿਬ ਨੇ, ਅਰੁਣ ਨਾਰੰਗ ਜੀ ਨੇ, ਵਿਧਾਇਕ ਨੇ, ਕਿ ਇਹਨਾਂ ਨੇ ਇੱਕ ਵਾਰ ਵੀ ਕੋਈ ਸੰਵੇਦਨਸ਼ੀਲ ਬਿਆਨ ਦਿੱਤਾ ਹੈ? ਜਿਹੜੇ ਕਿਸਾਨ ਆਗੂ ਜਿਹੜੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ, ਸਿਰੜੀ ਕਿਸਾਨ ਨੇ, ਕਿਉਂਕਿ 300 ਤੋਂ ਵਧੇਰੇ ਜਿਹੜੇ ਕਹਿੰਦੇ ਨੇ ਕਿ ਹਾਲੇ ਤੱਕ ਲੋਕ ਸ਼ਹਾਦਤਾਂ ਪਾ ਚੁੱਕੇ ਨੇ, ਸ਼ਹਾਦਤਾਂ ਜਾਮ ਪੀ ਚੁੱਕੇ ਨੇ। ਔਰ ਜਿਹੜੀ ਹੈਰਾਨੀ ਵਾਲੀ ਗੱਲ ਹੈ ਉਹ ਇਹ ਹੈ ਕਿ ਹੁਣ ਜਿਹੜੇ 300 ਅਣਪਛਾਤੇ ਕਿਸਾਨਾਂ ਉੱਤੇ ਪਰਚਾ ਹੋ ਗਿਆ ਔਰ 7 ਜਿਹੜੇ ਕਿਸਾਨ ਉਹਨਾਂ 'ਤੇ ਪਰਚਾ ਹੋ ਗਿਆ। ਲੋਕ ਇਹ ਵੀ ਡਿਮਾਂਡ ਕਰ ਰਹੇ ਨੇ ਕਿ ਤੁਸੀਂ ਨਾਰਮਲੀ 751 ਦਾ ਪਰਚਾ ਕਰਦੇ ਹੁੰਦੇ ਹੋ ਲੜਾਈ ਝਗੜੇ 'ਤੇ, ਲੇਕਿਨ ਇੱਥੇ 307 ਦਾ ਪਰਚਾ ਕਿਉਂ? ਜਿਹੜੇ ਬੀਜੇਪੀ ਦੇ ਆਗੂ ਇਹ ਭੁੱਲ ਗਏ ਨੇ ਕਿ 300 ਤੋਂ ਵੱਧ ਸ਼ਹਾਦਤਾਂ ਹੋ ਚੁੱਕੀਆਂ ਨੇ, ਡਾਂਗਾ ਸੋਟੇ ਵੱਜ ਚੁੱਕੇ ਨੇ, ਡੱਲੇ ਵੱਜਦੇ ਰਹੇ ਨੇ, ਬੁਸ਼ਾਰਾਂ ਛੱਡੀਆਂ ਗਈਆਂ ਨੇ, ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ ਨੇ, ਕਿੱਲ ਤੱਕ ਗੱਡ ਦਿੱਤੇ ਗਏ ਨੇ, ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ, ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਗਏ ਨੇ, ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਗਏ ਨੇ। ਕਿ ਉਸ ਸਮੇਂ ਅਰੁਣ ਨਾਰੰਗ ਜੀ ਇੱਕ ਵਾਰ ਤਾਂ ਜਾ ਕੇ ਜਿਹੜੀ ਇਹਨਾਂ ਦੀ ਬੀਜੇਪੀ ਪਾਰਟੀ ਹੈ, ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਕਹਿ ਸਕਦੇ ਸੀ ਕਿ ਸਰ ਮੇਰੇ ਏਰੀਏ ਦੇ ਲੋਕ ਪਰੇਸ਼ਾਨ ਨੇ। ਪਰ ਨਹੀਂ, ਹਾਲੇ ਤੱਕ ਜਿੰਨੀ ਵਾਰ ਵੀ ਬਿਆਨ ਆਉਂਦੇ ਨੇ ਬੀਜੇਪੀ ਆਗੂਆਂ ਦੇ, ਉਹ ਸਿਰਫ ਔਰ ਸਿਰਫ ਕਿਸਾਨਾਂ ਦੇ ਖਿਲਾਫ ਆਉਂਦੇ ਨੇ। ਜਿਹੜੇ ਚੁੱਭਦੇ ਨੇ ਉਹ ਬਿਆਨ ਆਉਂਦੇ ਨੇ। ਪਹਿਲੇ ਕਾਲਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਨੂੰ ਪੂਰਾ ਨਵਾਂ ਸ਼ਹਿਰ ਸੁਣ ਰਿਹਾ ਜੀ। ਮੈਂ ਕਹੂੰਗਾ ਹੁਣ ਤਾਂ ਪੂਰਾ ਪੰਜਾਬ ਹੀ ਸੁਣ ਰਿਹਾ, ਲਾਈਵ ਕਾਲਿੰਗ ਚੱਲ ਰਹੀ ਹੈ। ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜਿਹੜਾ ਤੁਸੀਂ ਚਰਚਾ ਕਰਦੇ ਆ ਨਾ ਮਲੋਟ ਦੀ ਜੀ, ਮੈਂ ਸਰਪੰਚ ਸੰਦੀਪ ਸਿੰਘ ਭੰਗਲਕਨਾ ਤੋਂ ਬੋਲਦਾ, ਤੁਸੀਂ ਜਾਣਦੇ ਆ ਚੰਗੀ ਤਰ੍ਹਾਂ ਮੈਨੂੰ। ਜੀ 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 ਸਰ। ਤੇ ਇਹ ਇਦਾਂ ਆ, ਇਹ ਜਿਹੜੇ ਨਹੀਂ ਜੋ ਵੀ ਹੋਇਆ, ਚਲੋ ਬਹੁਤ ਮਾੜਾ ਹੋਇਆ, ਪਰ ਇੱਕ ਗੱਲ ਇਹਦੀ ਜ਼ਿੰਮੇਵਾਰੀ ਬੀਜੇਪੀ ਸਰਕਾਰ ਆਪ ਵਾ ਖੁਦ। ਕਿਉਂਕਿ ਸਵਾਲ ਇਹੀ ਹੈ ਟੂਰ ਸਾਹਿਬ ਕਿ ਨਫ਼ਰਤ ਫੈਲਾਈ ਕਿਨੇ ਆ? ਪਹਿਲਾਂ ਦੇਖੋ, ਨਫ਼ਰਤ ਤਾਂ ਇਨੀ ਫੈਲਾਈ ਹੈ ਜਦੋਂ ਇਹਨਾਂ ਨੂੰ ਪਤਾ ਆ ਵੀ 4 ਮਹੀਨੇ ਤੋਂ ਬੀਜੇਪੀ ਦਾ ਹਰ ਟਾਈਮ ਵਿਰੋਧ ਹੁੰਦਾ ਆ। ਇਹ ਕਿਉਂ ਨਹੀਂ ਇਹਨੂੰ ਰੱਦ ਕਰਦੇ? ਜਾਣ ਕੇ ਲੰਬਾ ਖਿੱਚਦੇ ਆ ਵੀ ਕੋਈ ਨਾ ਕੋਈ ਗੱਲ ਮਿਲੇ, ਅੰਦੋਲਨ ਨੂੰ ਢਾਹ ਲਾਉਣ ਲਈ ਇਹ ਗੱਲ ਕਰਦੇ ਆ ਜਦੋਂ ਵੀ ਕਰਦੇ ਆ। ਅੱਛਾ, ਇਹ ਤਾਂ ਇਹ ਵੀ ਕਹਿ ਰਹੇ ਨੇ ਕਿ ਹੁਣ ਅਸੀਂ 117 ਦੀਆਂ 17 ਸੀਟਾਂ ਤੇ ਲੜਾਂਗੇ, ਜਿੱਤਾਂਗੇ। ਫਿਰ ਇਹ ਬਿਆਨ ਆ ਗਿਆ ਜੀ। ਉਹ ਲੜਨਾ ਤਾਂ ਇੱਕ ਗੱਲ ਦੀ ਗੱਲ ਵਾ, ਇਹਨਾਂ ਨੂੰ ਤਾਂ ਇੱਕ ਮੈਂਬਰ ਵੀ ਨਹੀਂ ਮਿਲਣਾ ਕੋਈ ਖੜਾ ਕਰਨ ਨੂੰ। ਲੜਨੇ ਦੀ ਤਾਂ ਦਰ ਦੂਰ ਦੀ ਗੱਲ ਵਾ ਜੀ। ਇਹਨਾਂ ਨੂੰ ਤਾਂ ਇੱਕ ਵੀ ਸਰਪੰਚ ਵੀ ਕੋਈ ਪੰਚ ਨਹੀਂ ਲੱਭੂਗਾ ਇਹਨਾਂ ਨੂੰ ਪਿੰਡਾਂ 'ਚ। ਅੱਛਾ, ਜਿਹੜੇ 307 ਦੇ ਪਰਚੇ ਜਿਹੜੇ ਕਰ ਦਿੱਤੇ ਉਹਨੂੰ ਜਾਇਜ਼ ਮੰਨਦੇ ਹੋ? ਦੇਖੋ, ਜਾਇਜ਼ ਨਹੀਂ। ਉਹ ਸਾਡੀ ਕੈਪਟਨ ਸਰਕਾਰ ਨੂੰ ਬਹੁਤ ਹੀ ਬੇਨਤੀ ਆ ਵੀ ਕਹਾਂਗੇ ਉਹਨਾਂ ਨੂੰ ਵੀ ਦੇਖੋ, ਕਿਸਾਨ ਨੂੰ ਤਾਂ ਹਰ ਵੇਲੇ ਟੰਗਿਆ ਜਾਂਦਾ ਹੈ। ਕੁਝ ਸ਼ਰਾਰਤੀ ਅਨਸਰ ਹੋ ਸਕਦੇ ਆ ਵਿੱਚ 2000 ਉਹਨੀ ਹਾਲਤ ਛੇੜ ਕੇ ਆਪ ਉਹ ਵੱਖ ਹੋ ਗਏ। ਪਰ ਪ੍ਰੋਬਲਮ ਜਿਹੜੀ ਸਭ ਤੋਂ ਬੜੀ ਹੈ ਨਾ ਉਹ ਹੈਗੀ ਆ, ਦੇਖੋ ਜੇ ਬੀਜੇਪੀ ਸਰਕਾਰ ਨੂੰ ਇੰਨਾ ਹੀ ਹੁੰਦਾ ਦੁੱਖ ਤਾਂ ਇਹ ਹੁਣ ਤੱਕ ਇਹ ਆਪਣੇ ਆਪ ਨੂੰ ਕਦੇ ਹੀ ਬਿਆਨਬਾਜ਼ੀ ਤੋਂ ਹਟ ਜਾਂਦੇ, ਚਾਹੇ ਨਹੀਂ ਨਾ ਕੋਈ ਆਪਣੀ ਰੈਲੀ ਕਰਨੀ ਨਹੀਂ ਚਾਹੀਦੀ। ਅੱਛਾ, ਮਲੋਟ ਦੇ ਲੋਕ ਇਹ ਵੀ ਕਹਿੰਦੇ ਨੇ ਕਿ ਅਸੀਂ ਸੁਨੀਲ ਜਾਖੜ ਨੂੰ ਹਰਾ ਕੇ ਜਿਹੜਾ ਅਰੁਣ ਨਾਰੰਗ ਨੂੰ ਜਿਹੜੀਆਂ ਵੋਟਾਂ ਪਾਈਆਂ ਸੀਗੀਆਂ, ਅਬੋਹਰ ਤੋਂ ਵਿਧਾਇਕ ਬਣਾਇਆ,
ਪਰ ਇੱਕ ਵਾਰ ਵੀ ਸਾਡੀ ਜਿਹੜੀ ਗੱਲ ਆ ਇਹਨਾਂ ਨੇ ਬੀਜੇਪੀ ਪਾਰਟੀ ਦੇ ਅੱਗੇ ਜਾ ਕੇ ਦਿੱਲੀ ਜਾ ਕੇ ਰੱਖੀ ਨਹੀਂ ਰੱਖਦੇ ਬਿਲਕੁਲ ਗੱਲ ਸਹੀ ਆ। ਔਰ ਬਾਰ-ਬਾਰ ਇਹੀ ਕਹਿ ਰਹੇ ਨੇ ਕਿ ਇਹ ਕਾਨੂੰਨ ਚੰਗੇ ਨੇ ਜੀ, ਮੋਦੀ ਸਾਹਿਬ ਨੇ ਭਲਾ ਕਰ ਦਿੱਤਾ, ਇਨਕਮ ਦੁੱਗਣੀ ਕਰ ਦੇਣਗੇ। ਦੇਖੋ ਇਨਕਮ ਦੁੱਗਣੀ ਕੀ ਕਰਨੀ, ਨਹੀਂ ਤਾਂ ਸਾਡੀ ਉਹ ਵੀ ਕਹਿ ਲਈ। ਹਜੇ ਤਾਂ ਦੇਖੋ ਕੋਰਟ ਦਾ ਸਟੇ ਵੀ ਲੱਗਾ ਪਰ ਸਾਡੀਆਂ ਫਸਲਾਂ ਤਾਂ ਹੁਣੇ ਰੌਣੀਆਂ ਸ਼ੁਰੂ ਹੋ ਗਈਆਂ। ਇਹਨਾਂ ਦੀ ਆ ਤਿੰਨੇ ਕਾਲੇ ਕਾਨੂੰਨ ਆ, ਪਿਛਲੇ ਸਾਲ ਦੀ ਜੋ ਆਲੂ ਦੀ ਫਸਲ ਉਹਨਾਂ ਨਾਲੋਂ 4 ਗੁਣਾ ਘੱਟ ਵਿਕ ਰਹੀ ਹੈ ਜੀ। ਸਿਰਫ ਇਹੀ ਵਪਾਰੀ ਵਰਗ ਇਸੇ ਗੱਲ ਤੇ ਡਰਿਆ ਹੈ ਜਿਹੜੇ ਤਿੰਨੇ ਕਾਲੇ ਕਾਨੂੰਨ ਆ ਉਹਨਾਂ ਕਰਕੇ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਐਮਐਸਪੀ ਦੀ ਹੁਣ ਐਮਆਰਪੀ ਦੀ ਵੀ ਲੜਾਈ ਹੋ ਗਈ ਹੈ, ਕਿਉਂਕਿ ਸਾਰੀਆਂ ਚੀਜ਼ਾਂ ਤਾਂ ਵੇਚੇ ਜਾ ਰਹੇ ਨੇ। ਦੇਖੋ ਹੁਣ ਤਾਂ ਇਹਨਾਂ ਦਾ ਇੰਨਾ ਕੰਮ ਲੰਘ ਗਿਆ, ਹੁਣ ਤਾਂ ਨਹੀਂ ਗਾਹਾਂ ਕੋਈ ਛੱਡਿਆ ਹੀ ਨਹੀਂ ਜੀ। ਰੇਲਵੇ ਤੱਕ ਕੀ ਸਾਰਾ ਕੁਝ ਹੁਣ ਦੇਖੋ ਇੱਕੋ ਇੱਕ ਇੰਡੀਆ ਦੀ 에ਅਰਲਾਈਨ ਵਾ, ਉਹਨੂੰ ਵੀ ਵੇਚਣ ਦੀ ਤਿਆਰੀ। ਜੀ ਇਨੀ ਸਰਕਾਰੀ ਚੀਜ਼ ਤਾਂ ਬਿਜਲੀ ਹੁਣ ਕੋਈ ਵੀ ਮੋਦੀ ਸਰਕਾਰ ਦਾ ਇਦਾਂ ਦਾ ਨਹੀਂ, ਸਭ ਕੁਝ ਵੇਚਣ ਦੇ ਲੱਤ। ਜੀ ਚਲੋ ਬਹੁਤ ਸ਼ੁਕਰੀਆ। ਕੋਈ ਤੁਸੀਂ ਆਪਣੀ ਹੋਰ ਕੋਈ ਟਿੱਪਣੀ ਦੇਣੀ ਚਾਹੋ, ਕਿਉਂਕਿ ਅੱਜ ਵੀ ਨਵਾਂ ਸ਼ਹਿਰ ਵਿੱਚ ਵੀ ਜਿਹੜਾ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਔਰ ਬਾਰ-ਬਾਰ ਇਹੀ ਕਿਹਾ ਜਾਂਦਾ ਹੈ ਕਿ ਜਿਹੜੇ ਕਿਸਾਨ ਨੇ ਉਹ ਕਠਪੁਤਲੀ ਬਣਦੇ ਜਾ ਰਹੇ ਨੇ ਪੋਲੀਟੀਕਲ ਪਾਰਟੀਆਂ ਦੀ। ਦੇਖੋ ਇਹ ਬਿਲਕੁਲ ਗੱਲ ਸਹੀ ਆ। ਥੋੜੀ ਜਿਹੀ ਜਿਹੜੇ ਕਿਸਾਨ ਪਹਿਲੇ ਦਿਨ ਤੋਂ ਦਿੱਲੀ ਮੋਰਚਾ ਸੀ, ਉਹ ਸਿਰਫ ਪਹਿਲੇ ਦਿਨ ਤੋਂ ਇਹੀ ਕਿਹਾ ਗਿਆ ਸੀਗਾ ਵੀ ਕੋਈ ਵੀ ਸਿਆਸੀ ਪਾਰਟੀਆਂ ਤੋਂ ਦੂਰ ਰਹਿਣਾ ਆ। ਉਹ ਸਾਡੇ ਕੋਲ ਜਥੇਬੰਦੀਆਂ ਦੀਆਂ ਚਲੋ ਉਹਨਾਂ ਨੂੰ ਗੱਲਾਂ ਨੋਟ ਕਰਨ, ਕੋਈ ਵੀ ਪੋਲੀਟੀਕਲ ਬੰਦਾ ਇਹ ਕਿਸਾਨ ਅੰਦੋਲਨ ਨੂੰ ਖਰਾਬ ਨਾ ਕਰੇ। ਇਹਨਾਂ ਦੇ ਲਾਗੇ ਨਾ ਦਿੱਤਾ ਜਾਵੇ, ਇਸ ਕਰਕੇ ਆਪਾਂ ਜਿੱਤ ਪੱਕੀ ਹੋ ਜੀ। ਚਲੋ ਸਰਪੰਚ ਸਾਹਿਬ ਤੁਸੀਂ ਕਾਲ ਕੀਤੀ, ਬੜੀ ਮਿਹਰਬਾਨੀ, ਤੁਹਾਡੇ ਵਿਚਾਰ ਬੜੇ ਅੱਛੇ ਲੱਗੇ। ਹੋਰ ਕਾਲਰ ਵੀ ਜੁੜਨਾ ਚਾਹੁੰਦੇ ਉਹਨਾਂ ਦਾ ਵੀ ਕਾਲ ਲੈ ਲਈਏ ਅਸੀਂ। ਜੀ ਬਹੁਤ ਸ਼ੁਕਰੀਆ ਜੀ। ਆਪਾਂ ਜਿਹੜੀ ਤੁਹਾਡੀ ਕਾਲ ਕੀਤੀ ਹੈ ਉਸ ਦਾ ਬਹੁਤ ਸ਼ੁਕਰੀਆ। ਔਰ ਜਿਹੜੇ ਆਮ ਹੋਰ ਵੀ ਸਾਡੇ ਨਾਲ ਵੀਰ ਭੈਣ ਭਰਾ ਜੁੜਨਾ ਚਾਹੁੰਦੇ ਨੇ ਉਹ ਕਾਲ ਕਰ ਸਕਦੇ ਨੇ। ਇੱਥੇ ਮੈਂ ਨਾਲ ਦੀ ਨਾਲ ਸਾਡੀ ਪਹਿਲਾਂ ਗੱਲਬਾਤ ਹੋਈ ਸੀ, ਕਿਉਂਕਿ ਜਦੋਂ ਅਸੀਂ ਪੋਸਟ ਜਿਹੜੀ ਸ਼ੇਅਰ ਕੀਤੀ ਸੀਗੀ ਉਸ ਦੇ ਵਿੱਚ ਹੀ ਜਿਹੜਾ ਸਾਨੂੰ ਸੁਰਿੰਦਰ ਬੈਂਸ ਜੀ ਨਾਲ ਗੱਲਬਾਤ ਹੋਈ। ਸੁਰਿੰਦਰ ਬੈਂਸ ਜੀ ਨੂੰ ਮੈਂ ਇੱਕ ਵਾਰੀ ਕਾਲ ਲਗਾਉਣ ਦੀ ਕੋਸ਼ਿਸ਼ ਕਰਦਾ ਤੇ ਜ਼ਰੂਰ ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ। ਸੋ ਦੋਸਤੋ ਤੁਸੀਂ ਸਮਝ ਪਾ ਰਹੇ ਹੋ ਕਿ ਆਮ ਵਿਅਕਤੀ ਜਿਹੜਾ ਉਹ ਕਿੰਨਾ ਦੁਖੀ ਹੈ, ਉਹਦੀ ਜਿਹੜੀ ਸਥਿਤੀ ਹੈ ਕਿੰਨੀ ਦੁਰਲਭ ਹੋ ਚੁੱਕੀ ਹੈ। ਔਰ ਉਸ ਤੋਂ ਬਾਅਦ ਵੀ ਜਿਹੜੇ ਬਿਆਨ ਇਹੀ ਆਉਂਦੇ ਨੇ ਕਿ ਅਸੀਂ 117 ਦੀਆਂ 17 ਸੀਟਾਂ ਤੇ ਲੜਾਂਗੇ, ਅਸੀਂ ਜਿਹੜਾ ਜਿੱਤਾਂਗੇ। ਇਹ ਕਿਸਾਨ ਨਹੀਂ, ਇਹ ਸਿਰਫ ਅੰਦੋਲਨ ਜੀਵੀ ਨੇ। ਬੈਂਸ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ ਬੈਂਸ ਸਾਹਿਬ ਤੁਹਾਡਾ ਚਰਚਾ ਵਿੱਚ ਸਵਾਗਤ ਹੈ ਜੀ। ਠੀਕ ਹੈ ਜੀ। ਹਾਂਜੀ ਅੱਛਾ, ਅੱਜ ਨਵਾਂ ਸ਼ਹਿਰ ਵਿੱਚ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ ਬੀਜੇਪੀ ਸਮਰਥਕਾਂ ਵੱਲੋਂ, ਉਹਨਾਂ ਦੇ ਨੁਮਾਇੰਦਿਆਂ ਵੱਲੋਂ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕਿਸਾਨ ਨਹੀਂ ਤਾਂ ਸ਼ਰਾਰਤੀ ਅਨਸਰ ਸੀਗੇ ਕੱਲ ਮਲੋਟ ਵਿੱਚ। ਹਾਂਜੀ ਇਹ ਤੇ ਤੁਹਾਡੀ ਕੀ ਪ੍ਰਤੀਕਿਰਮ ਹੈ ਜੀ ਇੱਥੇ? ਦੇਖੋ ਇਦਾਂ ਆ ਵੀ ਦੂਰ ਦਾ ਜ਼ਿਲ੍ਹਾ ਆ ਸਾਡਾ ਉਹ ਤਾਂ, ਤੇ ਬਾਕੀ ਸ਼ਰਾਰਤੀ ਅਨਸਰ ਤਾਂ ਕਹਿ ਨਹੀਂ ਸਕਦੇ ਕਿਸੇ ਨੂੰ ਵੀ। ਕਿਸਾਨਾਂ ਦਾ ਗੁੱਸਾ ਉੱਪਰ ਦਾ ਆ, ਚਲੋ ਇਸ ਗੱਲ ਨਾਲ ਹੀ ਸਹਿਮਤ ਵੀ ਹੈ ਨਹੀਂ ਪਏ ਇਸ ਹੱਦ ਤੱਕ ਜਾਣਾ ਚਾਹੀਦਾ ਬੰਦਿਆਂ ਨੂੰ। ਪਰ ਇਹ ਲੰਮੇ ਸਮੇਂ ਤੋਂ ਮਤਲਬ ਇਹਨਾਂ ਦੇ ਜਿਹੜੇ ਲੀਡਰ ਹੈ ਉਹ ਕਿਸਾਨਾਂ ਨੂੰ ਗਲਤ ਕਮੈਂਟ ਕਰ ਰਹੇ ਆ। ਜਿੱਦਾਂ ਗਰੇਵਾਲ ਹੈ, ਸਾਰੇ ਜਿਹੜੇ ਇਹਨਾਂ ਦੇ ਕਮੈਂਟ ਕਰ ਰਹੇ ਗਲਤ। ਤੋਮਰ ਦਾ ਵੀ ਕਈ ਵਾਰੀ ਕਮੈਂਟ ਗਲਤ ਆਉਂਦਾ ਵੀ ਇਹ ਕਿਸਾਨ ਹੈ ਨਹੀਂ, ਇਹ ਨਕਸਲੀ ਆ, ਇਹ ਖਾਲਿਸਤਾਨੀ ਆ ਜਾਂ ਹੋਰ ਕੋਈ ਆ। ਇਹ ਏਦਾਂ ਦੀਆਂ ਗੱਲਾਂ ਤੋਂ ਇੱਕ ਤਾਂ ਲੰਮਾ ਜਿਹੜਾ ਨਾ ਮਤਲਬ ਇਹ ਘੋਲ ਚਲੇ ਗਿਆ ਉਹਦੇ ਕਰਕੇ ਇਹਨਾਂ ਦਾ ਜਿਹੜਾ ਇਹ ਕੁਝ ਹੋ ਰਿਹਾ। ਬਾਕੀ ਨਾ ਨਾਲ ਦੀ ਨਾਲ ਏਦਾਂ ਹੈਗੀ ਆ ਵੀ ਇਹ ਜਿਹੜੀ ਪੀੜ੍ਹੀ ਹੈ ਨਾ ਆਪਣੀ, ਇੱਕ ਤਾਂ ਹੁੰਦੀ ਹੈ ਸਿਆਣੇ ਮਤਲਬ ਬੰਦੇ ਜਿਹੜੇ ਉਹ ਮਤਲਬ ਹੋਸ਼ ਨਾਲ ਥੋੜਾ ਕੰਮ ਕਰ ਸਕਦੇ ਆ। ਜਿਹੜੇ ਅੱਜ ਦੀ ਨਵੀਂ ਪੀੜ੍ਹੀ ਆ ਉਹ ਮਤਲਬ ਇਸ ਗੱਲ ਤੋਂ ਅੱਕੀ ਹੋਈ ਆ ਵੀ ਲੰਮਾ ਸਮਾਂ ਹੋਇਆ ਜੀ ਚੱਲਦੇ ਨੂੰ। ਕਿਸਾਨ ਬੈਠੇ ਆ, ਸਾਡਾ 300 ਕਿਸਾਨ ਮਰ ਗਿਆ, 300 ਤੋਂ ਉੱਪਰ ਚੱਲ ਗਈ ਗਿਣਤੀ। ਤੇ ਇਸ ਕਰਕੇ ਗੁੱਸਾ ਵੀ ਕਿਸਾਨਾਂ ਦੇ ਵਿੱਚ ਹੈਗਾ। ਅਸੀਂ ਇਸ ਗੱਲ ਦੀ ਖੁੱਲ ਨਹੀਂ ਦਿੰਦੇ ਇਸ ਹੱਦ ਤੱਕ ਜਾਓ ਲੋਕ ਤੇ, ਪਰ ਇਹ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਸੋਚਣਾ ਚਾਹੀਦਾ ਵੀ ਜੇ ਲੋਕਾਂ ਦਾ ਮਤਲਬ ਦੇਖੋ ਆਪ ਮਹਾਰੇ ਵੀ ਗੁੱਸਾ ਹੋ ਸਕਦਾ ਹੈ, ਉਹ ਜ਼ਰੂਰੀ ਨਹੀਂ ਵੀ ਜਥੇਬੰਦੀਆਂ ਦੇ ਬੰਦੇ ਹੋਣ ਤੇ ਉਹ ਆਮ ਕਿਸਾਨ ਵੀ ਹੋ ਸਕਦੇ ਆ। ਕਿਉਂਕਿ ਆਮ ਕਿਸਾਨ ਜਿਹੜੇ ਇਹ ਸਮਝ ਰਹੇ ਆ ਵੀ ਲੰਮੇ ਸਮੇਂ ਤੋਂ ਮੋਦੀ ਜਿਹੜਾ ਆ ਸਾਡੀ ਗਲਤ ਬਿਆਨੀ ਕਰ ਰਿਹਾ ਹੈ। ਹੋ ਸਕਦਾ ਹੈ ਆਮ ਕਿਸਾਨ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਆਮ ਕਿਸਾਨ ਵੀ ਹੋ ਸਕਦੇ, ਕਿਉਂਕਿ ਜਥੇਬੰਦੀਆਂ ਤਾਂ ਉੱਥੇ ਕਹਿੰਦੀਆਂ ਰਹੀਆਂ ਕਿ ਆਪਾਂ ਜਾਬਤੇ ਵਿੱਚ ਰਹਿਣਾ। ਹੈਲੋ ਜੀ ਮੈਂ ਕਿਹਾ ਜਥੇਬੰਦੀਆਂ ਤਾਂ ਕਹਿੰਦੀਆਂ ਰਹੀਆਂ ਕਿ ਆਪਾਂ ਜਾਬਤੇ ਵਿੱਚ ਰਹਿਣਾ, ਆਮ ਕਿਸਾਨ ਵੀ ਹੋ ਸਕਦੇ ਨੇ। ਹਾਂਜੀ ਅਸੀਂ ਉਹ ਜਾਬਤੇ 'ਚ ਰਹਿਣ ਨੂੰ ਅਸੀਂ ਸ਼ਾਂਤਮਈ ਸੰਘਰਸ਼ ਲੜ ਰਹੇ। ਸਾਡਾ ਕੋਈ ਤਾਂ ਮਨਸ਼ਾ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਕੁੱਟੀਏ ਮਾਰੀਏ, ਕਿਸੇ ਨੂੰ ਨੰਗਾ ਕਰੀਏ, ਸਾਡਾ ਕੋਈ ਮਨਸ਼ਾ ਨਹੀਂ ਹੈਗਾ ਨਾ। ਅਸੀਂ ਇਦਾਂ ਦਾ ਕੀਤਾ ਆ ਤੇ ਅਸੀਂ ਕੰਡੈਮ ਵੀ ਕਰਦੇ ਹਾਂ ਇਸ ਗੱਲ ਨੂੰ। ਕਹਿਣ ਦਾ ਮਤਲਬ ਇਹ ਆ ਵੀ ਇਹ ਮੋਦੀ ਸਰਕਾਰ ਜਿਹੜੀ ਆ ਇਹ ਲੋਕਾਂ ਨੂੰ ਲੰਮੇ ਸਮੇਂ ਤੋਂ ਮਤਲਬ ਕੋਈ ਕਰੇ ਨਹੀਂ ਰਹੀ, ਗੱਲੇ ਨਹੀਂ ਹੋ ਰਹੀ। ਲੋਕਾਂ ਦਾ ਗੁੱਸਾ ਤਾਂ ਵਧਣਾ ਹੀ ਆ ਨਾ। ਅੱਛਾ ਬੈਂਸ ਸਾਹਿਬ, ਮੈਂ ਤੁਹਾਨੂੰ ਇੱਕ ਵਿੱਚ ਹੋਰ ਵੀ ਕਾਲਰ ਜਿਹੜੇ ਕਰ ਰਹੇ ਨੇ, ਮੈਂ ਉਹਨਾਂ ਨੂੰ ਵੀ ਲੈ ਲੈਣਾ ਜੀ ਲਾਈਨ ਤੇ ਪਲੀਜ਼। ਗੱਲ ਇਹ ਮੈਂ ਥੋੜੀ ਬੈਂਸ ਸਾਹਿਬ ਨਾਲ ਕਰ ਲਵਾਂ।
ਅੱਛਾ, ਨਵੇਂ ਸ਼ਹਿਰ ਦੇ ਜਿਹੜੇ ਨੁਮਾਇੰਦੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਟੇਬਲ ਟਾਕ ਕਰਨੀ ਚਾਹੀਦੀ ਹੈ, ਲੜਾਈ ਝਗੜੇ ਦਾ ਕੋਈ ਹੱਲ ਨਹੀਂ ਆ। ਪਰ ਕਿਸਾਨ ਤਾਂ ਕਿੰਨੀ ਲੰਬੇ ਸਮੇਂ ਤੋਂ ਕਹਿ ਰਹੇ ਨੇ ਕਿ ਅਸੀਂ ਟੇਬਲ ਤੇ ਗੱਲ ਕਰਨਾ ਚਾਹੁੰਦੇ, ਲੇਕਿਨ ਤੋਮਰ ਸਾਹਿਬ ਤਾਂ ਮੌਕਾ ਹੀ ਨਹੀਂ ਦੇ ਰਹੇ। ਦੇਖੋ, ਕੋਈ ਸਰਕਾਰ ਜਿਹੜੀ ਹੈ ਨਾ ਉਹ ਇੱਕ ਸ਼ਰਤਾਂ ਰੱਖ ਕੇ ਗੱਲ ਕਰ ਰਹੀ ਹੈ। ਸ਼ਰਤਾਂ ਰੱਖ ਕੇ ਕਦੇ ਗੱਲ ਨਹੀਂ ਹੁੰਦੀ ਕਦੇ ਵੀ, ਕਿਉਂਕਿ ਟੇਬਲ ਟਾਕ ਹੁੰਦੀ ਆ। ਟੇਬਲ ਟਾਕ ਇਮਾਨਦਾਰੀ ਨਾਲ ਹੁੰਦੀ ਆ। ਟੇਬਲ ਟਾਕ ਦੇ ਵਿੱਚ ਅਸੀਂ ਗਲਤ ਕਾਨੂੰਨ ਕਹਿ ਰਹੇ ਕਿ ਖੇਤੀ ਕਾਨੂੰਨਾਂ ਨੂੰ ਤੇ ਵਾਪਸ ਲਵਾਓ ਇਹ। ਤੇ ਜੇ ਹੁਣ ਮਤਲਬ ਸਰਕਾਰ ਸਾਡੇ ਨਾਲ ਗੱਲ ਕਰਨੀ ਚਾਹੁੰਦੀ ਆ, ਉਹ ਇੱਕ ਨਾ ਮਤਲਬ ਸ਼ਰਤ ਰੱਖ ਰਹੀ ਆ ਵੀ ਤੁਸੀਂ ਦੱਸੋ ਵੀ ਗੱਲ ਇਸ ਗੱਲ ਤੇ ਮਸਲੇ ਤੇ ਹੱਲ ਕਰਨਾ ਚਾਹੁੰਦੇ ਆ। ਏਦਾਂ ਹੋ ਸਕਦੀ ਗੱਲ ਕਿਸੇ ਨਾਲ? ਸ਼ਰਤ ਰੱਖ ਕੇ ਨਹੀਂ ਗੱਲ ਹੁੰਦੀ। ਗੱਲਬਾਤ ਲਈ ਉਹਦਾ ਸੱਦਣਾ ਚਾਹੀਦਾ ਆ ਕਿਸਾਨਾਂ ਨੂੰ। ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਆ। ਅਸੀਂ ਗੱਲਬਾਤ ਲਈ ਤਿਆਰ ਬੈਠੇ ਆ। ਅੱਛਾ, ਮੋਦੀ ਸਾਹਿਬ ਦਾ ਇੱਕ ਹੋਰ ਬਿਆਨ ਆ ਰਿਹਾ ਹੈ, ਉਹ ਕਹਿੰਦੇ ਨੇ ਕਿ ਇਹ ਖੇਤੀ ਕਾਨੂੰਨਾਂ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਜਲਦੀ ਤੋਂ ਜਲਦੀ। ਇਹਦੇ ਤੇ ਕੀ ਕਹੋਗੇ? ਦੇਖੋ, ਅਮਲ ਵਿੱਚ ਲਿਆਉਂਗੇ ਇਹ ਹੋਰ ਵਿਰੋਧ ਹੋਊਗਾ। ਇਹ ਅਮਲ ਦੇ ਵਿੱਚ ਲਿਆਉਂਗੇ ਹੋਰ ਵਿਰੋਧ ਹੋਊਗਾ। ਉਹਨਾਂ ਨੇ ਹੁਣ ਜ਼ਮੀਨ ਦੀ ਸ਼ਰਤ ਰੱਖੀ ਆ। ਸਾਡੇ ਹੈਗੇ ਛੋਟੇ ਕਿਸਾਨ, 2 ਏਕੜ ਵਾਲੇ, 3 ਏਕੜ ਵਾਲੇ, 1 ਏਕੜ ਵਾਲਾ। ਹੁਣ ਜੇ ਅਮਲ ਦੇ ਵਿੱਚ ਲਿਆਉਂਦੇ ਆ, ਉਹ ਲੋਕ ਜਿਹੜੇ ਸਾਡੇ 2 ਏਕੜ ਵਾਲੇ ਆ ਉਹ ਮਿਹਨਤੀ ਕਿਸਾਨ ਆ। ਉਹਨਾਂ ਨੇ ਜ਼ਮੀਨ ਲੋਕਾਂ ਦੀ ਠੇਕੇ ਤੇ ਲਈ, ਉਹ ਬਾਹਰ ਗਏ ਉਹ ਲੋਕ। ਉਹ ਬਾਹਰ ਗਏ ਉਹ ਲੋਕ ਜਿਹੜੇ ਆ ਕਿੱਦਾਂ ਆਪਣੀਆਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰੂਗਾ। ਇਸ ਕਰਕੇ ਮੁਆਵਜ਼ਾ ਲੈਣ ਦੇ ਲਈ ਨਾ 1 ਸਾਲ ਲੱਗ ਗਿਆ। ਲਗਭਗ ਕਣਕ ਦੇ ਗੜੇ ਪਾਏ ਸੀਗੇ ਤੇ 99% ਲੋਕ ਜਿਹੜੇ ਆ ਰਹਿੰਦੇ ਆ ਜੀ ਸਾਡੇ ਉਹ ਮੁਆਵਜ਼ੇ ਤੋਂ, ਕਿਉਂਕਿ ਉਹਨਾਂ ਦੇ ਡਾਕੂਮੈਂਟ ਨਹੀਂ ਪੂਰੇ ਹੋ ਰਹੇ। ਇਸੇ ਮਾਮਲੇ 'ਚ ਇਹ ਵੀ ਏਦਾਂ ਹੀ ਆ, ਜੇ ਡਾਕੂਮੈਂਟ ਨਹੀਂ ਪੂਰੇ ਹੋਣੇ ਫਿਰ ਕਿੱਦਾਂ ਕਰਾਂਗੇ ਆਪਾਂ? ਬਿਲਕੁਲ ਸਹੀ ਹੈ। ਫਰਦਾਂ ਨਹੀਂ ਆਉਣੀਆਂ ਹੈਗੀਆਂ ਕਿਸੇ ਦੀਆਂ ਵੀ। ਬੀਜੇਪੀ ਪਾਰਟੀ ਗੱਲ ਹੋਰ ਕਹਿ ਰਹੀ ਹੈ, ਕਹਿੰਦੇ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਕਰ ਦਿੱਤਾ ਜਾਵੇ। ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ। ਹੋਰ ਉਹਨਾਂ ਕੋਲ ਹੈ ਵੀ ਕੁਝ ਨਹੀਂ ਹੈਗਾ। ਉਹ ਲੋਕਾਂ ਨੂੰ ਹਿੰਦੂਤਾ ਰਾਜ ਜਿਹੜਾ ਬਣਾਉਣਾ ਚਾਹੁੰਦੇ ਆ, ਲੋਕਾਂ ਨੂੰ ਦਬਾਉਣਾ ਚਾਹੁੰਦੇ ਆ। ਉਹ ਲੋਕਾਂ ਦੀਆਂ ਮੰਗਾਂ ਨਹੀਂ ਮੰਨਣੀ ਚਾਹੁੰਦੇ। ਉਹ ਇੱਕੋ ਹੀ ਇੱਕ ਪਾਸਾ ਆ ਉਹਨਾਂ ਦਾ। ਗਰੀਬ ਕਿਸਾਨ ਦੀ ਮਦਦ ਨਹੀਂ ਕਰ ਰਹੇ, ਗਰੀਬ ਮਜ਼ਦੂਰ ਦੀ ਮਦਦ ਨਹੀਂ ਕਰ ਰਹੇ। ਉਹ ਸਿਰਫ ਕਾਰਪੋਰੇਟ ਘਰਾਣੇ ਦੇ ਹੱਕ ਦੇ ਵਿੱਚ ਭੁਗਤ ਰਹੇ ਆ। ਇਹ ਉਹਨਾਂ ਲਈ ਆਉਣ ਵਾਲੇ ਸਮੇਂ 'ਚ ਮਾੜਾ ਹੋਊਗਾ। ਕੀ ਲੱਗਦਾ ਇਸੇ ਕਰਕੇ ਜਿਹੜਾ ਬੰਗਲਾਦੇਸ਼ ਵਿੱਚ ਵੀ ਵਿਰੋਧ ਹੋਇਆ ਹੈ, ਮੋਦੀ ਸਾਹਿਬ ਦੇ ਪਹੁੰਚਣ ਤੇ 4 ਲੋਕ ਜਿਹੜੇ ਉੱਥੇ ਉਹਨਾਂ ਦੀ ਵੀ ਡੈਥ ਹੋ ਜਾਂਦੀ ਹੈ, ਜਿਹੜੇ ਦੰਗੇ ਭੜਕ ਜਾਂਦੇ ਨੇ, ਇਹਦੇ ਉੱਤੇ ਕੀ ਟਿੱਪਣੀ ਕਰੋਗੇ? ਕਿੱਦਾਂ ਜੀ 1 ਮਿੰਟ ਦੁਬਾਰਾ ਦੱਸਿਓ ਜੀ। ਮੋਦੀ ਸਾਹਿਬ ਬੰਗਲਾਦੇਸ਼ ਵਿੱਚ ਜਾਂਦੇ ਨੇ, ਬੰਗਾਲ ਦਾ ਕੋਡ ਆਫ ਕੰਡਕਟ ਵੀ ਭੰਗ ਕਰਦੇ ਨੇ। ਬਿਲਕੁਲ ਉਹਨੂੰ ਜਾਣਾ ਨਹੀਂ ਚਾਹੀਦਾ। ਕਿਉਂ? ਬੰਗਲਾਦੇਸ਼ ਜਿਹੜਾ ਉਹ ਮਤਲਬ ਬੰਗਾਲ ਦੇ ਨਾਲ ਸੰਬੰਧ ਰੱਖਦੇ ਆ। ਉਹਨੂੰ ਇਹ ਗੱਲ ਉਹ ਜਾਣ ਕੇ ਗਿਆ, ਜਾਣਬੁੱਝ ਕੇ ਸਾਰਾ ਕੁਝ ਕਰ ਰਿਹਾ। ਉਹਨੂੰ ਨਹੀਂ ਜਾਣਾ ਚਾਹੀਦਾ। ਕੋਡ ਆਫ ਕੰਡਕਟ ਉਹਦੇ ਵਿੱਚ ਜਾਰੀ ਹੋਣਾ ਚਾਹੀਦਾ ਆ। ਬਿਲਕੁਲ ਉਹ ਮਤਲਬ ਗਲਤ ਕਰਿਆ ਹੁਣ ਸਾਰਾ ਕੁਝ। ਹਾਂਜੀ, ਔਰ ਦੇਖੋ ਸਿਰਫ ਇੰਡੀਆ 'ਚ ਨਹੀਂ, ਇਹ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਬੰਗਲਾਦੇਸ਼ ਵਿੱਚ ਵੀ ਕਰਨਾ ਪੈ ਰਿਹਾ ਜੀ। ਦੇਖੋ 4 ਵਿਅਕਤੀ ਦੀ ਦੰਗੇ ਵਿੱਚ ਜਿਹੜੀ ਜਾਨ ਵੀ ਜਾ ਚੁੱਕੀ ਹੈ। ਬਿਲਕੁਲ ਜੀ। ਉਹ ਲੋਕ ਜਿਹੜੇ ਲੜ ਰਹੇ ਆ, ਜਿਹੜੇ ਮਤਲਬ ਕੋਈ ਵੀ ਹੈਗੇ ਆ, ਉਹ ਘੱਟ ਗਿਣਤੀਆਂ ਜਿਹੜੀਆਂ ਇਹਦੇ ਵਿਰੋਧ 'ਚ ਆ। ਬੀਜੇਪੀ ਦੇ 'ਚ ਘੱਟ ਗਿਣਤੀਆਂ ਦਬਾਇਆ ਜਾ ਰਿਹਾ ਆ। ਉਹ ਚਾਹੇ ਕਸ਼ਮੀਰ 'ਚ ਦਬਾਇਆ, ਕਿਤੇ ਵੀ ਦਬਾਇਆ, ਉਹ ਸਾਰਾ ਕੁਝ ਜਿਹੜਾ ਇਹ ਗੁਜਰਾਤ 'ਚ ਵੀ ਹੋਇਆ, ਲੋਕਾਂ ਨੇ ਦੰਗੇ ਕਰਾਏ ਆ, ਸਾਰਾ ਕੁਝ ਹੀ ਆ। ਜੀ, ਹੁਣ ਕਿਸਾਨ ਆਗੂਆਂ ਦਾ ਅੱਗੇ ਕੀ ਪਲਾਨ ਹੈ ਜੀ? ਅੱਗੇ ਕੀ ਵਿਚਾਰਧਾਰਾ ਹੈ? ਅੱਗੇ ਸਾਡਾ ਜੀ ਇਦਾਂ ਆ ਵੀ ਹੁਣ ਜੋ ਸੰਯੁਕਤ ਮੋਰਚਾ ਐਕਸ਼ਨ ਐਲਾਨਦਾ ਆ ਉਹ ਅਸੀਂ ਲਾਗੂ ਕਰਾਂਗੇ। ਤੇ ਉਹ ਸੰਯੁਕਤ ਮੋਰਚੇ ਤੇ ਆ ਸਾਡਾ ਮਤਲਬ ਕੱਲੇ ਦਾ ਜੇ ਆਪਾਂ ਕਰਾਂਗੇ ਨਾ ਉਹਦੇ ਨਾਲ ਕੋਈ ਗੱਲ ਨਹੀਂ ਬਣਦੀ। ਤੇ ਜੋ ਸੰਯੁਕਤ ਮੋਰਚੇ ਦੀ ਪਲੈਨਿੰਗ ਆ ਪੂਰੀ 32 ਕਿਸਾਨ ਜਥੇਬੰਦੀਆਂ ਆ, ਬਾਕੀ ਸੰਯੁਕਤ ਮੋਰਚਾ ਸਾਰੇ ਪੂਰੇ ਭਾਰਤ ਦਾ ਬਣਿਆ ਆ। ਉਹ ਜਿਹੜਾ ਆ ਪ੍ਰੋਗਰਾਮ ਦੇਊਗਾ ਉਸ ਹਿਸਾਬ ਨਾਲ ਚੱਲਾਂਗੇ ਆਪਾਂ। ਔਰ ਕੱਲ ਦੀ ਕੁੱਟਮਾਰ ਨੂੰ ਤੁਸੀਂ ਕੰਡੈਮ ਕਰਦੇ ਹੋ? ਦੇਖੋ, ਜਿਹੜੀ ਕੁੱਟਮਾਰ ਹੈ ਅਸੀਂ ਨਹੀਂ ਚਾਹਦੇ ਹੈਗੇ ਵੀ ਇਹ ਗੱਲ ਨਾ ਹੋਵੇ, ਕਿਉਂਕਿ ਸਾਡਾ ਸ਼ਾਂਤਮਈ ਸੰਘਰਸ਼ ਹੈ। ਅਸੀਂ ਸ਼ਾਂਤਮਈ ਦਾ ਕੇ ਸੰਘਰਸ਼ ਲੜਨਾ ਚਾਹੁੰਦੇ ਹਾਂ ਜੀ। ਚਲੋ ਬਹੁਤ ਸ਼ੁਕਰੀਆ ਬੈਨ ਸਾਹਿਬ। ਕੋਸ਼ਿਸ਼ ਕਰਾਂਗੇ 1 to 1 ਵੀ ਕਰੀਏ ਆਪਾਂ ਸਿੱਧਾ ਹੀ। ਓਕੇ, ਥੈਂਕ ਯੂ, ਸ਼ੁਕਰੀਆ। ਸੋ ਦੋਸਤੋ, ਤੁਸੀਂ ਗੱਲਬਾਤ ਸੁਣ ਲਈ ਹੈ। ਜਿਹੜੇ ਬੈਨ ਸਾਹਿਬ ਨੇ ਲੰਮੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਹੋਏ ਨੇ, ਦਿੱਲੀ ਵਿੱਚ ਵੀ ਰਹੇ ਨੇ, 3-4 ਮਹੀਨੇ ਤੋਂ ਉੱਥੇ ਹੀ ਸੀਗੇ, ਦਿੱਲੀ ਵਿੱਚ ਵੀ ਸੀਗੇ, ਆ ਜਾਂਦੇ ਨੇ ਚਲੇ ਜਾਂਦੇ ਨੇ, ਇੱਥੇ ਮੋਟੀਵੇਟ ਕਰਦੇ ਰਹਿੰਦੇ ਨੇ। ਔਰ ਇਹਨਾਂ ਨੇ ਇਸ ਚੀਜ਼ ਨੂੰ ਕੰਡੈਮ ਕੀਤਾ ਕਿ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ, ਕੁੱਟਮਾਰ ਨਹੀਂ ਹੋਣੀ ਚਾਹੀਦੀ, ਲੇਕਿਨ ਅਸੀਂ ਜਿਹੜਾ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਿਆ ਔਰ ਸ਼ਾਂਤਮਈ ਰੱਖਣਾ। ਕਾਲਰ ਜੁੜ ਚੁੱਕੇ ਨੇ। ਹੈਲੋ ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਸਰ। ਆਪਣਾ ਨਾਮ ਦੱਸ ਦਿਓ ਜੀ। ਹਾਂਜੀ ਸਰ, ਮੇਰਾ ਨਾਮ ਹੈ ਜੀ ਪ੍ਰਦੀਪ ਸਿੰਘ। ਜੀ ਸਰ, ਅੱਜ ਦੀ ਜਿਹੜੀ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਤੁਸੀਂ ਆਪਣੀ ਟਿੱਪਣੀ ਜ਼ਰੂਰ ਕਰ ਸਕਦੇ ਹੋ। ਹੈਲੋ, ਕਾਲ ਡਿਸਕਨੈਕਟ ਹੋ ਗਈ ਹੈ ਜੀ। ਮੈਂ ਇੱਕ ਵਾਰੀ ਫਿਰ ਤੋਂ ਟਰਾਈ ਕਰ ਲੈਂਦਾ ਜੀ। ਮੈਂ ਇਸ ਦੇ ਨਾਲ ਇਹ ਵੀ ਦੱਸ ਦੇਣਾ ਚਾਹੁੰਦਾ ਜੀ ਕਿ ਜਿਵੇਂ ਡੱਲੇਵਾਲ ਸਾਹਿਬ ਨੇ ਕਿਹਾ ਹੈ ਕਿ ਲੋਕਾਂ ਦਾ ਜਿਹੜਾ ਰੋਸ ਹੈ ਉਹ ਸਿਖਰਾਂ ਤੇ ਪਹੁੰਚ ਗਿਆ ਹੈ, ਬੀਜੇਪੀ ਦੇ ਬਿਆਨਾਂ ਤੋਂ ਤੰਗ ਆ ਚੁੱਕੇ ਨੇ। ਹੈਲੋ, ਹਾਂਜੀ ਵੀਰ ਜੀ, ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ। ਪ੍ਰਦੀਪ ਜੀ, ਆਪਣਾ ਪੁਆਇੰਟ ਆਫ ਵਿਊ ਰੱਖ ਸਕਦੇ ਹੋ ਤੁਸੀਂ ਜੀ। ਹਾਂਜੀ, ਮੈਂ ਉਹਦੇ ਬਾਰੇ ਗੱਲ ਕਰਨੀ ਜੀ ਜਿਹੜਾ ਮਲੋਟ ਵਿੱਚ ਹੋਇਆ। ਤੇ ਉਹਦੇ ਵਿੱਚ ਮੈਂ ਤਾਂ ਆਪਣੀ ਗੱਲ ਇਹ ਰੱਖਣਾ ਚਾਹਨਾ ਹੈ ਕਿ ਜਿੱਦਾਂ ਉਹ ਕਹਿ ਰਹੇ ਆ ਨਾ ਵੀ ਮਤਲਬ ਇਹ ਕੋਈ ਸ਼ਰਾਰਤੀ ਆਨਸਰ ਹੋ ਸਕਦਾ ਹੈ ਵਿੱਚ, ਹਨਾ। ਚਲੋ ਮੰਨਦੇ ਆ ਕੋਈ ਸ਼ਰਾਰਤੀ ਆਨਸਰ ਵੀ ਹੋ ਸਕਦਾ, ਬਟ ਜਿਹੜੀਆਂ ਪੱਗਾਂ ਲਾਣੀਆਂ, ਕਿਸੇ ਦੇ ਕੱਪੜੇ ਪਾੜ ਦੇਣੇ ਜਾਂ ਕਿੱਦਾਂ ਵੀ ਹੈ, ਉਹ ਤਾਂ ਜ਼ਿਆਦਾ ਮਾੜੀ ਗੱਲ ਹੈ ਨਾ। ਇਹ ਪੰਜਾਬੀ ਦਾ ਹੀ ਮਤਲਬ ਲਾਹਣ ਤੇ ਤੁਰਿਆ ਪਿਆ ਆ। ਇਹ ਬਾਹਰਲੇ ਮੁਲਕਾਂ ਨੂੰ ਜਾਂ ਬਾਹਰਲੇ ਲੋਕਾਂ ਨੂੰ ਕੀ ਆਪਾਂ ਮਤਲਬ ਸੇਧ ਦੇਵਾਂਗੇ ਜੇ ਪੰਜਾਬੀ ਆਪਸ ਵਿੱਚ ਹੀ ਲੜਾਂਗੇ?
ਚਲੋ ਪਰ- ਮੰਨ ਸਕਦੇ ਆ ਕਿਉਂਕਿ ਤੁਹਾਡੇ ਵਿਚਾਰ ਜਿਹੜੇ ਸਪਸ਼ਟ ਨਹੀਂ ਹੋ ਸਕੇ, ਕੀ ਕਹਿਣਾ ਕੀ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹ ਰਿਹਾ ਆ ਕਿ ਜੋ ਮਤਲਬ ਉੱਥੇ ਆਪਾਂ ਇੱਕ ਜਿਹੜੀ ਦਸਤਾਰ ਹੈ ਉਹ ਮਤਲਬ ਆਪਾਂ ਕਿਸੇ ਦੀ ਲਾਣੇ ਹੈ, ਉਹ ਮਾੜੀ ਗੱਲ ਹੈ। ਇਹੋ ਜਿਹੇ ਹੋਰ ਬਿਆਨ ਵੀ ਅੱਜ ਮੈਂ ਪੜ੍ਹ ਰਿਹਾ ਸੀ, ਕਿਹਾ ਜਾ ਰਿਹਾ ਸੀ ਕਿ ਹੁਣ ਅਸੀਂ ਪੱਗਾਂ ਲਾਵਾਂਗੇ, ਕੀ ਇਹ ਗੱਲ ਜਾਇਜ਼ ਹੈ? ਨਹੀਂ, ਇਹ ਬਿਲਕੁਲ ਨਜਾਇਜ਼ ਗੱਲ ਹੈ ਸਰ। ਇਹ ਤਾਂ ਬਿਲਕੁਲ ਮਤਲਬ ਆਪਣਾ ਕੋਈ ਦੁਸ਼ਮਣ ਵੀ ਹੋਵੇ ਆਪਾਂ ਉਹਦੀ ਦਸਤਾਰ ਨਹੀਂ ਲਾ ਸਕਦੇ ਜੀ। ਇਹਦੇ ਤੇ ਮੈਂ ਪੂਰੀ ਨਿੰਦਾ ਕਰਦਾ ਜੀ। ਦਸਤਾਰ ਨਹੀਂ ਲਾਣੇ ਚਾਹੀਦੀਆਂ, ਦੁਸ਼ਮਣ ਵੀ ਹੋਵੇ ਉਹਦੀ ਵੀ ਨਹੀਂ ਲਾਣੇ ਚਾਹੀਦੀ। ਪਰ ਅੱਜ ਤੱਕ ਜਿਹੜੇ ਅੰਦੋਲਨ ਕਰ ਰਹੇ ਨੇ ਕਿਸਾਨ, ਉਹਨਾਂ ਦੀਆਂ ਪੱਗਾਂ ਲੈ ਗਈਆਂ, ਬਜ਼ੁਰਗ ਬਾਪੂਆਂ ਦੇ ਲਾਠੀਆਂ ਵੱਜੀਆਂ ਨੇ, ਕਿਸੇ ਦਾ ਗੁੱਟ ਤੋੜ ਦਿੱਤਾ, ਕਿਸੇ ਦੀ ਅੱਖ ਨਹੀਂ ਅੱਪੜਦੀ, ਮੁੜ ਕੇ ਅੱਖ 'ਚ ਵਿਛਾਰਾ ਪੈ ਗਈਆਂ, ਗੱਲਾਂ ਜਾਇਜ਼ ਸੀਗੀਆਂ? ਜੀ ਉਹ ਵੀ ਨਜਾਇਜ਼ ਸੀਗੀਆਂ ਜਿਹੜੀਆਂ ਸਾਡੇ ਕਿਸਾਨ ਨਵਰੀਤ ਮੁੰਡਾ ਉਹਦੇ ਗੋਲੀ ਮਾਰ ਦਿੱਤੀ ਗਈ 26 ਤਰੀਕ ਨੂੰ, ਕੀ ਇਹ ਗੱਲ ਜਾਇਜ਼ ਸੀ? ਲਾਲ ਕਿਲੇ 'ਚ ਮੁੰਡੇ ਦੇ ਪੱਟ ਤੇ ਗੋਲੀ ਮਾਰੀ, ਕੀ ਇਹ ਗੱਲ ਜਾਇਜ਼ ਸੀ? ਸਰ ਨਜਾਇਜ਼, ਸਾਰੀ ਗੱਲ ਨਜਾਇਜ਼ ਹੈ। ਮੈਂ ਕਹਿੰਦਾ ਵੀ ਜਿਹੜੀ ਪੱਗ ਦਸਤਾਰ ਆਪਾਂ ਕਿਸੇ ਦੀ ਲਾਣਾ ਉਹ ਗੱਲ ਨਜਾਇਜ਼ ਆ। ਸਾਡੇ ਉੱਥੇ ਕਿਸਾਨ ਮਰਿਆ ਅੰਦੋਲਨ ਦੇ ਵਿੱਚ, ਉਹ ਵੀ ਨਜਾਇਜ਼। ਗੋਲੀਆਂ ਵੱਜੀਆਂ ਉਹ ਵੀ ਨਜਾਇਜ਼। ਕੁੱਟੇ ਡਾਂਗਾ ਮਾਰੀਆਂ ਸਾਡੇ ਬਜ਼ੁਰਗਾਂ ਦੇ, ਉਹ ਵੀ ਨਜਾਇਜ਼। ਪਰ ਜਿਹੜੀ ਆਪਾਂ ਇੱਕ ਦਸਤਾਰ ਦੀ ਗੱਲ ਹੁੰਦੀ ਹੈ ਨਾ ਸਰ, ਦਸਤਾਰ ਆਪਾਂ ਨਹੀਂ ਲਾ ਸਕਦੇ। ਸਾਡੇ ਮਤਲਬ ਕਹਿਣ ਦਾ ਕਿ ਗੁਰੂਆਂ ਨੇ ਵੀ ਇਹ ਗੱਲ ਕਹੀ ਹੋਵੇ, ਦੁਸ਼ਮਣ ਵੀ ਹੋਵੇ ਉਹਦੀ ਵੀ ਦਸਤਾਰ ਨਹੀਂ ਲਾਣੀ ਚਾਹੀਦੀ। ਅੱਛਾ, ਬੀਜੇਪੀ ਪਾਰਟੀ ਇਹ ਕਹਿ ਰਹੀ ਹੈ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ, ਇਸ ਗੱਲ ਨੂੰ ਜਾਇਜ਼ ਮੰਨਦੇ ਹੋ? ਕੀ ਕਹਿ ਰਹੇ ਹੋ, ਕੀ ਕਹਿ ਰਹੇ ਵੀਰ ਜੀ? ਬੀਜੇਪੀ ਸਰਕਾਰ ਕਹਿ ਰਹੀ ਹੈ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ ਪੰਜਾਬ ਵਿੱਚ। ਨਹੀਂ, ਇਹ ਗੱਲ ਤੇ ਮੈਂ ਬਿਲਕੁਲ ਨਾਲ ਨਹੀਂ ਹੈਗਾ ਜੀ। ਜੀ ਬਾਕੀ ਮੇਨ ਗੱਲ ਤਾਂ ਇਹੀ ਹੈ ਸਰ ਵੀ ਇਹਦੇ ਚ ਪੰਜਾਬ ਸਰਕਾਰ ਦਾ ਵੀ ਬਹੁਤ ਵੱਡਾ ਹੱਥ ਹੈ। ਕਿਵੇਂ? ਇਹ ਪੰਜਾਬ, ਹੈਲੋ ਸਮਝਾਓ ਜੀ, ਕਿਵੇਂ ਪੰਜਾਬ ਸਰਕਾਰ ਦਾ ਕਿਵੇਂ ਹੱਥ ਹੈ? ਜੀ ਕਾਲ ਕੱਟ ਦਿੱਤੀ ਜੀ ਉਹਨਾਂ ਨੇ। ਲੇਕਿਨ ਇੱਥੇ ਇੱਕ ਮੈਂ ਵੀ ਪੁਆਇੰਟ ਆਫ ਵਿਊ ਆਪਣਾ ਰੱਖਣਾ ਚਾਹੁੰਦਾ। ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਕਿਸਾਨ ਉੱਥੇ ਹਿੱਕ ਠੋਕ ਕੇ ਕਹਿੰਦੇ ਨੇ ਕਿ ਅਸੀਂ ਜਿਹੜਾ ਵਿਰੋਧ ਕਰਦੇ ਆ, ਨਾਰੰਗ ਸਾਹਿਬ ਨੇ ਹਾਲੇ ਤੱਕ ਸਾਡੀ ਕਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਨਹੀਂ ਕੀਤੀ, ਮਲੋਟ ਦੇ ਲੋਕਾਂ ਦੀ ਆਵਾਜ਼ ਬੁਲੰਦ ਨਹੀਂ ਕੀਤੀ, ਅਬੋਹਰ ਦੇ ਲੋਕਾਂ ਦੀ ਆਵਾਜ਼ ਬੁਲੰਦ ਨਹੀਂ ਕੀਤੀ। ਅਸੀਂ ਆਪਣਾ ਵਿਦਰੋਹ ਕਰਦੇ ਹਾਂ, ਵਿਰੋਧ ਕਰਦੇ ਹਾਂ। ਪਰ ਜਿਹੜੀ ਬੀਜੇਪੀ ਸਰਕਾਰ ਹੈ ਉਹ ਬਾਰ-ਬਾਰ ਮੋੜ ਕੱਟ ਕੇ ਇਹ ਕਹਿ ਰਹੀ ਹੈ ਕਿ ਕਾਂਗਰਸ ਸਰਕਾਰ ਗਲਤ ਹੈ, ਉੱਥੇ ਕਾਂਗਰਸ ਦੇ ਸ਼ਰਾਰਤੀ ਅਨਸਰ ਆਏ ਸੀ। ਕੀ ਹਿੰਮਤ ਨਹੀਂ ਹੈ ਕਿਸਾਨ ਆਗੂਆਂ ਨਾਲ ਸਿੱਧੀ ਗੱਲ ਕਰਨ ਦੀ? ਕਿਉਂਕਿ ਟੇਬਲ ਟਾਕ ਦੀ ਬਾਰ-ਬਾਰ ਗੱਲ ਹੁੰਦੀ ਹੈ, ਪਰ ਟੇਬਲ ਟਾਕ ਕੀਤੀ ਕਦੋਂ ਜਾ ਰਹੀ ਹੈ? ਪਿਛਲੇ ਲੰਬੇ ਸਮੇਂ ਤੋਂ ਕਿਸਾਨ ਕਹਿ ਰਹੇ ਨੇ ਅਸੀਂ ਗੱਲਬਾਤ ਕਰਨੀ ਹੈ, ਔਰ ਜਿਹੜੇ ਤੋਮਰ ਸਾਹਿਬ ਨੇ ਉਹ ਕਹਿ ਰਹੇ ਨੇ ਦੱਸੋ ਕਾਲੇ ਕਾਨੂੰਨਾਂ 'ਚ ਕਾਲਾ ਕੀ ਹੈ, ਲੇਕਿਨ ਰਾਜੇਵਾਲ ਸਾਹਿਬ ਕਹਿੰਦੇ ਨੇ ਤੁਸੀਂ ਇਹ ਦੱਸ ਦਿਓ ਇਹਨਾਂ ਵਿੱਚ ਚਿੱਟਾ ਕੀ ਹੈ। ਮੋਦੀ ਸਾਹਿਬ ਇਹ ਕਹਿ ਰਹੇ ਨੇ ਇਹ ਕਾਨੂੰਨ ਅਮਲ 'ਚ ਲਿਆਉਣੇ ਚਾਹੀਦੇ ਨੇ, ਅਗਰ ਅਮਲ ਵਿੱਚ ਆਉਂਦੇ ਨੇ ਤਾਂ ਹੁਣ ਘੱਟ ਵਿਦਰੋਹ ਹੋ ਰਿਹਾ, ਉਸ ਤੋਂ ਬਾਅਦ ਕੀ ਬਣੇਗਾ ਤੁਸੀਂ ਆਪ ਇਹਦੇ ਬਾਰੇ ਸੋਚ ਸਕਦੇ ਹੋ। ਕਾਲਰ ਆ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੂਰੀ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਤੁਸੀਂ ਤੁਹਾਨੂੰ ਜਿਹੜੀ ਸਾਡੀ ਆਮ ਜਨਤਾ ਸੁਣ ਰਹੀ ਹੈ ਜੀ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ, ਆਪਣਾ ਨਾਮ ਦੱਸ ਦਿਓ ਜੀ। ਭੁਪਿੰਦਰਪਾਲ ਜਾੜਲਾ ਗੱਲ ਕਰ ਰਿਹਾ ਜੀ, ਜਾੜਲਾ ਪਿੰਡ ਨਵਾਂ ਸ਼ਹਿਰ ਤੋਂ। ਜੀ ਸਰ। ਜਿਹੜਾ ਤੁਸੀਂ ਅੱਜ ਦਾ ਮੁੱਦਾ ਲਿਆ ਹੋਇਆ, ਜੋ ਇਹ ਮੰਦਭਾਗੀ ਘਟਨਾ ਵਾਪਰੀ ਹੈ, ਡੈਮੋਕ੍ਰੇਸੀ ਹੈ, ਰਾਜਨੀਤੀ ਵੀ ਚੱਲਦੀ ਹੈ ਇਸ ਮੁੱਦੇ ਦੇ ਉੱਤੇ। ਪਰ ਜਿੱਥੋਂ ਤੱਕ ਕਿਸਾਨ 300 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ ਤੇ ਜਿਸ ਤਰ੍ਹਾਂ ਦਾ ਬੀਜੇਪੀ ਲੀਡਰ ਨਾਲ ਇਹ ਵਿਵਹਾਰ ਹੋਇਆ ਆ, ਇਹ ਦੋਏ ਗੱਲਾਂ ਬੜੀਆਂ ਅਸਭਿਆ ਹੈਗੀਆਂ। ਤੇ ਜਿੱਥੋਂ ਤੱਕ ਕਿਸਾਨਾਂ ਦੀਆਂ ਮੰਗਾਂ ਦੀਆਂ ਜਾਇਜ਼ ਹੈਗੀਆਂ, ਜਿਹੜੇ 3 ਕਾਨੂੰਨ ਆ ਆਪਾਂ ਨੂੰ ਉਹਨਾਂ ਪਰ ਜਾਣੂਗਾ ਸਾਰੇ ਕਿਉਂ ਹੈ ਹੀ ਬਹੁਤ ਗਲਤ ਕਾਨੂੰਨ ਹੈ ਜੀ, ਬਟ ਉਸਦਾ ਇਹ ਹੱਲ ਨਹੀਂ ਹੈਗਾ ਕਿ ਆਪਾਂ ਕਿਸੇ ਦੇ ਕੱਪੜੇ ਉਤਾਰੀਏ ਜਾਂ ਕਿਸੇ ਦੀ ਪੁੱਟ ਮਾਰੀਏ। ਪਰ ਜਾੜਲਾ ਸਾਹਿਬ ਇਹਨੂੰ ਸਿਆਸੀ ਮੁੱਦਾ ਬਣਾ ਕੌਣ ਰਿਹਾ? ਕਿਉਂਕਿ ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ, ਤੂੰ ਗੱਠੜੀ ਸੰਭਾਲ ਤੈਨੂੰ ਚੋਰ ਨਾਲ ਕੀ, ਇਹਨੂੰ ਸਿਆਸੀ ਮੁੱਦਾ ਬਣਾ ਕੌਣ ਰਿਹਾ? ਬਿਲਕੁਲ ਗੱਲ ਤੁਹਾਡੀ ਜਾਇਜ਼ ਹੈ, ਕਿਉਂਕਿ ਮੋਰੇ ਵੀ ਆਉਣ ਵਾਲਾ ਸਮਾਂ ਜਿਹੜਾ 2022 ਦਾ ਇਲੈਕਸ਼ਨ ਵਿਧਾਨ ਸਭਾ ਦਾ ਪੰਜਾਬ ਚ ਹੋਣਾ ਹੈ ਜੀ, ਤਾਂ ਸਾਡੇ ਕਿਸਾਨ ਵੀਰਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਕਿ ਉਹਨਾਂ ਨੂੰ ਕੋਈ ਮਿਸਯੂਜ਼ ਨਾ ਕਰੇ, ਕਿਉਂਕਿ ਹਰੇਕ ਨੇ ਆਪਣੀਆਂ ਰੋਟੀਆਂ ਸੇਕਣ ਆ ਜਾਣੀਆਂ ਹੈ। ਬਟ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਐਮਐਸਪੀ ਲਾਗੂ ਕਦੋਂ ਹੋਈ ਸੀ, ਕਿਹਨਾਂ ਨੇ ਸੰਘਰਸ਼ ਕੀਤਾ ਸੀਗਾ, ਤੇ ਅੱਜ ਦਾ ਜਿਹੜਾ ਸੰਘਰਸ਼ ਚੱਲ ਰਿਹਾ ਉਹ ਮੋਦੀ ਸਾਹਿਬ ਨੂੰ ਦੇਖਣਾ ਚਾਹੀਦਾ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਆ, ਦੇਸ਼ ਦੇ ਵਿੱਚ ਪੰਜਾਬ ਹੈ। ਮੈਂ ਇੱਕ ਜਾੜਲਾ ਸਾਹਿਬ ਇੱਕ ਮੈਸੇਜ ਆ ਗਿਆ ਦਿਲਬਾਗ ਸਿੰਘ ਉਹਨਾਂ ਤੋਂ ਪੜ੍ਹ ਰਹੇ ਹੋ, ਕਹਿੰਦੇ ਜਦੋਂ ਸੰਸਦ ਵਿੱਚ 200 ਕਿਸਾਨਾਂ ਦੀ ਮੌਤ ਤੇ 2 ਮਿੰਟ ਦਾ ਮੌਨ ਧਾਰਨ ਲਈ ਕਿਹਾ ਗਿਆ ਸੀ ਤਾਂ ਬੀਜੇਪੀ ਨੇ ਇਸ ਦਾ ਵਿਰੋਧ ਕੀਤਾ ਸੀ। ਇਹ ਗੱਲ ਅਸੀਂ ਸਾਰੀ ਉਮਰ ਯਾਦ ਰੱਖਾਂਗੇ। ਉਹ ਕਹਿੰਦੇ ਅਸੀਂ ਗੱਲਾਂ ਭੁੱਲਣ ਵਾਲੇ ਨਹੀਂ ਆ।
ਦੇਖੋ ਗੱਲ ਇਹ ਹੈ ਕਿ ਬੀਜੇਪੀ ਦੀ ਜਿੱਥੋਂ ਤੱਕ ਗੱਲ ਹੈ, ਮੈਂ ਕਿਸੇ ਪੂਰੀ ਜਥੇਬੰਦੀ ਨੂੰ ਮਾੜਾ ਨਹੀਂ ਕਹਿੰਦਾ ਜੀ, ਬਟ ਕਹਿਣ ਦਾ ਮਤਲਬ ਜਿਹੜਾ ਸਾਡਾ ਹੈਡ ਹੈ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਜੀ, ਮੋਦੀ ਹੈ, ਬਟ ਉਹਦੀ ਜਿਹੜਾ ਦਿਮਾਗ ਆ ਮੈਂ ਸਮਝਦਾ ਸੰਤੁਲਨ ਹੀ ਵਿਗਾੜ ਚੁੱਕਾ ਹੈ। ਉਹ ਭੁੱਲ ਚੁੱਕਾ ਕਿ ਪੰਜਾਬ ਦਾ ਜਿਹੜਾ ਅੰਨਦਾਤਾ ਹੈ ਪੂਰੇ ਦੇਸ਼ ਨੂੰ ਅੰਨ ਦਿੰਦਾ ਆ। ਮਤਲਬ ਤੁਸੀਂ ਇਹ ਕਹਿ ਰਹੇ ਹੋ ਅੱਖਰ ਇੱਕ ਨਹੀਂ ਪੜਿਆ ਤੇ ਨਾਮ ਇਲਮਦੀਨ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਤੁਹਾਡੀ। ਸੋ ਉਹਨੂੰ ਅੱਜ ਦੇ ਸਮੇਂ 'ਚ ਦੇਖ ਲੈਣਾ ਚਾਹੀਦਾ। ਦੇਖੋ ਅਸੀਂ ਆਪਣੇ ਘਰ ਤੋਂ 2 ਦਿਨ ਬਾਹਰ ਰਹਿ ਲਈਏ ਤਾਂ ਪਰਿਵਾਰ ਦੇਖਦਾ, ਸਾਡਾ ਕਿਸਾਨ ਆਂਦਾ ਤਾਂ 4 ਮਹੀਨਿਆਂ ਤੋਂ ਉਸ ਮੁੱਦੇ ਤੇ ਬੈਠਾ ਦਿੱਲੀ ਦੀਆਂ ਜੂਹਾਂ ਦੇ ਉੱਤੇ, ਉਸ ਬੰਦੇ ਨੂੰ ਮਾੜਾ ਮੋਟਾ ਤਾਂ ਜਾਲੀ ਸਾਹਿਬ। ਔਰ ਇੱਕ ਇਹਦੇ ਵਿੱਚ ਜਿਹੜੀ ਦੁੱਖ ਵਾਲੀ ਗੱਲ ਹੋ ਰਿਹਾ, ਮਰਾਂ ਨੂੰ ਜਿਹੜੀ ਚੀਜ਼ ਜਿਹੜੀ ਸੱਟ ਮਾਰਦੀ ਹੈ, ਚੁੱਭਦੀ ਹੈ, ਕੰਡੇ ਵਾਂਗ ਚੁੱਭਦੀ ਹੋਏ ਆ, ਬਾਰ-ਬਾਰ ਇਹ ਕਿਹਾ ਜਾਂਦਾ ਕਿ ਤੁਸੀਂ ਜਿਹੜੀ ਗੱਲ ਤੁਸੀਂ ਕਹੀ ਆ ਉਹਨੂੰ ਹੀ ਐਡ ਕਰਦਾ ਕਿ ਬੰਦਾ 4 ਘੰਟੇ ਘਰ ਤੋਂ ਦੂਰ ਨਹੀਂ ਰਹਿ ਸਕਦਾ, ਤੁਸੀਂ ਮੈਨੂੰ 4 ਦਿਨ ਕਿਤੇ ਫੋਰਸਫੁਲੀ ਨਹੀਂ ਰੱਖ ਸਕਦੇ। 4 ਮਹੀਨੇ ਤੋਂ ਜਿਹੜੇ ਸਿਰੜੀ ਕਿਸਾਨ ਬੈਠੇ ਨੇ ਉਹਨਾਂ ਨੂੰ ਇਹੀ ਕਿਹਾ ਜਾਂਦਾ ਹੈ ਪੈਸਿਆਂ ਤੇ ਆ ਕੇ ਬੈਠੇ ਨੇ, ਪਿਕਨਿਕ ਮਨਾਉਣ ਆਏ ਨੇ। ਬਿਲਕੁਲ 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 ਇਹ ਮੰਦਭਾਗੀ ਗੱਲ ਹੈ। ਕੋਈ ਪਿਕਨਿਕ ਮਨਾਉਣ ਲਈ 4-4 ਮਹੀਨਿਆਂ ਲਈ ਨਹੀਂ ਬੈਠਦਾ, ਆਪਣੇ ਬੱਚੇ ਆਪਣਾ ਕਾਰੋਬਾਰ ਦੇਖੋ। ਆਉਣ ਵਾਲਾ ਸਮਾਂ ਬੜਾ ਸੈਂਸਿਟਿਵ ਹੈ। ਸਾਡੇ ਕਿਸਾਨ ਦੀ ਕਣਕ ਖੇਤਾਂ ਦੇ ਵਿੱਚ ਪਈ ਆ, ਜੇਕਰ ਕਿਸਾਨ ਉੱਥੇ ਸੰਘਰਸ਼ ਕਰੇਗਾ ਤਾਂ ਮਗਰ ਫਸਲ ਰੁੜ ਜਾਏਗੀ। ਕਿਸਾਨ ਦੀ ਕਿਸ ਤਰ੍ਹਾਂ ਕਰਜ਼ੇ ਦੀ ਮਾਫੀ ਕਿਸ ਤਰ੍ਹਾਂ ਹੋਰ ਹੋ ਨਹੀਂ ਸਕੀ, ਉਹ ਕਿਸ਼ਤਾਂ ਕਿੱਥੋਂ ਦੇਗਾ? ਉਹਦੇ ਆਪ ਦੇ ਖਰਚੇ, ਨਿੱਜੀ ਵਿਆਹ ਖਰਚੇ, 50 ਖਰਚੇ ਆ। ਬਟ ਇਹ ਸਾਡੀ ਜਿਹੜੀ ਸੈਂਟਰ ਦੀ ਗਵਰਨਮੈਂਟ ਆ, ਦੇਖੋ ਉਹਨੂੰ ਸੋਚਣਾ ਚਾਹੀਦਾ ਆ। ਬਟ ਸਾਡੇ ਕੋਲ ਡੈਮੋਕ੍ਰੇਸੀ 'ਚ ਇੱਕੋ ਹੀ ਤਰੀਕਾ ਕਿ ਆਪਾਂ ਸੰਘਰਸ਼ ਕਰਨਾ ਹੈ ਜੀ, ਔਰ ਹਰੇਕ ਨੂੰ ਇਹ ਰਾਈਟ ਹੈ। ਇਹ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਦੇਣ ਹੈ ਕਿ ਸਾਡੇ ਕੋਲ ਡੈਮੋਕ੍ਰੇਸੀ ਲੌਂਗ ਟਰਮ ਤੱਕ ਸਾਡਾ ਢਾਂਚਾ ਹੈਗਾ ਆ ਜੀ। ਤਾਂ ਉਹ ਡੈਮੋਕ੍ਰੇਸੀ ਦੇ ਵਿੱਚ ਅਸੀਂ ਆਪਣਾ ਜਿਹੜਾ ਇਹ ਸਾਰਾ ਕੁਝ ਕਰਨਾ ਹੈ। ਬਟ ਜਿਹੜੀ ਗੱਲ ਆ ਕਿਸੇ ਨੂੰ ਕੁੱਟਮਾਰ ਕਰਨੀ ਆ ਜਾਂ ਗੋਲੀਆਂ ਮਾਰਨੀਆਂ, ਇਹ ਮੈਂ ਤਾਂ ਦੋਨਾਂ ਧਿਰਾਂ ਨੂੰ ਹੀ ਕਹਿਣਾ ਚਾਹੁੰਦਾ ਆ ਕਿ ਨਾ ਤਾਂ ਕਿਸੇ ਲੀਡਰ ਦੇ ਕੱਪੜੇ ਪਾੜਨੇ ਚਾਹੀਦੇ, ਨਾ ਹੀ ਕਿਸੇ ਕਿਸਾਨ ਦਾ ਵਾਲ ਵੀ ਵਿੰਗਾ ਹੋਣਾ ਚਾਹੀਦਾ। ਜੀ 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 300 ਤੋਂ ਉੱਪਰ ਕਿਸਾਨ ਜਾ ਚੁੱਕਾ ਹੈ, ਕਿਸਾਨਾਂ ਦੇ ਪੱਟਾਂ 'ਚ ਗੋਲੀਆਂ ਵੱਜ ਰਹੀਆਂ ਆ। ਸਾਡੇ ਲਾਗਲੇ ਪਿੰਡ ਕਾਜਮਪੁਰ ਦੇ ਵਿੱਚ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਭਾਈ ਰਣਜੀਤ ਸਿੰਘ ਨੂੰ ਕਿਸ ਤਰ੍ਹਾਂ ਜੇਲ੍ਹ ਦੇ ਵਿੱਚੋਂ ਕਿੰਨੇ ਸੰਘਰਸ਼ਾਂ ਤੋਂ ਬਾਅਦ ਲਿਆਂਦਾ ਗਿਆ ਆ। ਤਾਂ ਇਹ ਦੁਬਾਰਾ ਉਹ ਜਿਹੜਾ ਪੰਜਾਬ ਆ ਬੜੀ ਮੁਸ਼ਕਲ ਦੇ ਨਾਲ ਸ਼ਾਂਤਮਈ ਮਾਹੌਲ ਦੇ ਵਿੱਚ ਆਇਆ ਹੋਇਆ ਆ। ਬੜਾ ਲੰਬਾ ਸੰਤਾਪ ਪੰਜਾਬ ਨੇ ਭੋਗਿਆ ਆ ਅੱਤਵਾਦ ਦੇ ਸਮੇਂ ਦੇ ਵਿੱਚ। ਜੀ ਜੀ ਚਲੋ ਲਾਸਟ ਪ੍ਰਸ਼ਨ ਚਾਹਾਂਗਾ, ਤੁਹਾਨੂੰ ਕੀ ਲੱਗਦਾ ਜਿਹੜੇ ਕਿਸਾਨ ਨੇ ਉਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੀ ਕਠਪੁਤਲੀ ਬਣ ਗਏ ਨੇ? ਕਿਉਂਕਿ ਇਹੋ ਜਿਹੇ ਬਿਆਨ ਆਉਂਦੇ ਨੇ ਨਵੇਂ ਸ਼ਹਿਰ ਤੋਂ। ਦੇਖੋ ਬੇਨਤੀ ਏਦਾਂ ਹੈਗੀ ਹੈ ਕਿ ਕਠਪੁਤਲੀ ਤਾਂ ਮੈਂ ਨਹੀਂ ਕਹਾਂਗਾ, ਬੜੇ ਸਿਆਣੇ ਸੋਝੀ ਉੱਥੇ ਜਿਹੜੀਆਂ ਜਥੇਬੰਦੀਆਂ ਚੱਲ ਰਹੀਆਂ ਆ। ਠੀਕ ਹੈ, ਸਮੇਂ ਤੋਂ ਸਮੇਂ ਦੇ ਵਿੱਚ ਕੁਝ ਗਲਤੀਆਂ ਵੀ ਹੋ ਸਕਦੀਆਂ ਤੇ ਉਸ ਚੀਜ਼ ਤੋਂ ਉਹਨੂੰ ਸੁਚੇਤ ਰਹਿਣਾ ਚਾਹੀਦਾ। ਮੈਂ ਕਠਪੁਤਲੀ ਨਹੀਂ ਕਹਾਂਗਾ, 32-33 ਜਥੇਬੰਦੀਆਂ ਆ ਔਰ ਬੜੇ ਸਾਰੇ ਬੁੱਧੀਜੀਵੀ ਕਿਸਾਨ ਉੱਥੇ ਬੈਠੇ ਹੋਏ ਆ, ਆਪਰੇਟ ਕਰ ਰਹੇ ਆ ਔਰ ਅਸੀਂ ਆਪ ਦੇ ਵੱਲੋਂ ਵੀ ਹਰ ਤਰ੍ਹਾਂ ਉਹਨਾਂ ਦੇ ਨਾਲ ਹੈਗੇ ਆ ਜੀ। ਚਲੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਸੰਘਰਸ਼ ਜਿੱਤਾਂਗੇ ਔਰ 100% ਕਾਮਯਾਬੀ ਜੀ। ਚਲੋ ਬਹੁਤ ਸ਼ੁਕਰੀਆ, ਬੜੇ ਅੱਛਾ ਲੱਗੇ ਤੁਹਾਡੇ ਨਾਲ ਜਿਹੜੀ ਗੱਲਾਂ ਬਾਤਾਂ ਕਰਕੇ ਵਿਚਾਰਾਂ ਦੀ ਸਾਂਝ ਪਾ ਕੇ ਜੀ ਬਹੁਤ ਸ਼ੁਕਰੀਆ। ਸੋ ਦੋਸਤੋ ਮੈਂ ਨਾਲ ਦੀ ਨਾਲ ਇੱਕ ਮੈਸੇਜ ਨਵਜੋਤ ਸਿੱਧੂ ਹੁਣ ਦਾ ਪੜ੍ਹ ਰਿਹਾ। ਉਹ ਕਹਿੰਦੇ ਨੇ ਕਿ ਆਈ ਵੈਲਕਮ ਇੰਡੋ ਪਾਕ ਟਾਕਸ ਟੂ ਰਿਜ਼ਿਊਮ ਟ੍ਰੇਡ, ਕਿਉਂਕਿ ਰਾਈਸ ਪੰਜਾਬ ਵਿੱਚ ਜਿਹੜੇ ਆ 3200 ਰੁਪਏ ਦੇ ਭਾਅ ਆ, ਪਾਕਿਸਤਾਨ ਵਿੱਚ 7000 ਹੈ। ਟਮੈਟੋ ਦਾ 20 ਹੈ, ਪਾਕਿਸਤਾਨ 'ਚ 150 ਦਾ। ਵੀਟ ਪੰਜਾਬ ਵਿੱਚ ਇੰਡੀਆ ਵਿੱਚ 1700, ਪਾਕਿਸਤਾਨ ਵਿੱਚ 3800। ਪੀਸ 5 ਉਧਰ 25 ਦੇ, ਇੱਧਰ ਜਿੰਜਰ 22 ਦੀ ਆ ਤੇ 150 ਦੀ ਆ। ਅਗਰ ਵਪਾਰ ਹੁੰਦਾ ਹੈ ਪਾਕਿਸਤਾਨ ਨਾਲ ਤਾਂ ਇਹਦਾ ਫਾਇਦਾ ਕਿਹਨੂੰ ਮਿਲੇਗਾ? ਲਾਹਾ ਕਿਹਨੂੰ ਮਿਲੇਗਾ? ਪੰਜਾਬੀਆਂ ਨੂੰ ਜ਼ਿਆਦਾ ਕਰਕੇ, ਇੰਡੀਅਨਸ ਨੂੰ ਜ਼ਿਆਦਾ ਕਰਕੇ। ਪਰ ਮੋਦੀ ਸਾਹਿਬ ਦੀ ਕੋਸ਼ਿਸ਼ ਇਹੀ ਹੈ ਕਿ ਇਹ ਫਾਇਦਾ ਵੀ ਕਿਹਨੂੰ ਮਿਲ ਜਾਵੇ? ਕਾਰਪੋਰੇਟ ਘਰਾਣਿਆਂ ਦਾ। ਇਹ ਸਿਆਸੀ ਆਗੂ ਕਹਿ ਰਹੇ ਨੇ, ਕਿਉਂਕਿ ਅਗਰ ਪੰਜਾਬ ਵਿੱਚ ਕਾਰਪੋਰੇਟ ਘਰਾਣੇ ਪਕੜ ਮਜ਼ਬੂਤ ਕਰ ਲੈਣਗੇ ਔਰ ਅਗਰ ਜਿਹੜਾ ਪਾਕਿਸਤਾਨ ਨਾਲ ਰਾਬਤਾ ਬਣੇਗਾ, ਰਸਤਾ ਖੁੱਲ੍ਹੇਗਾ, ਤਾਂ ਫਿਰ ਟਰੱਕ ਟਰਾਲੇ ਅੰਬਾਨੀਆਂ ਦੇ ਚੱਲਣਗੇ, ਅਡਾਨੀਆਂ ਦੇ ਚੱਲਣਗੇ, ਪੰਜਾਬੀਆਂ ਦੇ ਨਹੀਂ ਚੱਲਦੇ। ਔਰ ਮੈਂ ਨਾਲ ਦੀ ਨਾਲ 2-4 ਹੋਰ ਕਮੈਂਟ ਵੀ ਜ਼ਰੂਰ ਲੈਣਾ ਚਾਹਾਂਗਾ। ਇੱਕ ਭਾਜਪਾ ਵਿਧਾਇਕ ਅਰੁਣ ਨਾਰੰਗ ਉੱਤੇ ਹਮਲਾ ਕਿਸਾਨਾਂ ਦੇ ਭੇਸ ਵਿੱਚ ਗਏ ਕਾਂਗਰਸੀ ਗੁੰਡਿਆਂ ਨੇ ਕੀਤਾ। ਇਹ ਕਿਸਾਨ ਅੰਦੋਲਨ ਵਿੱਚ ਛੁਪੇ ਮਾਓਵਾਦੀ ਨਾਲ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਅੱਗ ਲਗਾ ਰਹੇ ਨੇ। ਇਹ ਤਰੁਣ ਚੁੰਗ ਦਾ ਬਿਆਨ ਹੈ ਜੀ। ਤਰੁਣ ਚੁੰਗ ਹੱਲੇ ਵੀ ਨਹੀਂ ਮੰਨ ਰਹੇ ਕਿ ਉਹ ਕਿਸਾਨ ਨੇ। ਉਹ ਇਹ ਕਹਿ ਰਹੇ ਨੇ ਕਿ ਉਹ ਕਿਸਾਨਾਂ ਦੀ ਆੜ ਵਿੱਚ ਕਾਂਗਰਸੀ ਪਹੁੰਚੇ ਹੋਏ ਨੇ। ਪਰ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਜੀ ਅਸੀਂ ਇਹ 4 ਸਾਲਾਂ ਦੌਰਾਨ 3047 ਗੈਂਗਸਟਰ ਜਿਹੜੇ ਆ ਪਕੜ ਲਏ ਨੇ, ਗ੍ਰਿਫਤਾਰ ਕੀਤੇ ਨੇ। ਤਾਂ ਇਹ ਪ੍ਰਾਪਤੀ ਹੈ ਜੀ ਕਿ ਕੀ ਹੈ ਕਿ 3047 ਗੈਂਗਸਟਰ ਪੈਦਾ ਕਿੱਥੋਂ ਹੋ ਗਏ ਨੇ? ਆਮ ਪਬਲਿਕ ਇਹ ਵੀ ਸਵਾਲ ਪੁੱਛਦੀ ਹੈ। ਸੋ ਨਾਲ ਦੀ ਨਾਲ ਮੈਂ ਹੋਰ ਵੀ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੂੰਗਾ, ਲੇਕਿਨ ਜਿਹੜੇ ਕਾਲਸ ਮੇਰੇ ਕੋਲ ਨਹੀਂ ਚੱਕੀਆਂ ਗਈਆਂ ਸੀ, ਮੈਂ ਇੱਕ ਵਾਰੀ ਉਹਨਾਂ ਨਾਲ ਟਰਾਈ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ। ਪਰ ਨਾਲ ਦੀ ਨਾਲ ਮੈਂ ਆਮ ਜਨਤਾ ਤੋਂ ਪੁੱਛਣਾ ਚਾਹੁੰਦਾ, ਤੁਸੀਂ ਕਮੈਂਟ ਕਰ ਦਿਓ ਕਿ ਸਿਆਸੀ ਮਾਹੌਲ ਬਣਾ ਕੌਣ ਰਿਹਾ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਆਪਣਾ ਨਾਮ ਦੱਸ ਦਿਓ ਜੀ। ਜੀ ਮੇਰਾ ਨਾਮ ਸੋਹਣ ਸਿੰਘ, ਪਿੰਡ ਗੋਬਿੰਦਪੁਰ। ਜੀ ਜੀ ਸਰ। ਅੱਜ ਵਿਚਾਰ ਚਰਚਾ ਕਰ ਰਹੇ ਹਾਂ
ਕਿ ਜਿਹੜੇ ਅਰੁਣ ਨਾਰੰਗ ਜੀ ਦੇ ਨਾਲ ਜਿਹੜੀ ਕੁੱਟਮਾਰ ਹੋਈ ਹੈ ਉਸ ਨੂੰ ਕਿਸਾਨ ਆਗੂਆਂ ਨੇ ਵੀ ਕਿਹਾ ਕਿ ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਇਹ ਜਿਹੜੀ ਸਬਰ ਦੇ ਨਾਲ ਅਸੀਂ ਹਾਲੇ ਤੱਕ ਲੜਾਈ ਲੜਦੇ ਆਏ, ਅੰਦੋਲਨ ਕਰਦੇ ਆਏ, ਇਹਨੂੰ ਸਬਰ ਨਾਲ ਹੀ ਲੜਾਂਗੇ, ਨੌਜਵਾਨ ਉਤੇਜਿਤ ਨਾ ਹੋਣ। ਪਰ ਜਿਹੜੀ ਬੀਜੇਪੀ ਸਰਕਾਰ ਹੈ ਉਹ ਮੰਦਭਾਗੇ ਬਿਆਨ ਦਿੰਦੀ ਹੈ, ਉਹ ਬੇਇੱਜ਼ਤੀ ਕਰਨ ਵਾਲੇ ਬਿਆਨ ਦਿੰਦੀ ਹੈ, ਜਿਹਦੇ ਕਰਕੇ ਆਮ ਜਨਤਾ ਫਿਰ ਰੋਹ ਵਿੱਚ ਆ ਹੀ ਜਾਂਦੀ ਹੈ, ਬਿਆਨਾਂ ਤੋਂ ਪਬਲਿਕ ਤੰਗ ਹੋ ਹੀ ਜਾਂਦੀ ਹੈ ਜੀ। ਇਹ ਮੇਰੇ ਹਿਸਾਬ ਨਾਲ ਤਾਂ ਜੀ ਜਿਹੜੀ ਬੀਜੇਪੀ ਹੈ ਜਾਂ ਇਹਦੇ ਨੁਮਾਇੰਦੇ ਰੱਖ ਲਈਏ ਜੀ, ਤੇ ਉਹ ਬਿਆਨਬਾਜ਼ੀ ਘੱਟ ਤੇ ਬਕਵਾਸਬਾਜ਼ੀ ਜ਼ਿਆਦਾ ਕਰਦੇ ਤੇ ਬੇਵਜ੍ਹਾ ਲੋਕਾਂ ਨੂੰ ਪ੍ਰਵੋਕ ਕਰਨਾ। ਠੀਕ ਹੈ ਜੀ। ਤੇ ਜੋ ਕੁਝ ਵੀ ਹੋਇਆ ਮਤਲਬ ਠੀਕ ਤੇ ਨਹੀਂ ਕਹਿ ਸਕਦੇ, ਪਰ ਕਾਫੀ ਹੱਦ ਤੱਕ ਇਹਨਾਂ ਨੂੰ ਹਲੂਣਾ ਦੇਣ ਲਈ ਚੰਗਾ ਹੈ। ਜੇ ਲੋਕਾਂ ਦੇ ਵਿੱਚ ਜਾਣਾ, ਕਰੜੇ ਸ਼ਬਦ ਵਰਤ ਰਹੇ ਹੋ ਤੁਸੀਂ, ਕਰੜੇ ਸ਼ਬਦ। ਹਾਂਜੀ, ਕਰੜੇ ਸ਼ਬਦ ਵਰਤ ਰਹੇ ਹੋ। ਹਾਂਜੀ ਹਾਂਜੀ, ਕੋਈ ਚੱਕਰ ਨਹੀਂ। ਤੇ ਇਹਨਾਂ ਨੇ ਕਿਹੜਾ ਘੱਟ ਕੀਤੀ ਹੈ ਜੀ, 300 ਤੋਂ ਉੱਤੇ ਬੰਦੇ ਮਤਲਬ ਮਰ ਗਏ ਨੇ, ਸ਼ਹੀਦ ਹੋ ਗਏ ਨੇ ਜੀ। ਤੇ ਹਾਂਜੀ, ਤੇ ਉਹਨਾਂ ਨੂੰ ਉਸ ਤੋਂ ਵੱਧ ਕਰੜਾ ਤਾਂ ਨਹੀਂ ਕੁਝ ਹੋਣ ਲੱਗਾ ਜੀ, ਜਿਨ੍ਹਾਂ ਦੇ ਪਰਿਵਾਰਾਂ 'ਚ 70 ਵਿਛ ਗਏ ਤੇ ਉਸ ਤੋਂ ਵੱਧ ਕਰੜਾ ਨਹੀਂ ਕੋਈ ਬੋਲ ਸਕਦਾ। ਕੱਲ ਜੇ ਕੁਝ ਹੋਇਆ ਕਿ ਉਹਦੇ ਪਿੱਛੇ ਮੈਂ ਕਿਸੇ ਹੋਰ ਦੀ ਜ਼ਿੰਮੇਵਾਰੀ ਨਹੀਂ, ਮੈਂ ਸੋਚਦਾ ਵੀ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਆ। ਜੋ ਕੁਝ ਲੋਕਾਂ ਨੂੰ ਇਹਨਾਂ ਨੇ ਦਿੱਤਾ ਤੇ ਉਹ ਇਹਨਾਂ ਨੂੰ ਮੁੜ ਕੇ ਆਇਆ ਜੀ। ਇਹ ਸਭ ਕਰਮ। ਮੈਂ ਉਹੀ ਸਵਾਲ ਪੁੱਛਿਆ ਸੀ ਕਿ ਨਫ਼ਰਤ ਫੈਲਾਈ ਕਿਨੇ ਆ ਪਹਿਲਾਂ, ਨਫ਼ਰਤ ਦੀ ਰਾਜਨੀਤੀ ਕਰ ਕੌਣ ਰਿਹਾ ਹੈ? ਜੇ ਤੁਸੀਂ ਕੁਝ ਮੈਨੂੰ ਦਵੋਗੇ, ਦੁਨੀਆ ਗੋਲ ਹੈ ਤੇ ਘੁੰਮ ਕੇ એનર્ਜੀ ਨੇ ਤੁਹਾਨੂੰ ਹੀ ਹਿੱਟ ਕਰਨਾ ਜੀ। ਜੇ ਤੁਸੀਂ ਚੰਗੀਆਂ ਚੀਜ਼ਾਂ ਦੁਨੀਆ ਨੂੰ ਦਵੋਗੇ ਤਾਂ ਚੰਗੀਆਂ ਵਾਪਸ ਆਉਣਗੀਆਂ। ਅੱਛਾ, ਬੀਜੇਪੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜਾ ਹੁਣ ਅਸੀਂ ਵੀ ਕੱਲ ਭਾਰਤ ਬੰਦ ਕਰਾਂਗੇ। ਪਹਿਲਾਂ ਜਦੋਂ ਅਸੀਂ ਕਿਸਾਨ ਭਾਰਤ ਬੰਦ ਕਰਦੇ ਨੇ ਉਦੋਂ ਉਹਨਾਂ ਨੂੰ ਅੰਦੋਲਨ ਜੀਵੀ ਕਿਹਾ ਜਾਂਦਾ ਹੈ, ਉਦੋਂ ਉਹਨਾਂ ਨੂੰ ਨਹੀਂ, ਅੰਦੋਲਨ ਜੀਵੀ ਤਾਂ ਆਪ ਹੀ ਆ ਜੀ। ਇਹਨਾਂ ਦੀ ਆਪਣੀ ਪਾਰਟੀ ਮਤਲਬ ਅੰਦੋਲਨਾਂ ਦੇ ਵਿੱਚੋਂ ਨਿਕਲੀ ਹੋ ਆ। ਤੇ ਇਹ ਮੋਦੀ ਸਾਹਿਬ ਬੰਗਲਾਦੇਸ਼ ਵਿੱਚ ਜਾ ਕੇ ਕਹਿੰਦੇ ਨੇ ਵੀ ਕਿ ਮੈਂ ਅੰਦੋਲਨ ਜੀਵੀ ਆ ਜੀ, ਮੈਂ ਬੰਗਲਾਦੇਸ਼ ਦੀ ਆਜ਼ਾਦੀ ਲਈ ਵੀ ਅੰਦੋਲਨ ਲੜਿਆ, ਮੈਂ ਜੇਲ੍ਹ ਵਿੱਚ ਵੀ ਗਿਆ। ਔਰ ਥੱਲੇ ਲੋਕ ਜਿਹੜੀ ਟਿੱਪਣੀ ਕਰਦੇ ਨੇ ਕੁਝ ਕਹਿੰਦੇ ਆ ਜੀ, ਉਹਨਾਂ ਨੂੰ ਕੀ ਆ, ਉਹਨਾਂ ਨੇ ਤਾਂ ਕਈ ਕੁਝ ਬੋਲਿਆ ਤੇ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਉਹ ਬੀਜੇਪੀ। ਅੱਛਾ ਸੋਹਣ ਸਿੰਘ ਜੀ, ਇੱਕ ਗੱਲ ਦੀ ਤੁਹਾਡੇ ਤੋਂ ਟਿੱਪਣੀ ਚਾਹਾਂਗਾ। ਮੋਦੀ ਸਾਹਿਬ ਕਹਿੰਦੇ ਨੇ ਮੈਂ ਬੰਗਲਾਦੇਸ਼ ਕਰਕੇ ਜੇਲ੍ਹ 'ਚ ਵੀ ਰਿਹਾ, ਚਾਹ ਵੀ ਵੇਚੀ ਆ, ਫਿਰ ਇਹਨਾਂ ਨੇ ਡਿਗਰੀਆਂ ਵੀ ਕੀਤੀਆਂ ਨੇ, ਇਹਨਾਂ ਨੇ ਹੋਰ ਬੜੇ ਸੰਘਰਸ਼ ਕੀਤੇ ਨੇ, ਹਰਿਆਣੇ ਵਿੱਚ ਵੀ ਰਹੇ ਨੇ, ਇਹ ਪੰਜਾਬ ਵਿੱਚ ਵੀ ਰਹੇ ਨੇ ਜਦੋਂ ਦੰਗੇ ਹੋਏ ਨੇ। ਇਹ ਕਿੱਥੇ ਕਿੱਥੇ ਰਹਿ ਚੁੱਕੇ ਨੇ? ਇਹ ਸਰਵ ਵਿਆਪਕ ਬੰਦੇ ਆ ਜੀ, ਇਹ ਕਿਤੇ ਵੀ ਪਹੁੰਚ ਜਾਂਦੇ ਨੇ ਆਪਣੀ ਮਰਜ਼ੀ ਦੇ ਨਾਲ ਜੀ। ਤੇ ਜਿੱਥੇ ਇਹਨਾਂ ਦਾ ਚਿੱਤ ਕਰਦਾ ਤੇ ਇਤਿਹਾਸ ਨੂੰ ਵੀ ਅੱਗੇ ਪਿੱਛੇ ਕਰ ਲੈਂਦੇ ਆ। ਤੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਚਾਹ ਕਿੱਥੇ ਵੇਚੀ ਆ। ਜਿਹੜੇ ਸਟੇਸ਼ਨ ਦੀ ਗੱਲ ਕਰਦੇ ਉਹ ਤੇ ਸਟੇਸ਼ਨ ਵੀ ਹੈ ਨਹੀਂ, ਮੈਨੂੰ ਲੱਗਦਾ ਇੱਕ ਹਾਲਟ ਵਾ, ਇੱਕ ਥੋੜੇ ਜਿਹੇ ਟਾਈਮ ਲਈ ਉੱਥੇ ਗੱਡੀ ਰੁਕਦੀ ਆ ਤੇ ਨਿਕਲ ਜਾਂਦੀ, ਉੱਥੇ ਸਟੇਸ਼ਨ ਨਹੀਂ ਹੈ। ਚਾਹ ਪਤਾ ਨਹੀਂ ਕਿਹਨੂੰ ਬੁਲਾਈ ਇਸ ਬੰਦੇ ਨੇ। ਤੇ ਜਿਹੜਾ ਉਹ ਉਸ ਦਿਨ ਦੀ ਆਪਾਂ ਗੱਲ ਤੇ ਆਈਏ ਮਲੋਟ ਵਾਲੀ ਤੇ, ਤਾਂ ਉਹ ਇਹਨਾਂ ਨੇ ਆਪਣੇ ਜੋ ਇਹਨਾਂ ਨੇ ਬੀਜਿਆ ਤੇ ਉਹ ਵੱਢਿਆ ਗਿਆ। ਤੇ ਬਹੁਤੇ ਲੋਕ ਕਹਿਣਗੇ ਵੀ ਇਹ ਸ਼ਰਾਰਤੀ ਬੰਦੇ ਸੀ ਜਾਂ ਕੁਛ ਵੀ ਸੀ, ਤੇ ਪਰ ਦੇਖਿਆ ਜਾਵੇ ਤਾਂ ਸ਼ਰਾਰਤੀ ਬੰਦੇ ਵੀ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ ਉਹੀ ਵਿੱਚ ਵੜਦੀਆਂ ਨੇ। ਕੋਈ ਸਾਡੇ ਵਰਗਾ ਘਰੋਂ ਉੱਠ ਕੇ ਤਾਂ ਜਾਂਦਾ ਨਹੀਂ। ਪਰ ਆਮ ਜਨਤਾ ਕਹਿੰਦੀ ਹੈ ਕਿ ਛੱਜ ਭਰਿਆ ਤੋਹਾਂ ਦਾ, ਫਿੱਟੇ ਮੂੰਹ ਦੋਹਾਂ ਦਾ। ਨਾ ਅਸੀਂ ਕਾਂਗਰਸ ਦੇ ਨਾਲ ਆ, ਨਾ ਅਸੀਂ ਬੀਜੇਪੀ ਦੇ ਨਾਲ ਆ। ਕਾਂਗਰਸ ਨੇ ਵੀ ਸਾਨੂੰ ਕੁਝ ਨਹੀਂ ਦਿੱਤਾ ਤੇ ਬੀਜੇਪੀ ਨੇ ਵੀ ਕੁਝ ਨਹੀਂ ਦਿੱਤਾ। ਇਹੀ ਜੋ ਕੁਝ ਪਿਛਲੇ 4 ਮਹੀਨਿਆਂ ਤੋਂ ਹੋ ਰਿਹਾ ਜੀ, ਉਹਦੇ ਵਿੱਚ ਇਹੀ ਇੱਕ ਗੱਲ ਚੰਗੀ ਹੋਈ ਆ ਵੀ ਕੁਝ ਕੁ ਲੋਕਾਂ ਨੂੰ ਆਪਣੇ ਥੋੜੇ ਹੱਕ ਸਮਝ ਆ ਗਏ। ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ, ਕਿਉਂਕਿ ਹੱਲੇ ਵੀ ਬਹੁਤੇ ਲੋਕ ਪਾਰਟੀਆਂ ਪਿੱਛੇ ਤੁਰੇ ਫਿਰਦੇ ਆ। ਤੁਸੀਂ ਆਮ ਤੌਰ ਤੇ ਕਮੈਂਟ ਦੇਖ ਲਓਗੇ, ਕੋਈ ਮੇਰੇ ਵਰਗਾ ਬੰਦਾ ਕਿਸਾਨੀ ਦੇ ਹੱਕ 'ਚ ਕੁਝ ਬੋਲ ਦੇਵੇ ਤਾਂ ਥੱਲੇ ਲਾਈਨ ਲੱਗ ਜਾਂਦੀ ਆ, ਲੋਕਾਂ ਨੇ ਮੇਰੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢ, ਜੇ ਕਰ ਉਹ ਚੀਜ਼ਾਂ। ਮੁੜ ਕੇ ਜਦੋਂ ਆਪਾਂ ਮੇਰੇ ਵਰਗਾ ਬੰਦਾ ਕਿਤੇ ਇੱਕ ਲੀਡਰ ਨੂੰ ਦੇਖਦਾ ਹੈ ਤੇ ਉਹ ਮੇਰੇ ਦੇਹ 'ਚ ਘੁੰਮਦੀਆਂ ਨੇ ਤੇ ਉਹ ਫਿਰ ਛਿੱਤਰ ਬਣ ਕੇ ਨਿਕਲਣੀ ਹੈ। ਗੁੱਸਾ ਨਿਕਲਣਾ ਤੁਸੀਂ ਕਹਿ ਰਹੇ ਹੋ? ਹਾਂਜੀ, ਉਹ ਭੜਾਸ ਫਿਰ ਨਿਕਲਣੀ ਹੈ। ਬਿਲਕੁਲ ਜੀ। ਉਹ ਇਹਨਾਂ ਦਾ ਹੀ ਜੋ ਜਾਲ ਵਿਛਾਇਆ ਸੀ ਉਹ 'ਚ ਆਪ ਫਸੇ ਆ, ਇਹ ਕਿਸੇ ਹੋਰ ਨੇ। ਇਹਨਾਂ ਦਾ ਹੀ ਮੱਕੜ ਜਾਲ ਇਹਨਾਂ ਨੂੰ ਭਾਰਾ ਪੈ ਗਿਆ। ਹਾਂਜੀ ਹਾਂਜੀ, ਜਿਵੇਂ ਮੱਕੜੀ ਜਾਲ ਬੁਣ ਕੇ ਆਪ ਫਸ ਜਾਂਦੀ ਆ ਤੇ ਉਹ ਹਾਲ ਇਹਨਾਂ ਦਾ ਹੋਇਆ ਪਿਆ। ਇਹ 'ਚ ਕਿਸੇ ਦਾ ਕੋਈ ਦੋਸ਼ ਨਹੀਂ, ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਕਿਸੇ ਨੇ ਕਰਤਾ ਜੇ ਕਰਤਾ। ਹੁਣ ਤੁਸੀਂ 4 ਮਹੀਨੇ ਕਿਸੇ ਨੂੰ ਇੰਨੇ ਹਜ਼ਾਰਾਂ ਦੇ ਹਿਸਾਬ ਨਾਲ ਬੰਦਿਆਂ ਨੂੰ ਲਟਕਾ ਰੱਖਦੇ ਆ, ਉਹਨਾਂ ਦਾ ਟੱਬਰ ਪਿੱਛੇ ਡੀਕਦਾ, 2 ਬੰਦੇ ਜਾਂਦੇ ਆ ਤੇ 4 ਫੇਰ ਆਉਂਦੇ ਆ, ਫੇਰ ਮਤਲਬ ਇੱਕ ਰੋਟੇਸ਼ਨ ਚੱਲੀ ਜਾਂਦੀ ਹੈ। ਪੂਰੇ ਟੱਬਰ ਨੇ 4 ਮਹੀਨੇ 'ਚ ਇਕੱਠੇ ਬਹਿ ਕੇ ਨਹੀਂ ਦੇਖਿਆ। ਤੇ ਤੁਸੀਂ ਕੀ ਸੋਚਦੇ ਆ ਵੀ ਲੋਕ ਤੁਹਾਨੂੰ ਆਇਆਂ ਨੂੰ ਹਾਰ ਪਾਉਣਗੇ? ਇਹ ਤੁਹਾਨੂੰ ਇਹ ਸੋਚ ਕੇ ਜਨਤਾ ਵਿੱਚ ਜਾਣਾ ਚਾਹੀਦਾ ਵੀ ਇਹ ਜਿਨ੍ਹਾਂ ਵਿੱਚ ਮੈਂ ਚੱਲਿਆ ਉਹਨਾਂ ਲਈ ਮੈਂ ਕੀਤਾ ਕੀ ਹੈ। ਜੀ ਜੀ ਜੀ। ਜੇ ਆਪਾਂ ਉਹਨਾਂ ਨੂੰ ਚੰਗੀਆਂ ਚੀਜ਼ਾਂ ਦਿੱਤੀਆਂ ਹੋਣਗੀਆਂ ਤੇ ਓਬਵੀਅਸਲੀ ਲੋਕ ਹਾਰ ਪਾਉਂਦੇ ਨੇ ਜੀ। ਤੇ ਜੇ ਮਾੜੀਆਂ ਕੀਤੀਆਂ ਹਾਰ ਤਾਂ ਫੇਰ ਵੀ ਪਈ ਜਾਂਦਾ, ਪਰ ਉਹ ਹਾਰ ਫੇ ਕਿਸੇ ਹੋਰ ਚੀਜ਼ ਦਾ ਹੁੰਦਾ ਜੀ। ਉਹ ਤੁਸੀਂ ਦੇਖ ਹੀ ਲਓ। ਅੱਛਾ, ਇਹ ਕਹਿ ਰਹੇ ਨੇ ਕਿ ਜੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ, ਇਹਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ ਤੁਸੀਂ?
ਇਹ ਜਾਇਜ਼ ਨਜਾਇਜ਼ ਦਾ ਫਰਕ ਹੀ ਨਹੀਂ। ਜਦੋਂ ਉਹ ਰਾਸ਼ਟਰਪਤੀ ਵੀ ਤਾਂ ਇਹਨਾਂ ਦਾ ਹੀ ਹੈ ਜੀ, ਹੱਥ ਜੋੜ ਕੇ ਖੜ ਜਾਂਦੇ ਇਹਨਾਂ ਮੂਹਰੇ। ਤੇ ਉਹ ਫਿਰ ਜੇ ਰਾਸ਼ਟਰਪਤੀ ਉਹ ਲਾਗੂ ਕਰਦੇ ਆ ਰਾਜ, ਤੇ ਉਹ ਬੀਜੇਪੀ ਦਾ ਹੀ ਹੋਣਾ ਇਨਡਾਇਰੈਕਟ, ਕਿਉਂਕਿ ਇਸ ਵੇਲੇ ਰਾਸ਼ਟਰਪਤੀ ਉਹਦੇ ਨਾਲ ਕੀ ਕਿਸਾਨਾਂ ਨੂੰ ਤਸੀਹੇ ਦਿੱਤੇ ਜਾਣਗੇ? ਫਿਰ ਬਿਲਕੁਲ ਦਿੱਤੇ ਜਾਣਗੇ। ਜੋ ਇਸ ਵੇਲੇ ਕੀ ਸੀ ਨਵਾ ਜੀ, ਇਹਨਾਂ ਨੇ ਜਿੰਨੀਆਂ ਕਿ ਇਹਨਾਂ ਦੀਆਂ ਨੀਤੀਆਂ ਸੀ ਇਹਨਾਂ ਨੇ ਬਣਾ ਕੇ ਦੇਖ ਲਈਆਂ। ਹੁਣ ਆਖਰੀ ਹੱਥਕੰਡਾ ਹੈਗਾ ਵੀ ਜਿਵੇਂ ਕਿਵੇਂ ਕਰਕੇ ਵਿੱਚ ਆਪਣੇ ਚੰਗੇ ਮਾੜੇ ਬੰਦੇ ਬਾੜ ਦਈਏ, ਤੇ ਮਤਲਬ ਇਸ ਜਿਹੜੇ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕਰਨੀ, ਇੱਕ ਕਹਿ ਲੋ ਵੀ ਇਸ ਅੰਦਾਜ਼। ਅੱਛਾ ਸੋਹਣ ਸਿੰਘ ਜੀ, ਗੱਲ ਸਮਝਾਓ। ਕੱਲ ਤੱਕ ਜਦੋਂ ਕੋਈ ਧਰਨਾ ਲਗਾਉਂਦਾ ਉਹਨੂੰ ਬੀਜੇਪੀ ਸਰਕਾਰ ਮਾੜਾ ਮੰਨਦੀ ਆ, ਅੱਜ ਇਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਜਦੋਂ ਕੋਈ ਮਜਬੂਰ ਹੁੰਦਾ ਆ, ਜਦੋਂ ਕਿਸੇ ਨਾਲ ਤਸ਼ੱਦਦ ਹੁੰਦੀ ਆ, ਜਦੋਂ ਕਿਸੇ ਨਾਲ ਤਰਾਸਦੀ ਹੁੰਦੀ ਆ, ਫਿਰ ਉਹਦੇ ਕੋਲ ਹੱਲ ਕੀ ਬਚਦਾ ਆ? ਉਹਦੇ ਕੋਲ ਧਰਨਾ ਹੀ ਹੱਲ ਬਚਦਾ ਇੱਕ, ਫਿਰ ਉਹ ਡੈਮੋਕ੍ਰੈਟਿਕ ਰਾਈਟ ਬਣ ਜਾਂਦਾ। ਨਹੀਂ, ਜਿੱਦਾਂ ਹੁਣ ਕੋਈ ਬੰਦਾ ਸ਼ਾਂਤ ਬੈਠਣਾ ਚਾਹੁੰਦਾ ਉਹ ਧਰਨੇ ਤੇ ਬੈਠ ਸਕਦਾ, ਪਰ ਹਰ ਇੱਕ ਬੰਦੇ ਦੀ ਇੱਕ ਲਿਮਿਟ ਹੁੰਦੀ ਹੈ ਜੀ ਸ਼ਾਂਤ ਬੈਠਣ ਦੀ। ਤੁਹਾਡੀ ਇੱਕ ਆਪ ਦੀ ਲਿਮਿਟ ਹੋਣੀ ਹੈ, ਤੁਸੀਂ ਕਿਸੇ ਦੀਆਂ ਕਿੰਨੀਆਂ ਕੁ ਗੱਲਾਂ ਸੁਣ ਸਕਦੇ। ਮੇਰੀ ਇੱਕ ਆਪ ਦੀ ਹੋਊਗੀ ਲਿਮਿਟ, ਹੈ ਨਾ। ਤੇ ਹੁਣ ਫਿਰ ਜਿਨ੍ਹਾਂ ਬੰਦਿਆਂ ਦੀ ਲਿਮਿਟ ਥੋੜੀ ਸੀ ਉਹਨਾਂ ਨੇ ਫਿਰ ਪ੍ਰਸ਼ਾਦ ਵੰਡਿਆ ਇਹਨਾਂ ਨੂੰ ਸੋਹਣੇ ਤਰੀਕੇ ਨਾਲ। ਤੇ ਫਿਰ ਕਿਸਾਨਾਂ ਦੀ ਲਿਮਿਟ ਵੱਡੀ ਨਹੀਂ ਹੋਈ? ਉਹਨਾਂ ਦੀ ਵਾਧੂ ਆ ਜੀ। ਤੁਸੀਂ ਦੇਖੋ ਜਿਹੜੀਆਂ ਮੇਨ ਜਥੇਬੰਦੀਆਂ ਨੇ, ਤੁਸੀਂ ਸ਼ਾਇਦ ਲੈਕਚਰ ਇੱਥੇ ਵੀ ਸੁਣੇ ਹੋਣਗੇ ਜਿੱਦਣ ਇੱਥੇ ਭਗਤ ਸਿੰਘ ਜੀ ਦੀ ਸ਼ਹੀਦੀ ਤੇ ਹੋਏ ਸੀ ਕੱਟ ਬੰਗਾ, ਤੇ ਉਦੋਂ ਵੀ ਉਹਨਾਂ ਦੇ ਤੁਸੀਂ ਸੁਣੇ ਹੋਣਗੇ। ਉਹ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਹੁਣ ਤੱਕ ਲੈ ਕੇ ਆਏ ਨੇ, ਤੇ ਗਾਹਾਂ ਵੀ ਲੈ ਕੇ ਜਾਣਗੇ। ਉਹਨਾਂ ਤੇ ਸਾਨੂੰ ਪੂਰਾ ਮਾਣ ਵਾ। ਸੋਹਣ ਸਿੰਘ ਜੀ, ਕਲਾਸ ਚ ਗੱਲ ਕਰਾਂਗਾ, ਉਸ ਤੋਂ ਬਾਅਦ ਕਾਲਰ ਹੋਰ ਬਹੁਤ ਜੁੜਨਾ ਚਾਹੁੰਦੇ ਨੇ। ਕਲਾਸ ਚ ਸਵਾਲ ਪੁੱਛਾਂਗਾ। 26 ਤਰੀਕ ਨੂੰ ਭਾਰਤ ਬੰਦ ਹੁੰਦਾ, ਹਾਂਜੀ, ਪ੍ਰੋਪਰ ਪੀਸਫੁਲੀ ਹੁੰਦਾ ਆ, ਕੋਈ ਮੰਦਭਾਗੀ ਘਟਨਾ ਨਹੀਂ ਵਾਪਰਦੀ, ਹਾਂਜੀ, ਔਰ ਉਸ ਦੇ ਬਾਵਜੂਦ ਵੀ ਫਿਰ ਕਿਸਾਨਾਂ ਨੂੰ ਸ਼ਰਾਰਤੀ ਅਨਸਰ ਕਿਹਾ ਜਾਂਦਾ। ਇਹ ਤੁਸੀਂ ਦੇਖੋ, ਤੁਸੀਂ ਇਸ ਫੀਲਡ ਦੇ ਵਿੱਚ ਵਾ, ਤੁਸੀਂ ਆਪ ਇਸ ਚੀਜ਼ ਨੂੰ ਮੈਜਰ ਕਰਕੇ ਦੇਖੋ ਵੀ ਕੀ ਕੀਤਾ ਕਿਸਾਨਾਂ ਨੇ ਮਾੜਾ ਇੰਨਾ ਕੁ, ਜਿਹੜੇ ਇਹਨਾਂ ਨੂੰ ਇਹ ਇੰਨਾ ਕੁਝ ਬੋਲਦੇ ਆ। ਇਹ ਪ੍ਰਵੋਕ ਕਰਦੇ ਨੇ। ਉਹਨਾਂ ਦੇ ਸਬਰ ਦੀ ਮੈਂ ਕਹਿੰਦਾ ਦਾਤ ਦੇਈਏ, ਤੇ ਆਪਾਂ ਵੀ ਕੁਛ ਸਿੱਖੀਏ ਵੀ ਇੰਨੇ ਕੁ ਸਬਰ ਵਾਲੇ ਹੋ ਜਾਈਏ। ਜਿੰਨਾ ਕੁਛ ਉਹਨਾਂ ਨੇ ਸੁਣਿਆ ਸਹਾਰਿਆ, ਜਿੰਨਾ ਕੁਛ ਸੁਣਿਆ ਸਹਾਰਿਆ, ਉਹ ਲੀਡਰਸ਼ਿਪ ਅੱਤਵਾਦੀ ਕਿਹਾ ਜਾਂਦਾ, ਫਿਰ ਕਿੱਲ ਗੱਡੇ ਜਾਂਦੇ ਆ, ਫਿਰ ਵਿਚਾਰਾ ਸਿੱਟਿਆ ਜਾਂਦੀ ਬਜ਼ੁਰਗਾਂ ਤੇ, ਨਵਰੀਤ ਤੇ ਗੋਲੀ ਮਾਰੀ ਜਾਂਦੀ ਹੈ, ਫਿਰ ਅੱਤਵਾਦੀ ਕਿਹਾ ਜਾਂਦਾ। ਕੋਈ ਮੇਰੀ ਹਿੱਕ 'ਚ ਵੱਜਦਾ ਸਾਹਮਣੇ ਆ ਕੇ, ਉਹ ਅਸੀਂ ਸਹਾਰ ਲੈਣਾ। ਕੋਈ ਮਤਲਬ ਮੇਰੇ ਟੱਬਰ ਨੂੰ ਗਾਲਾਂ ਕੱਢੇ, ਮੇਰੀ ਭੈਣ ਨੂੰ ਮਾੜਾ ਕਹੇ, ਮੇਰੀ ਮਾਂ ਨੂੰ ਜਾਂ ਮੇਰੇ ਭਰਾ ਨੂੰ ਵੀ ਮਾੜਾ ਕਹੇ, ਉਹ ਨਹੀਂ ਸਹਾਰਿਆ ਜਾਂਦਾ ਜੀ। ਪਰ ਗੰਦੀਆਂ ਗਾਲਾਂ ਕੱਢਦਾ ਆਈਟੀ ਸੈੱਲ। ਹਾਂਜੀ, ਬਹੁਤ ਜ਼ਿਆਦਾ ਨਿਹਾਇਤੀ ਮਤਲਬ ਘਟੀਆ ਲੋਕ ਇਹਨਾਂ ਨੇ ਬਿਠਾਲੇ ਨੇ, ਤੇ ਉਹ ਪਤਾ ਨਹੀਂ ਕੀ ਕੁਝ ਕਹਿੰਦੇ ਨੇ। ਤੁਸੀਂ ਮਤਲਬ ਕਦੀ ਉਹ ਗੱਲ ਕਿਤੇ ਕਰ ਵੀ ਨਹੀਂ ਸਕਦੇ। ਕਿਸੇ ਪਰਿਵਾਰ 'ਚ ਕੀ ਤੁਸੀਂ ਜੇ ਦੋਸਤ ਆਪਸ 'ਚ ਬੈਠੇ ਆ ਦੱਸ ਨਹੀਂ ਸਕਦੇ ਭਾਈ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ, ਤੁਸੀਂ ਸਮਰਥਨ ਦੇ ਰਹੇ ਹੋ ਕਿ ਕੱਲ ਜੋ ਹੋਇਆ? ਨਹੀਂ, ਸਮਰਥਨ ਮੈਂ ਏਦਾਂ ਨਹੀਂ ਦਿੰਦਾ। ਮੈਂ ਇਹ ਕਹਿੰਦਾ ਵੀ ਇਹਦੀ ਜ਼ਿੰਮੇਵਾਰ ਬੀਜੇਪੀ ਆਪੋ ਹੈ। ਠੀਕ ਹੈ, ਇਹ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਹਦੀ ਜ਼ਿੰਮੇਵਾਰੀ ਬੀਜੇਪੀ ਪਾਰਟੀ ਦੀ ਹੈ, ਕਿਉਂਕਿ ਉਹਨਾਂ ਨੇ ਜੋ ਬੀਜਿਆ ਉਹੀ ਵੱਢਿਆ। ਹਾਂਜੀ, 4 ਮਹੀਨਿਆਂ ਤੋਂ ਬੰਦਿਆਂ ਨੂੰ ਖਿੱਚਿਆ। ਪਰ ਸੋਹਣ ਸਿੰਘ ਜੀ, ਅਰੁਣ ਨਾਰੰਗ ਨੇ ਇਹੋ ਜਿਹੀ ਕਿਹੜੀ ਗੱਲ ਕਹਿ ਦਿੱਤੀ ਜਿਹੜੀ ਇੰਨੀ ਚੁੱਭ ਗਈ? ਤੇ ਕਿਹੜੀ ਹੈ ਜੀ ਜਿਹੜੀ ਮਤਲਬ ਇਹਨਾਂ ਦੇ ਜ਼ਖਮਾਂ ਤੇ ਮੱਲਮ ਲਾਉਂਦੀ, ਸਾਰੀਆਂ ਲੋਨ ਲਾਉਣ ਵਾਲੀਆਂ ਗੱਲਾਂ ਕੀਤੀਆਂ। ਸਹੀ ਹੈ ਜੀ। ਚਲੋ ਬਹੁਤ ਸ਼ੁਕਰੀਆ ਜੀ। ਹੋਰ ਵੀ ਸਾਡੇ ਪਰਿਵਾਰਕ ਮੈਂਬਰ ਜੁੜਨਾ ਚਾਹੁੰਦੇ ਨੇ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਵਿਚਾਰਾਂ ਨੂੰ ਸਾਂਝ ਪਾ ਕੇ। ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਪੂਰੀ ਗੱਲਬਾਤ ਸੁਣ ਲਈ ਹੈ ਜੀ। ਵਿੱਚ ਹੋਰ ਬਹੁਤ ਕਾਲਸ ਆਈਆਂ ਨੇ, ਮੈਂ ਸਾਰਿਆਂ ਨੂੰ ਇੱਕ ਵਾਰੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਔਰ ਕਈ ਵੇਲੇ ਇੱਦਾਂ ਵੀ ਹੋ ਜਾਂਦਾ ਕਿ ਸਾਨੂੰ ਕੋਈ ਆਪਣੇ ਪਰਸਨਲ ਕੰਮ ਲਈ ਵੀ ਕਾਲ ਕਰ ਦਿੰਦਾ, ਅਗਰ ਹੋਇਆ ਤਾਂ ਆਪਾਂ ਉਹਨਾਂ ਨੂੰ ਵੀ ਟੈਕਲ ਕਰਨ ਦੀ ਕੋਸ਼ਿਸ਼ ਕਰਾਂਗੇ। ਬਟ ਤੁਸੀਂ ਜਿਹੜੀ ਗੱਲਬਾਤ ਸੁਣੀ ਹੈ ਉਹਦੇ ਵਿੱਚ ਇਹੀ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿਵੇਂ ਇਹਨਾਂ ਨੇ ਕਿਹਾ ਕਿ ਜੋ ਬੀਜਿਆ ਹੈ ਬੀਜੇਪੀ ਪਾਰਟੀ ਨੇ, ਉਹਨਾਂ ਨੇ ਉਹੀ ਵੱਢਿਆ। ਔਰ ਵਿਚਲੀ ਗੱਲ ਇਹ ਹੈ ਕਿ ਜਿਵੇਂ ਤੁਹਾਨੂੰ ਪਤਾ, ਅਰਵਿੰਦ ਕੇਜਰੀਵਾਲ ਤੋਂ ਵੀ ਜਿਹੜੀਆਂ ਤਾਕਤਾਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਪਾਰਟੀ। ਅਗਰ ਇਸੇ ਤਰੀਕੇ ਪੰਜਾਬ ਤੋਂ ਵੀ ਇਹ ਤਾਕਤਾਂ ਖੋਲੀਆਂ ਤਾਂ ਬਣੇਗਾ ਕੀ? ਹੈਲੋ ਸਰ। ਹੈਲੋ ਸੋਰੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ, ਆਪਣਾ ਨਾਮ ਦੱਸ ਦਿਓ ਜੀ ਪਲੀਜ਼, ਤੇ ਤੁਹਾਨੂੰ ਸਾਰੀ ਜਨਤਾ ਸੁਣ ਪਾ ਰਹੀ ਹੈ। ਮੈਂ ਬੇਦੀ ਮੀਰਪੁਰੀ ਗੱਲ ਕਰ ਰਿਹਾ ਸਰ ਜੀ। ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਜੀ। ਅੱਜ ਦਾ ਤੁਸੀਂ ਵਿਸ਼ਾ ਜਿਹੜਾ ਸੁਣ ਲਿਆ ਹੋਣਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਜੀ। ਜੀ ਸਰ, ਜੋ ਕੱਲ ਹੋਇਆ ਤਾਂ ਮੰਦਭਾਗਾ ਆ ਜੀ, ਕਿਉਂਕਿ ਇਸ ਦੇਸ਼ ਦੇ ਜੀ ਉਹ ਹੈਗਾ ਆ ਸਿਸਟਮ। ਜੀ, ਲੋਕਾਂ ਨੂੰ ਆਪਣਾ ਜਿਹੜਾ ਵਿਰੋਧ ਦਰਜ ਕਰਨ ਦਾ ਹੱਕ ਹੈਗਾ ਆ, ਬਟ ਡੈਮੋਕ੍ਰੈਟਿਕ ਰਾਈਟ ਦੇ ਨਾਲ ਨਾ ਜੀ, ਕਿਉਂਕਿ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ, ਵੈਸੇ ਇਹਨਾਂ ਦੇ ਵਾਪਰਨ ਦੇ ਪਿੱਛੇ ਵੀ ਲੋਕ ਭਰੋਸੇ ਹੁੰਦਾ ਹੈ, ਜਿਹੜਾ ਸਰਕਾਰਾਂ ਦੀਆਂ
ਉਹ ਜਿਹੜੀਆਂ ਗਲਤ ਨੀਤੀਆਂ ਦੀ ਵਜ੍ਹਾ ਨਾਲ ਇਹ ਪੈਦਾ ਹੁੰਦਾ ਹੈ ਨਾ। ਜੀ ਜੀ। ਕਿਸਾਨਾਂ ਦਾ ਕਿਤੇ ਨਾ ਕਿਤੇ ਜਿਹੜਾ ਸਬਰ ਹੁਣ ਟੁੱਟਦਾ ਜਾ ਰਿਹਾ, ਪਰ ਟੁੱਟਣਾ ਨਹੀਂ ਚਾਹੀਦਾ, ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਬੈਠੇ ਆ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਾ ਕੇ। ਪਹਿਲਾਂ ਮੀਟਿੰਗਾਂ ਦਾ ਦੌਰ ਚੱਲਿਆ, ਸਾਰਾ ਕੁਝ ਹੋਇਆ, ਸਾਨੂੰ ਵੀ ਹੋਪ ਸੀਗੀ ਕਿ ਚਲੋ ਸ਼ਾਇਦ ਗੱਲ ਕਿਸੇ ਕੰਢੇ ਲੱਗ ਜਵੇ, ਪਰ ਉਸ ਤੋਂ ਬਾਅਦ 26 ਦੀ ਘਟਨਾ ਤੋਂ ਬਾਅਦ ਲਗਾਤਾਰ ਇੱਕ ਬਣਿਆ ਸੀਗਾ ਮਤਲਬ ਕਿ ਰੁਕੀ ਹੋਈ ਸੀ ਗੱਲਬਾਤ ਤੇ ਦੋਨਾਂ ਪੱਖਾਂ ਤੋਂ। ਤੇ ਪਰ ਇਹ ਜੋ ਵਾਪਰੀ ਹੈ ਘਟਨਾ ਉਹ ਮੰਦਭਾਗੀ ਹੈ, ਪਰ ਉਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਸੱਤਾ ਤੇ ਰਿਹਾ ਉਹੀ ਜ਼ਿੰਮੇਵਾਰ ਆ। ਲੋਕਾਂ ਦਾ ਜਿਹੜਾ ਰੋਸ ਸੀਗਾ ਉਹ ਕੱਲ ਫੁੱਟਿਆ, ਪਰ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਮਤਲਬ ਕਿਸਾਨ ਅੰਦੋਲਨ ਦੇ ਖਿਲਾਫ ਲੋਕ ਬੋਲਦੇ ਸੀਗੇ ਨਾ, ਉਹਨਾਂ ਨੂੰ ਵੀ ਕਹਿਣ ਦਾ ਮੌਕਾ ਮਿਲ ਗਿਆ। ਮੈਂ ਇੱਕ ਕਮੈਂਟ ਪੜ੍ਹ ਰਿਹਾ ਸੀ ਵਿੱਚ, ਉਹ ਕਹਿ ਰਹੇ ਨੇ, ਕਹਿੰਦੇ ਜੀ ਕਿ ਬੀਜੇਪੀ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਨੇ ਕਿ ਫਿਰ ਕੀ ਹੋਇਆ, ਦਿੱਲੀ ਵਿੱਚ ਕਿਸਾਨ ਮਰ ਗਏ, ਉਹਨਾਂ ਦੀ ਡੈਥਸ ਹੋ ਗਈਆਂ, ਜਿੰਨੇ ਕੁ ਲੋਕ ਉੱਥੇ ਮਰੇ ਨੇ ਉਹਨੇ ਤਾਂ ਲੋਕ ਆਮ ਮਰ ਜਾਂਦੇ ਨੇ, ਤਾਂ ਥੱਲੇ ਕਿਸੇ ਕਿਸਾਨ ਨੇ ਪਿਆ ਕਿ ਫਿਰ ਜਿੰਨੀ ਕੁੱਟ ਪਈ ਹੈ ਇੰਨੀ ਤਾਂ ਆਮ ਪੈ ਜਾਂਦੀ ਹੈ। ਬਿਲਕੁਲ ਬਿਲਕੁਲ, ਬਟ ਉਹ ਚਲੋ ਹਰ ਇੱਕ ਦੀ ਆਪੋ ਆਪਣੇ ਵਿਚਾਰ ਆ ਜੀ। ਨਗਨ ਕੀਤਾ ਗਿਆ ਬੰਦੇ ਨੂੰ ਕਿਤੇ ਨਾ ਕਿਤੇ ਮੰਦ, ਹਾਂ ਉਹ ਚੀਜ਼ ਗਲਤ ਹੈ। ਹਾਂ ਬਿਲਕੁਲ। ਗੱਡੀ ਤੇ ਕਾਲਕ ਪੋਤਣੀ ਤੱਕ ਚਲੋ ਅਸੀਂ ਮੰਨ ਲੈਨੇ ਆ, ਪਰ ਕਿਸੇ ਦੇ ਨਾਲੇ ਇਹੋ ਵਿਵਹਾਰ ਕਰਨਾ, ਨੰਗਾ ਕਰ ਦੇਣਾ, ਨੰਗੇ ਧੜ ਭਜਾਉਣਾ, ਇਹ ਗੱਲ ਗਲਤ ਹੈ। ਲੇਕਿਨ ਉਹਦੇ ਤੇ ਵੀ ਜਿਹੜੇ ਅਰੁਣ ਨਾਰੰਗ ਨੇ ਉਹਦੇ ਤੇ ਵੀ ਜਿਹੜਾ ਆਪਣਾ ਖਦਸ਼ਾ ਆ ਪੰਜਾਬ ਪੁਲਿਸ ਨਾਲ ਕੱਢ ਰਹੇ ਨੇ, ਉਹ ਕਹਿੰਦੇ ਨੇ ਕਿ ਐਸਪੀ ਮੇਰੇ ਨਾਲ ਸੀ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਨੂੰ ਉਹਨਾਂ ਨੇ ਕਿਹਾ ਕਿ ਚਲੋ ਚੱਲਦੇ ਆ। ਮੈਂ ਕਿਹਾ ਸੀ 2-3 ਘੰਟੇ ਬਹਿ ਸਕਦੇ ਆ। ਕਿਸਾਨ ਜਥੇਬੰਦੀਆਂ ਵੀ ਇਹ ਕਹਿੰਦੇ ਨੇ ਤੁਸੀਂ 3-4 ਘੰਟੇ ਘਰਾਓ ਕਰ ਲੈਂਦੇ, ਅੰਦਰ ਡੱਕੀ ਰੱਖਦੇ, ਠੀਕ ਸੀ, ਪਰ ਕੁੱਟਣਾ ਔਰ ਉਸ ਤੋਂ ਬਾਅਦ ਨੰਗਾ ਕਰ ਦੇਣਾ ਇਹ ਚੀਜ਼ ਮੰਦਭਾਗੀ ਹੈ, ਇਹਦੀ ਨਿਖੇਧੀ ਕਰਦੇ ਨੇ। ਇਹ ਬਿਲਕੁਲ ਮੰਦਭਾਗੀ ਹੈ, ਪਰ ਇਹਦੇ ਨਾਲ ਚੱਕਰ ਇਹ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਬੈਠੀ ਆ, ਜਿਹਦੇ ਕੰਮ ਤੇ ਜੂੰ ਨਹੀਂ ਰਹੇਗੀ ਜੀ, ਉਹਨੂੰ ਵੀ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਇਹ ਕਾਰਕੁਨਾਂ ਨੂੰ ਸਾਰਾ ਕੁਝ ਭੁਗਤਣਾ ਪੈ ਰਿਹਾ ਹੈ। ਇੱਕ ਦੇਖੋ ਜਿਹੜਾ ਐਮਐਲਏ ਹੁੰਦਾ ਉਹ ਲੋਕਾਂ ਦਾ ਚੁਣਿਆ ਹੁੰਦਾ ਨੁਮਾਇੰਦਾ ਹੁੰਦਾ ਹੈ, ਤੇ ਲੋਕ ਜਦੋਂ ਉੱਤੇ ਵੀ ਮਤਲਬ ਅਟੈਕ ਕਰ ਰਹੇ ਆ, ਇਸ ਤਰੀਕੇ ਨਾਲ ਬਿਹੇਵ ਕਰ ਰਹੇ ਆ, ਤਾਂ ਉਹ ਸੱਤਾ ਧਿਰ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਪਊਗਾ ਕਿ ਹੁਣ ਲੋਕ ਜਿਹੜਾ ਰੋਹ ਆ ਉਹ ਵੱਧਦਾ ਜਾ ਰਿਹਾ, ਇਸ ਤੋਂ ਪਹਿਲਾਂ ਕਿ ਇਹ ਕਿਸੇ ਹੋਰ ਪਾਸੇ ਨੂੰ ਮੋੜ ਕੱਟੇ। ਇਹ ਰੋਹ ਦਾ ਮੀਂਹ ਪੈ ਰਿਹਾ, ਰੋਹ ਦਾ ਮੀਂਹ, ਰਸਤਾ ਖੋਲਣਾ ਚਾਹੀਦਾ ਭਾਈ, ਰੋਹ ਦੀ ਬਾਰਿਸ਼ ਹੋ ਰਹੀ ਹੈ। ਜੀ ਜੀ, ਮੈਂ ਕਿਹਾ ਰੋਹ ਦਾ ਮੀਂਹ ਪੈ ਰਿਹਾ ਜੀ ਇਹ। ਹਾਂ ਬਿਲਕੁਲ ਬਿਲਕੁਲ, ਕਿਉਂਕਿ ਕਈ ਵਾਰ ਜਦੋਂ ਹੁਣ ਕਾਫੀ ਭੀੜ ਹੁੰਦੀ ਉਹਦੇ ਵਿੱਚ ਕਈ ਤਰ੍ਹਾਂ ਦੇ ਕਈ ਵਾਰ ਜਜ਼ਬਾਤੀ ਵੀ ਜਿਹੜੇ ਬੇਦੀ ਸਾਹਿਬ ਇੱਕ ਲਾਸਟ ਸਵਾਲ ਲਵਾਂਗਾ, ਵਿੱਚ ਹੋਰ ਬੜੇ ਪ੍ਰਸ਼ਨ ਆ ਰਹੇ ਨੇ। 307 ਦੇ ਪਰਚੇ ਹੋਏ ਨੇ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਇਹ ਤਾਂ ਹੁਣ ਦੇਖੋ ਇਹ ਤਾਂ ਕਾਨੂੰਨ ਦਾ ਇਹ ਤਾਂ ਹੈਗਾ ਮਸਲਾ, ਇਹਦੇ ਵਿੱਚ ਤਾਂ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ, ਬਟ ਜੋ ਹੋਇਆ ਮੰਦਭਾਗਾ ਹੋਇਆ, ਪਰ ਉਹਦੇ ਤੇ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਇੱਕ ਢੀਠਤਾਈ ਕਹਿ ਸਕਦੇ ਹੋ। ਕਿਹੜੀ ਸਰਕਾਰ ਦੀ? ਬੀਜੇਪੀ ਸਰਕਾਰ ਦੀ ਕਿ ਕਾਂਗਰਸ ਸਰਕਾਰ ਦੀ? ਕਿਹੜੀ ਸਰਕਾਰ ਦੀ ਢੀਠਤਾਈ ਹੈ, ਬੀਜੇਪੀ ਸਰਕਾਰ ਦੀ ਕਿ ਕਾਂਗਰਸ ਸਰਕਾਰ ਦੀ? ਹਾਂ ਬੀਜੇਪੀ ਸਰਕਾਰ ਦੀ ਹੈ ਸਰ, ਉਹਨਾਂ ਵੱਲੋਂ ਕੋਈ ਮਤਲਬ ਨਹੀਂ ਹਜੇ ਰਸਤਾ ਖੋਲਿਆ ਜਾ ਰਿਹਾ, ਕਿਉਂਕਿ ਉਹਨਾਂ ਨੇ ਹੀ ਤਾਂ ਸਾਰਾ ਕੁਝ ਕਰਨਾ ਹੈ। ਸੱਤਾ ਧਿਰ ਦੇ ਖਿਲਾਫ ਵੀ ਲੋਕਾਂ ਦਾ ਗੁੱਸਾ ਭੁਗਤਾ ਹੁੰਦਾ, ਪਰ ਉਹ ਕਿਤੇ ਨਾ ਕਿਤੇ ਕੱਲ ਆਊਟ ਆਫ ਕੰਟਰੋਲ ਕਹਿ ਸਕਦੇ ਆਪਾਂ ਜੀ। ਚਲੋ ਬਹੁਤ ਸ਼ੁਕਰੀਆ ਬੇਦੀ ਜੀ, ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ, ਬਹੁਤ ਮਿਹਰਬਾਨੀ। ਥੈਂਕ ਯੂ। ਮੈਂ ਨਾਲ ਦੀ ਨਾਲ ਕਮੈਂਟ ਵੀ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਜੀ, ਕਿਉਂਕਿ ਜਿਹੜੇ ਕਮੈਂਟਸ ਨੇ ਉਹ ਵੀ ਪੜ੍ਹਨੇ ਬਹੁਤ ਜ਼ਰੂਰੀ ਨੇ, ਪਰ ਤੁਸੀਂ ਫਿਰ ਤੋਂ ਬਾਰ ਦੀ ਵਾਰ ਇਹੀ ਸੁਣ ਰਹੇ ਹੋ ਕਿ ਆਮ ਜਨਤਾ ਇਹੀ ਕਹਿ ਰਹੀ ਹੈ ਕਿ ਇਹਦੇ ਵਿੱਚ ਕਸੂਰਵਾਰ ਬੀਜੇਪੀ ਪਾਰਟੀ ਹੈ, ਕਿਉਂਕਿ ਬੀਜੇਪੀ ਪਾਰਟੀ ਕਿਸਾਨਾਂ ਲਈ ਕੁਝ ਨਹੀਂ ਕਰ ਰਹੀ, ਕੁਝ ਸੋਚ ਨਹੀਂ ਰਹੀ। ਇਹ ਵਿਰੋਧ ਉਹਨਾਂ ਨੂੰ ਸਹਿਣਾ ਪੈ ਰਿਹਾ ਹੈ ਔਰ ਇਹਦਾ ਕਾਰਨ ਬੀਜੇਪੀ ਪਾਰਟੀ ਖੁਦ ਆਪ ਹੈ। ਮੈਂ ਕਮੈਂਟ ਲੈਣ ਦੀ ਕੋਸ਼ਿਸ਼ ਕਰਦਾ। ਗੁਰਤੇਗ ਥਿੰਦ ਕਹਿ ਰਹੇ ਨੇ ਜਿਹੜਾ 300 ਕਿਸਾਨ ਮਰ ਗਿਆ ਉਹਦਾ ਕੋਈ ਦੁੱਖ ਨਹੀਂ, ਇਹਨਾਂ ਨੇ ਵਿਰੋਧ ਆਪ ਵਧਾਇਆ, ਇਹਨਾਂ ਨੇ ਤੰਗ ਪਰੇਸ਼ਾਨੀ ਕੀਤਾ। ਇੱਕ ਕਾਲਰ ਕਾਲ ਕਰ ਰਹੇ ਨੇ। हेलो जी मैम जी सूरी साहब नमस्कार जी, शुभ सैनी गल कर रही हूं जी मैम। ਤੁਹਾਨੂੰ ਪੂਰਾ ਨਵਾਂ ਸ਼ਹਿਰ ਸੁਣ ਰਿਹਾ, ਪੂਰਾ ਪੰਜਾਬ ਸੁਣ ਰਿਹਾ, ਆਪਣਾ ਪੁਆਇੰਟ ਆਫ ਵਿਊ ਰੱਖ ਸਕਦੇ ਹੋ ਤੁਸੀਂ। सूरी साहब सਭ ਤੋਂ ਪਹਿਲਾਂ ਕਿ ਜਿਹੜੀ ਕੱਲ ਐਮਐਲਏ ਨਾਰੰਗ ਦੀ ਸਰਵਿਸ ਹੋਈ ਹੈ, ਮੈਂ ਤੁਹਾਨੂੰ ਸਰਵਿਸ ਹੀ ਕਹੂੰਗੀ ਜੀ। ਇਹ ਕੋਈ ਮੰਦਭਾਗੀ ਘਟਨਾ ਤਾਂ ਕਹਿ ਨਹੀਂ ਸਕਦੇ, ਪਰ ਬੀਜੇਪੀ ਪਾਰਟੀ ਦੇ ਮੈਂ ਤੁਹਾਨੂੰ ਟੋਕਦਾ, ਬੀਜੇਪੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਨਵਾਂ ਸ਼ਹਿਰ ਤੋਂ ਕਹਿ ਰਹੇ ਨੇ ਇਹ ਬਹੁਤ ਮੰਦਭਾਗੀ ਚੀਜ਼ ਹੈ, ਕਿਉਂਕਿ ਉੱਥੇ ਧੀਆਂ ਭੈਣਾਂ ਵੀ ਸੀਗੀਆਂ। ਨਹੀਂ ਜੇ ਧੀਆਂ ਭੈਣਾਂ ਸੀਗੀਆਂ, ਮੇਰਾ ਅੱਜ ਮੈਂ ਉਹ ਜਿਹਨੇ ਲੀਡਰ ਨੇ ਇਹ ਗੱਲ ਕਹੀ ਆ, ਮੈਂ ਖੁਦ ਉਹਨਾਂ ਦਾ, ਮੇਰੀ ਉਸ ਤੋਂ ਬਾਅਦ ਮੀਡੀਆ ਨਾਲ ਵੀ ਗੱਲ ਹੋਈ ਸੀ, ਪ੍ਰੈਸ ਪੱਤਰਕਾਰਾਂ ਵੀਰਾਂ ਨਾਲ, ਜਿਨ੍ਹਾਂ ਨੇ ਪੂਨਮ ਮਾਨਿਕ ਨੇ ਗੱਲ ਕਹੀ ਹੈ। ਪੂਨਮ ਮਾਨਿਕ ਨੇ ਗੱਲ ਕਹੀ ਆ, ਤੇ ਪੂਨਮ ਮਾਨਿਕ ਨੂੰ ਅੱਜ ਮੈਂ ਇੱਕ ਜਵਾਬ ਦਿੰਨੀ ਆ ਕਿ ਪੂਨਮ ਮਾਨਿਕ ਨੂੰ ਅੱਜ ਤਾਂ ਇਹ ਦਿਖ ਗਿਆ ਕਿ ਇਹ ਮੰਦਭਾਗੀ ਘਟਨਾ ਆ। ਜਿਸ ਦਿਨ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਾਡਾ ਕਾਜਨਪੁਰ ਵਾਲਾ ਵੀਰ ਜਿਹੜਾ ਅੱਜ ਪਿਛਲੇ ਹਫਤੇ ਹੀ ਛੁੱਟ ਕੇ ਆਇਆ ਆ, ਜਦੋਂ ਉਹਨੂੰ
ਕੇਸਾਂ ਤੋਂ ਫੜ ਕੇ ਘੜੀਸਿਆ ਗਿਆ ਸੀਗਾ। ਸਾਡੀਆਂ ਬੀਬੀਆਂ ਭੈਣਾਂ ਦੇ ਟੈਂਟ ਦੇ ਵਿੱਚ ਜਾ ਕੇ ਬੀਜੇਪੀ ਦੇ ਗੁੰਡਿਆਂ ਨੇ, ਆਰਐਸ ਦੇ ਗੁੰਡਿਆਂ ਨੇ ਹਮਲਾ ਕੀਤਾ ਸੀਗਾ। ਸਾਡੇ ਬੱਚਿਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਨੰਗਾ ਕਰਕੇ ਕੁੱਟਿਆ ਗਿਆ ਸੀ। ਉਹ ਮੰਦਭਾਗੀ ਘਟਨਾ ਨਹੀਂ ਸੀ? ਅੱਜ ਐਮਐਲਏ ਦੀ ਸਰਵਿਸ ਹੋ ਗਈ ਤੇ ਨਾਲੇ ਮੰਦਭਾਗੀ ਘਟਨਾ ਆ। ਉਸ ਦਿਨ ਪੂਨਮ ਮਾਨਿਕ ਨੇ ਬਿਆਨ ਕਿਉਂ ਨਹੀਂ ਦਿੱਤਾ? ਪੂਨਮ ਮਾਨਿਕ ਨੇ ਰਿਜ਼ਾਈਨ ਕਿਉਂ ਨਹੀਂ ਦਿੱਤਾ? ਕਿ ਉਹ ਪੰਜਾਬੀ ਮੇਰੇ ਭਰਾ ਆ, ਮੇਰੇ ਕਿਸਾਨ ਵੀਰ ਆ ਜਿਹੜੇ ਦਿੱਲੀ ਦੀਆਂ ਸੜਕਾਂ ਤੇ ਬੈਠੇ ਆ। ਉਸ ਦਿਨ ਪੂਨਮ ਮਾਨਿਕ ਕਿਉਂ ਨਹੀਂ ਬੋਲੀ? ਅੱਜ ਉਹ ਆਪਣੇ 10 ਨੁਮਾਇੰਦੇ ਲਿਜਾ ਕੇ ਕਹਿ ਰਹੀ ਹੈ, ਮੈਂ ਵੀ ਵੀਡੀਓ ਦੇਖੀ ਹੈ, 10ਵੇਂ ਤੋਂ ਵੱਧ 11ਵਾਂ ਬੰਦਾ ਨਹੀਂ ਸੀ ਉਹਨਾਂ ਦੇ ਨਾਲ ਸ਼ਹਿਰ ਦਾ ਤੁਰਿਆ। ਕਿਉਂ ਨਹੀਂ ਉਸ ਦਿਨ ਪੂਨਮ ਮਾਨਿਕ ਨੇ ਕਿਹਾ ਕਿ ਬੀਜੇਪੀ ਆਪਣੇ ਉਹ ਜ਼ਿਲ੍ਹਾ ਪ੍ਰਧਾਨ ਆ, ਆਪਣੇ ਕੀ ਲੱਗਦਾ 10 ਤੋਂ ਵੱਧ ਬੰਦੇ ਨਹੀਂ ਆਏ, ਔਰ ਜਿਹੜੇ ਆਏ ਨੇ ਉਹ ਵੀ ਕਹਿ ਰਹੇ ਨੇ ਕਿ ਮੋਦੀ ਦੇ ਦੁਸ਼ਮਣ ਮੁਰਦਾਬਾਦ। ਹਾਲਾਂਕਿ ਕਿਸਾਨ ਕਹਿੰਦੇ ਹੁੰਦੇ ਨੇ ਮਨੁੱਖਤਾ ਦੇ ਵਿਰੋਧੀ ਮੁਰਦਾਬਾਦ, ਇਹ ਕਹਿੰਦੇ ਨੇ ਮੋਦੀ ਦੇ ਦੁਸ਼ਮਣ ਮੁਰਦਾਬਾਦ। ਨਹੀਂ, ਹੁਣ ਇਹਨਾਂ ਨੇ ਤਾਂ ਬਸ ਇੱਕੋ ਹੀ ਮਤਲਬ ਰੱਟ ਲਗਾ ਲਈ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਲੀਡਰ ਬਚ ਗਿਆ ਆ। ਮੈਨੂੰ ਮਾਨਨੀय ਪ੍ਰਧਾਨ ਮੰਤਰੀ ਕਹਿਣਾ ਪਊਗਾ ਕਿਉਂਕਿ ਮੇਰੀ ਆਵਾਜ਼ ਪੂਰਾ ਸ਼ਾਇਦ ਜ਼ਿਲ੍ਹਾ ਜਾਂ ਪੰਜਾਬ ਸੁਣ ਰਿਹਾ ਆ ਤੇ ਮੈਂ ਇੱਕ ਬਰਾਦਰੀ ਦੀ ਨੁਮਾਇੰਦਗੀ ਕਰਦੀ ਆ। ਮੈਂ ਮਾਨਨੀय ਪ੍ਰਧਾਨ ਮੰਤਰੀ ਇਸ ਲਈ ਕਹੂੰਗੀ ਕਿਉਂਕਿ ਉਹ ਇੱਕ ਮਤਲਬ ਇੱਜ਼ਤਦਾਰ ਪੋਸਟ ਤੇ ਬੈਠੇ ਹੋਏ ਆ। ਪਰ ਮੋਦੀ ਦੇ ਦੁਸ਼ਮਣ ਮੁਰਦਾਬਾਦ ਇਹਨਾਂ ਨੇ ਪੂਰੀ ਡੈਮੋਕ੍ਰੇਸੀ ਨੂੰ ਇੱਕ ਇਨਸਾਨ ਦੇ ਉੱਤੇ, ਇੱਕ ਨਰਿੰਦਰ ਮੋਦੀ ਨਾਮ ਦੇ ਇਨਸਾਨ ਦੇ ਉੱਤੇ ਲਿਆ ਕੇ ਟਿਕਾ ਦਿੱਤਾ ਆ। ਕੀ ਗੱਲ, ਇੱਕ ਉਹੀ ਇਨਸਾਨ ਨੂੰ ਸੁਣਿਆ ਜਾਊਗਾ? ਬਾਕੀ ਦੇਸ਼ ਦੇ ਲੋਕ, ਬਾਕੀ ਦੇਸ਼ ਦੇ ਨੇਤਾ ਜਾਂ ਜੋ ਬੁੱਧੀਜੀਵੀ ਉਹ ਬੇਵਕੂਫ ਆ ਜਿਨ੍ਹਾਂ ਨੂੰ ਕੋਈ ਸੁਣਦਾ ਨਹੀਂ ਆ। ਔਰ ਇਹਨਾਂ ਨੇ ਇੱਕੋ ਹੀ ਨਾਰਾ ਲਾਇਆ ਹੋਇਆ, ਮੋਦੀ ਦੇ ਦੁਸ਼ਮਣ ਮੁਰਦਾਬਾਦ। ਕਿਉਂ? ਮੋਦੀ ਦੇ ਦੁਸ਼ਮਣ ਕੌਣ ਆ? ਅਸੀਂ ਕਿਸਾਨ ਆ। ਮੋਦੀ ਦੇ ਦੁਸ਼ਮਣ ਮੁਰਦਾਬਾਦ ਵੀ ਆ ਤੇ ਇਹ ਵੀ ਕਿਹਾ ਜਾਂਦਾ ਕਿ ਚੱਕ ਦੇਾਂਗੇ, ਧੌਣ ਤੇ ਗੋਡਾ ਰੱਖ ਦੇਾਂਗੇ, ਇਹ ਵੀ ਕਿਹਾ ਜਾਂਦਾ ਹੈ। ਚਲੋ ਉਹ ਤਾਂ ਕੋਈ ਗੱਲ ਨਹੀਂ, ਧੌਣ ਤੇ ਗੋਡਾ ਰੱਖ ਦੇਾਂਗੇ, ਉਹ ਤਾਂ 24 ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਾਊਗਾ। ਮੈਨੂੰ ਲੱਗਦਾ ਇਹਨਾਂ ਨੂੰ ਪੱਛਮੀ ਬੰਗਾਲ ਦੇ ਤੇ ਦੂਸਰੀਆਂ ਸਟੇਟਾਂ ਦੇ ਇਲੈਕਸ਼ਨ ਹੋ ਲੈਣ ਦੋ, ਇਹਨਾਂ ਨੂੰ ਐਸੇ ਮਹੀਨੇ ਦੇ ਵਿੱਚ ਪਤਾ ਲੱਗ ਜਾਊਗਾ ਕਿ ਧੌਣ ਤੇ ਗੋਡਾ ਇਹਨਾਂ ਨੇ ਕਿਹਦੀ ਤੇ ਰੱਖਣਾ ਜਾਂ ਇਹਨਾਂ ਦੀ ਧੌਣ ਤੇ ਗੋਡਾ ਰੱਖਿਆ ਜਾਣਾ ਆ। ਸੌਰੀ, ਮੈਂ ਬੜੇ ਸਾਫ਼ ਔਰ ਕੱਟੜ ਸ਼ਬਦਾਂ ਦੇ ਵਿੱਚ ਕਹਿ ਰਹੀ ਹਾਂ ਕਿ ਜੋ ਵੀ ਹੋਇਆ ਆ ਨਾ, ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਬਟ ਕਿਸਾਨ ਜਿਹੜੇ ਆ ਨਾ, ਇਹ ਕਿਸਾਨਾਂ ਨੇ ਨਹੀਂ ਕੀਤਾ। ਅਗਰ ਅਸੀਂ ਕਹੀਏ ਕੀ ਪਤਾ ਇਹ ਇਹਨਾਂ ਦੀ ਹੀ ਪਲੈਨਿੰਗ ਹੋਵੇ। ਕਿਸਾਨਾਂ ਨੇ ਠੀਕ ਆ ਵਿਰੋਧ ਕੀਤਾ, ਕਿਸਾਨ ਵਿਰੋਧ ਕਰ ਸਕਦੇ ਆ। ਕੁਝ ਲੋਕ ਤਾਂ ਇਹ ਕਹਿ ਰਹੇ ਨੇ, ਕੁਝ ਲੋਕ ਤਾਂ ਮੈਮ ਇਹ ਵੀ ਕਹਿ ਰਹੇ ਨੇ ਕਿ ਜਾਣਬੁੱਝ ਕੇ ਚਾਹੁੰਦੇ ਨੇ ਇਹੋ ਜਿਹੇ ਬਿਆਨ ਦਿਓ, ਇਹੋ ਜਿਹੀ ਟਿੱਪਣੀਆਂ ਕਰੋ ਔਰ ਸਾਡੇ ਨਾਲ ਲੜਾਈ ਝਗੜਾ ਹੋਵੇ, ਕੁੱਟਮਾਰ ਹੋਵੇ, ਉਸ ਤੋਂ ਬਾਅਦ ਅਸੀਂ ਰਾਸ਼ਟਰਪਤੀ ਰਾਜ ਲਾਗੂ ਕਰਵਾ ਸਕੀਏ। ਆਫ ਕੋਰਸ ਇਹੀ ਚਾਹੁੰਦੇ ਨੇ। ਇਹ ਇਹਨਾਂ ਦੀ ਅੱਜ ਦੀ ਪਲੈਨਿੰਗ ਨਹੀਂ ਆ। ਇਹਨਾਂ ਦੀ ਪਲੈਨਿੰਗ ਜਦੋਂ ਪੰਜਾਬ ਦਾ ਕਿਸਾਨ 3 ਤੋਂ 4 ਮਹੀਨੇ ਨਵਾਂ ਆਪਣੇ ਪੰਜਾਬ ਦੇ ਵਿੱਚ ਬੈਠਾ ਰਿਹਾ ਆ, ਉਦੋਂ ਏਦਾਂ ਨਹੀਂ ਹੋਇਆ। ਸਾਡਾ ਕਿਸਾਨ ਸਰਹੱਦਾਂ ਦੇ ਉੱਤੇ ਬੈਠਾ ਆ। ਇਹਨਾਂ ਨੂੰ ਪੂਨਮ ਮਲਿਕ ਜੀ ਨੂੰ ਇਹ ਨਹੀਂ ਦਿਖਦਾ ਪਿਆ ਕਿ ਕਿੰਨੇ ਸ਼ਹੀਦ ਹੋ ਗਏ ਆ ਉੱਥੇ। ਇਹਨਾਂ ਨੂੰ ਮੈਂ ਇੱਕ ਸਵਾਲ ਪੁੱਛੂੰਗਾ, ਜਿਵੇਂ ਪੂਨਮ ਮਾਨਿਕ ਜੀ ਕਹਿੰਦੇ ਨੇ ਕਿ ਉਹ ਸ਼ਰਾਰਤੀ ਅਨਸਰ ਨੇ ਕਾਂਗਰਸ ਦੇ, ਤੁਹਾਨੂੰ ਕੀ ਲੱਗਦਾ ਹੋ ਸਕਦਾ ਉਹ ਬੀਜੇਪੀ ਦੇ ਸ਼ਰਾਰਤੀ ਅਨਸਰ ਹੀ ਹੋਣ? ਕੀ ਪਤਾ, ਇਹਨਾਂ ਦੇ ਖੁਦ ਦੇ ਨੁਮਾਇੰਦੇ ਜਿਹੜੇ ਆ ਬੀਜੇਪੀ ਦੇ, ਉਹਨਾਂ ਨੇ ਕਰਵਾਈ ਹੋਵੇ, ਸਾਨੂੰ ਹੁਣ ਕੀ ਪਤਾ। ਇਹ ਤਾਂ ਚੁਣੀ ਹੋਈ ਸਰਕਾਰਾਂ ਨੂੰ ਗਿਰਾਉਣ ਦੇ ਲਈ ਕੁਝ ਵੀ ਕੀਤਾ ਜਾ ਸਕਦਾ ਆ। ਕਿਉਂਕਿ ਮੈਂ ਕਹਿੰਨੀ ਆ ਕਿ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਗੂ ਕੀਤੀ ਸੀਗੀ ਨਾ, ਉਹਨੇ ਤਾਂ ਦੱਸ ਕੇ ਕੀਤੀ ਹੋਈ ਸੀ ਐਮਰਜੈਂਸੀ ਲਾਗੂ। ਇਹਨਾਂ ਨੇ ਤਾਂ, ਮੋਦੀ ਸਰਕਾਰ ਨੇ, ਬੀਜੇਪੀ ਦੀ ਸਰਕਾਰ ਨੇ ਦੇਸ਼ ਦੇ ਵਿੱਚ ਮਤਲਬ ਬਿਨਾਂ ਦੱਸੇ ਹੋਏ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਕਰੋਨਾ ਦੀ ਐਮਰਜੈਂਸੀ, ਹਾਂ, ਅਬ ਕਰੋਨਾ ਦੀ ਐਮਰਜੈਂਸੀ ਦੇਖ ਲਓ, ਜੌਬਸ ਦੀ ਐਮਰਜੈਂਸੀ ਦੇਖ ਲਓ, ਬੱਚੇ ਬੇਰੋਜ਼ਗਾਰ ਹੋ ਰਹੇ ਨੇ, ਬੱਚਿਆਂ ਦੀ ਐਜੂਕੇਸ਼ਨ ਕਿੰਨੀ ਇਫੈਕਟ ਕਰੋਨਾ ਇੱਕ ਤਰ੍ਹਾਂ ਮਤਲਬ ਜਸਟ ਕਰੋਨਾ ਦਾ ਹਵਾ ਬਣਾਤਾ ਜਿਹੜਾ ਨਾ ਰਾਤ ਨੂੰ 9 ਵਜੇ ਨਿਕਲਦਾ ਆ ਤੇ ਸਵੇਰੇ ਜੀ ਸਾਨੂੰ ਵੀ ਦੇਖਣਾ ਪੈਣਾ ਜੀ, ਸਾਨੂੰ ਵੀ ਲਾਈਵ ਜਲਦੀ ਤੋਂ ਜਲਦੀ ਸਮੇਟਣਾ ਪੈਣਾ। ਕਿਤੇ ਕਰੋਨਾ ਦੇ ਟਾਈਮ ਤੇ ਅਸੀਂ ਵੀ ਜਿਹੜਾ ਇਹਨੂੰ ਅਗਰ ਰੈਪ ਅਪ ਕਰਾਂਗੇ ਤਾਂ ਅਸੀਂ ਵੀ ਘਰ ਕਿਵੇਂ ਜਾਣਾ, ਕਿਉਂਕਿ ਰਸਤੇ 'ਚ ਕਰੋਨਾ ਹੋ ਸਕਦਾ। ਹੈਲੋ ਜੀ ਮੈਂ ਕਿਹਾ ਮੈਮ ਸਾਨੂੰ ਵੀ ਵੀਡੀਓ ਜਲਦੀ ਤੋਂ ਜਲਦੀ ਰੈਪ ਅਪ ਕਰਨੀ ਪੈਣੀ ਹੈ, ਕਿਤੇ ਕਰੋਨਾ ਦੇ ਟਾਈਮ ਤੇ ਅਸੀਂ ਆਫਿਸ ਤੋਂ ਜੀ ਚਲੋ ਬਹੁਤ ਸ਼ੁਕਰੀਆ ਮੈਮ। ਹੋਰ ਕਾਲਰਸ ਜੁੜਨਾ ਚਾਹੁੰਦੇ ਨੇ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ। ਸੋ ਦੋਸਤੋ ਤੁਸੀਂ ਇਹ ਗੱਲਬਾਤ ਸੁਣ ਲਈ ਹੈ। ਮੈਡਮ ਨੇ ਬੜਾ ਵੈਲਿਡ ਪੁਆਇੰਟ ਰੱਖਿਆ ਕਿ ਪੂਨਮ ਮਾਨਿਕ ਉਦੋਂ ਕਿੱਥੇ ਸੀ ਜਦੋਂ ਨਵੇਂ ਸ਼ਹਿਰ ਦੇ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ, ਉਹਦੇ ਨਾਲ ਕੁੱਟਮਾਰ ਹੋਈ ਸੀ, ਕੇਸਾਂ ਤੋਂ ਫੜ ਕੇ ਲੈ ਕੇ ਗਏ ਸੀ। ਔਰ ਜਿਵੇਂ ਰਣਜੀਤ ਦੱਸਦਾ ਆ, ਉਹਨੂੰ ਗੱਡੀ 'ਚੋਂ ਬਾਹਰ ਕੱਢਿਆ ਜਾ ਰਿਹਾ ਸੀ। ਫਿਰ ਗੱਡੀ ਦੇ ਅੰਦਰ ਵੀ ਸੀ ਤਾਂ ਜਿਹੜੇ ਉੱਥੇ ਦੇ ਗੁੰਡੇ ਆਏ ਸਨ, ਜਿਹੜੇ ਪੈਟਰੋਲ ਬੰਬ ਸੁੱਟਦੇ ਸਨ, ਉਹਨਾਂ ਨੂੰ ਸੌਂਪ ਦਿੱਤਾ ਗਿਆ ਕਿ ਡਾਂਗਾ ਸੋਟੇ ਮਾਰ ਲਓ।
ਔਰ ਆਏ ਕੌਣ ਸਨ? ਰਣਜੀਤ ਨੇ 2 ਹੱਥ ਕੀਤੇ ਕਿਹਨਾਂ ਨਾਲ ਸਨ? ਰਣਜੀਤ ਦੇ ਡੋਲੇ ਫੜ ਕੇ ਕਿਉਂ ਸੀ? ਆਏ ਕੌਣ ਸੀ? ਉੱਥੋਂ ਦੇ ਸਥਾਨਕ ਕਹਿਣ ਵਾਲੇ ਆਪਣੇ ਸਥਾਨਕ ਲੋਕ ਜਿਹੜੇ 2 ਮਹੀਨੇ ਤੱਕ ਹਲੇ ਨਜ਼ਰ ਨਹੀਂ ਆਏ। ਔਰ ਉਹਨਾਂ ਨੇ ਕੀਤਾ ਕੀ ਸੀ? ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਸੀ ਸਾਡੀਆਂ ਧੀਆਂ ਭੈਣਾਂ ਨੂੰ। ਤਾਂ ਫਿਰ ਮੰਦਭਾਗਾ ਕੀ ਹੈ ਇਹ ਤੁਸੀਂ ਆਪ ਹਿਸਾਬ ਲਗਾ ਸਕਦੇ ਹੋ। ਕਾਲਰ ਜੁੜਨਾ ਚਾਹੁੰਦੇ ਨੇ, ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਲੇਕਿਨ ਆਮ ਜਨਤਾ ਇਹ ਵੀ ਕਹਿ ਰਹੀ ਹੈ ਕਿ EVM ਦੀ ਲੜਾਈ ਵੀ ਸਾਨੂੰ ਲੜਨੀ ਚਾਹੀਦੀ ਹੈ। ਲਾਸਟ ਕਾਲਰ ਨੇ, ਉਸ ਤੋਂ ਬਾਅਦ ਜਿਹੜੇ ਅਸੀਂ ਮੈਸੇजेस ਲੈਣ ਦੀ ਕੋਸ਼ਿਸ਼ ਕਰਾਂਗੇ। ਔਰ ਫਿਰ ਤੋਂ ਇਹੀ ਗੱਲ ਹੈ ਕਿ 26 ਤਰੀਕ ਬੜੀ ਪੀਸਫੁਲ ਰਹੀ ਹੈ ਜੀ। ਕਿਸਾਨਾਂ ਵੱਲੋਂ ਕੋਈ ਹਾਲੇ ਤੱਕ ਜਿਹੜਾ ਇਸ ਤਰੀਕੇ ਦੀ ਘਟਨਾ ਨਹੀਂ ਹੋਈ ਸੀਗੀ। ਕਿਸਾਨਾਂ ਨੇ ਪੂਰੇ ਜਾਬਤੇ ਵਿੱਚ ਰਹੇ ਨੇ, ਪੂਰੇ ਚੌਕਸ ਰਹੇ ਨੇ, ਪੂਰੇ ਚੇਤਨ ਹੋ ਕੇ। ਔਰ ਹੁਣ ਤਾਂ ਵਿਗਿਆਨਕ ਚੇਤਨਾ ਵੀ ਜਿਹੜੇ ਕਿਸਾਨ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇੱਕ ਦੂਜੇ ਨੂੰ ਜਗਾਇਆ ਜਾ ਸਕੇ। ਕਾਲਰ ਨਾਲ ਜਿਹੜਾ ਰਾਬਤਾ ਨਹੀਂ ਹੋ ਪਾ ਰਿਹਾ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਮੈਮ ਆਪਣਾ ਜੀ ਮੈਮ ਪਹਿਲਾਂ ਆਪਣਾ ਨਾਮ ਦੱਸ ਦਿਓ, ਕੌਣ ਗੱਲ ਕਰ ਰਹੇ ਹੋ? ਮੇਰਾ ਨਾਮ ਅਨੀਸ਼ਿਕਾ ਬਾਲੀ ਜੀ। ਮੈਮ ਦੱਸੋ ਜੀ, ਆਪਣੇ ਤੁਸੀਂ ਟਿੱਪਣੀ ਦੇ ਸਕਦੇ ਹੋ ਜੀ। ਹਾਂਜੀ ਤੁਸੀਂ ਆਪਣਾ ਪੁਆਇੰਟ ਆਫ ਵਿਊ ਰੱਖ ਸਕਦੇ ਹੋ ਮੈਡਮ। ਤੁਹਾਨੂੰ ਪੂਰਾ ਨਵਾਂ ਸ਼ਹਿਰ, ਪੂਰਾ ਪੰਜਾਬ ਪੁਆਇੰਟ ਆਫ ਵਿਊ ਹੈ। ਅਗਰ ਐਜੀਟੇਸ਼ਨ ਕਰਨ ਦਾ ਹਰ ਕਿਸੇ ਦਾ ਰਾਈਟ ਹੈ ਨਾ, ਦੈਨ ਉਹਦੇ ਅਗੇਂਸਟ ਵੀ ਗੱਲ ਕਰਨੀ ਰਾਈਟ ਹੈਗਾ। ਬਹੁਤ ਗਲਤ ਸੀਗਾ ਉਹ ਵੀ ਕਿਸੇ ਦਾ ਪਿਓ ਹੋਣਾ, ਭਰਾ ਹੋਣਾ, ਕਿਸੇ ਦਾ ਮੁੰਡਾ ਹੋਣ ਦੀ ਏਦੀ ਪਬਲਿਕਲੀ ਉਹਨੂੰ ਸਾਰੇ ਨੇ ਉਹਦੀ ਵੀਡੀਓ ਦੇਖੀ, ਇੰਨੀ ਵਾਇਰਲ ਹੋ ਰਹੀ ਹੈ ਤੇ ਵੀ ਬਹੁਤ ਗਲਤ ਸੀਗਾ। ਜੀ ਜੀ ਮੈਮ ਉਸ ਚੀਜ਼ ਨੂੰ ਸਾਰੇ ਕੰਡੈਮ ਕਰ ਰਹੇ ਨੇ ਮੈਮ। ਹਾਂਜੀ ਉਸ ਚੀਜ਼ ਨੂੰ ਸਾਰੇ ਸੂਝਵਾਨ ਲੋਕ ਕੰਡੈਮ ਕਰ ਰਹੇ ਨੇ ਕਿ ਉਹ ਚੀਜ਼ ਗਲਤ ਹੈ। ਕਹਿ ਰਹੇ ਹਨ ਦੇ ਆਰ ਨਾਟ ਰੀਅਲ ਫਾਰਮਰਸ ਨਾ, ਰੀਅਲ ਫਾਰਮਰਸ ਆਰ ਇਨ ਫਾਰਮ। ਕੀ ਕਹਿ ਰਹੇ ਹੋ? ਹੂ ਇਜ਼ ਨਾਟ ਰੀਅਲ ਫਾਰਮਰ? ਹਾਂਜੀ ਰੀਅਲ ਫਾਰਮਰ ਹੁੰਦਾ ਨਾ, ਉਹ ਐਕਚੁਅਲ ਨਹੀਂ ਸੀਗੇ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ। ਜੇ ਹੁੰਦੇ ਤੇ ਉਹ ਪਹਿਲੀ ਗੱਲ ਤੁਸੀਂ ਕਹਿੰਦੇ ਅੰਨ ਕਰਦਾ, ਦੇ ਆਰ ਨਾਟ ਗਿਵਿੰਗ ਅਸ ਫੂਡ ਇਨ ਫ੍ਰੀ। ਮੈਮ ਫਿਰ ਫ੍ਰੀ ਵਿੱਚ ਕੌਣ ਦੇ ਰਿਹਾ? ਡਾਕਟਰ ਤੁਹਾਨੂੰ ਫ੍ਰੀ ਵਿੱਚ ਦਵਾਈ ਦੇ ਰਿਹਾ? ਹਾਂਜੀ ਡਾਕਟਰ ਤੁਹਾਨੂੰ ਫ੍ਰੀ ਵਿੱਚ ਦਵਾਈ ਦੇ ਰਿਹਾ। ਤੁਸੀਂ ਡਾਕਟਰ ਨੂੰ ਵੀ ਰੱਬ ਕਹਿੰਦੇ ਹੋ, ਦੂਜਾ ਰੱਬ। ਡਾਕਟਰ ਨੇ ਕਦੀ ਫ੍ਰੀ ਚ ਦਵਾਈ ਦਿੱਤੀ ਤੁਹਾਨੂੰ? ਪਰ ਦਿੰਦੇ ਤੇ ਆ। ਫਿਰ ਕਿਸਾਨ ਵੀ ਅੰਨ ਤਾਂ ਦਿੰਦਾ। ਕਿਸਾਨ ਦੀ ਪਰਚੀ 400 ਦੀ ਤਾਂ ਨਹੀਂ ਹੈ ਮੈਮ। ਜੇ ਤੁਹਾਡੇ ਨਾਲ ਇਹ ਸਭ ਕੁਝ ਹੁੰਦਾ, ਤੁਸੀਂ ਸਹੀ ਕਹਿੰਦੇ ਜੋ ਕੁਝ ਹੋਇਆ। ਮੈਡਮ ਮੈਂ ਕਿਸਾਨਾਂ ਦੇ ਖਿਲਾਫ ਟਿੱਪਣੀ ਕਰੂੰਗਾ ਅਗਰ ਕੋਈ ਚੀਜ਼ ਗਲਤ ਹੋਵੇ। ਜਦੋਂ ਬੈਠੇ ਸਬਰ ਦੇ ਨਾਲ ਨੇ, 4 ਮਹੀਨੇ ਹੋ ਗਏ ਨੇ ਮੈਡਮ, ਹਰ ਤਿਉਹਾਰ ਦਿੱਲੀ ਵਿੱਚ ਮਨਾਇਆ ਉਹਨਾਂ ਨੇ। ਤੇ ਕਿਉਂ ਮਨਾਇਆ? ਰੂਲਸ ਕਿਹਨੇ ਲਾਗੂ ਕੀਤੇ ਨੇ ਤੁਸੀਂ ਦੱਸ ਸਕਦੇ ਹੋ? ਰੂਲਸ ਕਿਹਨੇ ਲਾਗੂ ਕੀਤੇ ਨੇ? ਤੁਹਾਡੇ ਤੋਂ ਬਿਨਾਂ ਪੁੱਛੇ ਕੋਈ ਰੂਲ ਲਾਗੂ ਕਰ ਦੇਵੇ, ਉਸ ਤੋਂ ਬਾਅਦ ਤੁਸੀਂ ਵਿਰੋਧ ਕਰੋ, ਤੁਹਾਨੂੰ ਕਿਹਾ ਜਾਵੇ ਤੁਸੀਂ ਅੱਤਵਾਦੀ ਹੋ, ਤੁਸੀਂ ਬਰਦਾਸ਼ਤ ਕਰੋਗੇ? ਨਹੀਂ ਤੇ ਜਦੋਂ ਨਹੀਂ ਕਰੋਗੇ ਨਾ। ਲਾਗੂ ਹੁੰਦੇ ਆ ਤੇ ਉਸ ਤੋਂ ਪਹਿਲੇ ਕਾਨੂੰਨ ਬਣਾਉਣ ਤੋਂ ਪਹਿਲੇ ਸਭ ਸਾਈਨ ਹੁੰਦੇ ਆ, ਉਦੋਂ ਕੈਪਟਨ ਨੇ ਸਾਈਨ ਨਹੀਂ ਕੀਤੇ। ਤੇ ਮੈਂ ਕੈਪਟਨ ਸਰਕਾਰ ਨੂੰ ਕਿਹੜਾ ਫੁੱਲ ਪਾ ਰਹੇ ਨੇ? ਕੈਪਟਨ ਸਰਕਾਰ ਨੂੰ ਵੀ ਸਵਾਲ ਪੁੱਛਿਆ ਜਾ ਰਿਹਾ ਤੇ ਸਰ ਉਹ ਸਾਰੀਆਂ ਪਾਰਟੀਆਂ ਉੱਥੇ ਐਜੀਟੇਸ਼ਨ 'ਚ ਜਾ ਰਹੀਆਂ ਨਾ, ਤੇ ਫਿਰ ਇਹਨਾਂ ਨੂੰ ਵਰਕਰਸ ਨੂੰ ਕਿਉਂ ਨਹੀਂ ਹੱਕ ਦਿੱਤਾ ਗਿਆ ਕਿ ਇਹ ਲੋਕਤੰਤਰ ਨਹੀਂ ਹੈ? ਮੈਮ ਤੁਸੀਂ ਕੀ ਕਰਦੇ ਕੀ ਹੋ? ਪੜ੍ਹਾਈ ਕੀ ਹੈ ਤੁਹਾਡੀ? ਪੜ੍ਹ ਰਹੇ ਹੋ ਕਿ ਕੋਈ ਜੌਬ ਕਰ ਰਹੇ ਹੋ? ਮੇਰੀ ਪੜ੍ਹਾਈ ਤੇ ਜੋ ਵੀ ਹੈ ਬਟ ਨਹੀਂ ਦੱਸੋ ਆਪਣਾ ਪੁਆਇੰਟ। ਤੁਸੀਂ ਕਾਲ ਕੀਤੀ, ਤੁਸੀਂ ਪੜ੍ਹਦੇ ਹੋ ਪੜ੍ਹਾਉਂਦੇ ਹੋ ਕਿ ਕੋਈ ਜੌਬ ਕਰਦੇ ਹੋ? ਮੈਂ ਜੌਬ ਕਰਦੀ ਹਾਂ। ਕਿਸ ਚੀਜ਼ ਦੀ ਜੌਬ ਕਰਦੇ ਹੋ? ਮੈਂ MBA ਸਟੂਡੈਂਟ ਹਾਂ। MBA ਸਟੂਡੈਂਟ ਹੋ ਕਿ ਜੌਬ ਕਰਦੇ ਹੋ? ਹਾਂਜੀ MBA ਕੀਤੀ ਹੋਈ ਮੈਮ ਮੈਂ ਤੁਹਾਨੂੰ ਸਮਝ ਨਹੀਂ ਪਾ ਰਿਹਾ। ਤੁਸੀਂ ਇੱਕ ਵਾਰੀ ਕਹਿ ਰਹੇ ਹੋ ਕਿ ਮੈਂ ਜੌਬ ਕਰਦੀ ਹਾਂ, ਇੱਕ ਵਾਰੀ ਕਹਿ ਰਹੇ ਹੋ ਮੈਂ MBA ਕਰ ਰਹੀ ਹਾਂ, ਇੱਕ ਵਾਰੀ ਕਹਿ ਰਹੇ ਹੋ ਮੈਂ MBA ਕੀਤੀ ਹੋਈ ਹੈ। ਚਲੋ ਮੈਂ ਇੱਕ ਸਵਾਲ ਪੁੱਛਦਾ ਤੁਹਾਨੂੰ, ਤੁਹਾਡੇ ਤੋਂ ਬਿਨਾਂ ਪੁੱਛੇ ਮੋਦੀ ਸਾਹਿਬ ਕਹਿਣ ਕਿ ਤੁਸੀਂ ਜਿਹੜੀ MBA ਕੀਤੀ ਹੈ ਮੈਂ ਉਹਨੂੰ MBA ਨਹੀਂ ਮੰਨਦਾ, ਤੁਹਾਡਾ ਸਿਲੇਬਸ ਚੇਂਜ ਕਰ ਦਿੱਤਾ, ਤੁਸੀਂ ਕੀ ਕਰੋਗੇ? ਸਰ ਤੇ ਹੁਣ ਇੱਥੇ ਪੰਜਾਬ 'ਚ ਕੀ ਹੋ ਰਿਹਾ? ਤੁਸੀਂ ਕੀ ਕਰੋਗੇ? ਤਾਂ ਕਹੋਗੇ ਕਿ ਮੈਂ ਪੈਸੇ ਦੇ ਕੇ MBA ਕੀਤੀ ਸੀਗੀ। ਫ੍ਰੀ ਵਿੱਚ ਕੌਣ ਕਿਸੇ ਨੂੰ ਦੇ ਰਿਹਾ ਮੈਡਮ ਕੁਝ? ਤੁਹਾਨੂੰ ਜੀਓ ਦੀ ਸਿਮ ਫ੍ਰੀ ਮਿਲ ਰਹੀ ਹੈ, ਪੈਟਰੋਲ ਫ੍ਰੀ ਮਿਲ ਰਿਹਾ ਤੇ ਜਿਹੜੀ What is this man? ਤੁਸੀਂ ਅਗਰ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਹੋ ਤੁਸੀਂ ਵੈਸੇ ਹੀ ਕਹਿ ਸਕਦੇ ਹੋ ਝੂਠ ਨੇ। ਕਿਸਾਨ ਸਾਨੂੰ ਰੋਟੀ ਫ੍ਰੀ ਵਿੱਚ ਦੇ ਰਿਹਾ। ਤੁਹਾਨੂੰ ਪਤਾ ਕਿਸਾਨਾਂ ਨੂੰ ਕੈਂਸਰ ਕਿੰਨਾ ਹੋ ਰਿਹਾ? ਕਿਉਂ ਹੋ ਰਿਹਾ? ਤੁਹਾਨੂੰ ਪਤਾ ਕਿਸਾਨਾਂ ਨੂੰ ਸਪਰੇਆਂ ਕਿੰਨੀਆਂ ਕਰਨੀਆਂ ਪੈਂਦੀਆਂ? What is this man? ਛੱਡੋ ਵੀਰੇ, ਪਹਿਲੇ ਇਹ ਦੱਸੋ ਕੋਈ ਵੀ ਪੋਲੀਟੀਕਲ ਪਾਰਟੀ, ਮੈਂ ਨਾ ਤੇ BJP ਦੀ, ਨਾ ਅਕਾਲੀ ਤੇ ਨਾ ਕਾਂਗਰਸ ਦੀ, ਠੀਕ ਹੈ, ਕੋਈ ਵੀ ਪਾਰਟੀ ਹੋਣ ਤੋਂ ਪਹਿਲੇ ਇੱਕ ਚੰਗੇ ਨਾਗਰਿਕ ਬਣਨ ਦੇ ਨਾਤੇ ਮੈਨੂੰ ਇੱਕ ਜਵਾਬ ਦਿਓ, ਕਿਸੇ ਨਾਲ ਇਹ ਹਰਕਤ ਕਰਨੀ ਬੜੀ ਸ਼ਰਮ ਦੀ ਗੱਲ ਹੈ। ਇਸ ਚੀਜ਼ ਨੂੰ ਹਰ ਕੋਈ ਇਸ ਚੀਜ਼ ਨੂੰ ਕਹਿ ਰਿਹਾ ਕਿ ਗਲਤ ਆ, ਇਹ ਗਲਤ ਹੈ। ਕਿਸੇ ਨੂੰ ਤੁਸੀਂ ਇਸ ਤਰ੍ਹਾਂ ਨੰਗੇ ਤੜ ਨਹੀਂ ਭਜਾ ਸਕਦੇ, ਨਹੀਂ ਕੁੱਟਮਾਰ ਕਰ ਸਕਦੇ। ਇਹ ਗਲਤ ਚੀਜ਼ ਹੈ। ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਨੇ ਇਸ ਵਿੱਚ ਪੂਰਾ, ਜਿਨ੍ਹਾਂ ਦਾ ਹੱਥ ਹੈ, ਉਹਨਾਂ ਨੂੰ ਫੜਿਆ ਜਾਣਾ ਚਾਹੀਦਾ, ਪਤਾ ਕਰਨਾ ਚਾਹੀਦਾ ਉਹ ਕੌਣ ਨੇ।
ਲੇਕਿਨ ਕਿਸਾਨ ਜਿਹੜੇ 4 ਮਹੀਨੇ ਤੋਂ ਦਿੱਲੀ ਬੈਠੇ ਨੇ ਉਹਨਾਂ ਨੂੰ ਇਹ ਕਹਿਣਾ ਇਹ ਅੱਤਵਾਦੀ ਨੇ, ਇਹ ਪਿਕਨਿਕ ਮਨਾਉਣ ਆਏ ਨੇ, ਇਦਾਂ ਦੇ ਲੋਕ ਤਾਂ ਆਮ ਮਰਦੇ ਨੇ, ਕੀ ਇਹ ਗੱਲ ਜਾਇਜ਼ ਹੈ? ਕਿਸਾਨ ਆਮ ਮਰਦੇ ਨੇ, ਕਿਸਾਨ ਖੇਤਾਂ ਵਿੱਚ ਆਮ ਮਰਦੇ ਨੇ। ਕਿਸਾਨ ਉਦੋਂ ਮਰਦਾ ਜਦੋਂ ਉਹਦੇ ਸਿਰ ਤੇ ਕਰਜ਼ਾ ਹੁੰਦਾ। ਤੁਹਾਨੂੰ ਪਤਾ ਇੱਕ ਪਰਿਵਾਰ ਚੋਂ 4 ਕਿਸਾਨ ਮਰ ਚੁੱਕੇ ਨੇ, ਪਿਓ ਦੀ ਮੌਤ ਹੋ ਗਈ ਹੈ, ਦਾਦੇ ਦੀ ਹੋ ਗਈ ਹੈ, 2 ਭਰਾਵਾਂ ਨੇ ਜ਼ਹਿਰ ਖਾ ਕੇ ਮਰ ਗਏ ਕਿਉਂਕਿ ਕਰਜ਼ਾ ਨਹੀਂ ਦਿੱਤਾ ਜਾ ਰਿਹਾ। ਹੂ ਇਜ਼ ਰਾਈਟ ਦੈਨ ਹੂ ਇਜ਼ ਰੋਂਗ? ਕੇ ਹੈਡ ਨੂੰ ਪਕੜੋ, ਆਮ ਕਾਰਜਕਰਤਾ ਨੂੰ ਪਕੜ ਕੇ ਕੀ ਮਿਲੇਗਾ? ਕੀ ਕਹਿ ਰਹੇ ਹੋ ਜੀ? ਮੋਦੀ ਨੂੰ ਜਾ ਕੇ ਪਕੜੋ। ਮੈਮ ਦਿਸ ਇਜ਼ ਤੁਸੀਂ ਹੁਣ ਪੁਆਇੰਟ ਤੇ ਆ ਗਏ ਹੋ, ਪਲੀਜ਼ ਮੈਨੂੰ ਦੋ ਡਿਸਟਰੈਕਟ ਨਾ ਕਰੋ ਜੀ। ਤੁਸੀਂ ਪੁਆਇੰਟ ਤੇ ਆਏ ਹੋ। ਲੋਕਾਂ ਦਾ ਵੀ ਇਹੀ ਸਵਾਲ ਹੈ ਕਿ ਫਿਰੋਜ਼ਪੁਰ ਦੇ ਵਿਧਾਇਕ ਨੇ ਅਰੁਣ ਨਾਰੰਗ ਸਾਹਿਬ, ਕੀ ਉਹਨਾਂ ਨੇ ਅੱਜ ਤੱਕ ਜਾ ਕੇ ਲੋਕਾਂ ਦੇ ਮਨ ਦੀ ਪੀੜ ਪ੍ਰਧਾਨ ਮੰਤਰੀ ਨੂੰ ਦੱਸੀ ਹੈ? ਗਿਣੇ ਚੁਣਵੇਂ ਵਿਧਾਇਕਾਂ ਚੋਂ ਇੱਕ ਵਿਧਾਇਕ ਨੇ ਅਰੁਣ ਨਾਰੰਗ ਜੀ ਬੀਜੇਪੀ ਦੇ, ਕੀ ਉਹਨਾਂ ਨੇ ਜਾ ਕੇ ਮੋਦੀ ਸਾਹਿਬ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰ ਕੀ ਕਹਿ ਰਹੇ ਹੋ ਮੈਨੂੰ ਉਹ ਵੀ ਨਹੀਂ ਪਤਾ, ਮਹਾਮਨੀਮ ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਰਿਸਪੈਕਟਡ ਸਰ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਚਰਨਾਂ ਨੂੰ ਹੱਥ ਲਾ ਕੇ ਕਹਿੰਦੇ ਆ ਮੇਰਾ ਪੰਜਾਬ ਦੁਖੀ ਹੈ, ਪਲੀਜ਼ ਉਹਨਾਂ ਦੀ ਸਾਰ ਲਓ। ਮੋਦੀ ਸਾਹਿਬ ਇਹ ਕਹਿੰਦੇ ਨੇ ਕਿ ਆਈ ਐਮ ਜਸਟ 1 ਕਾਲ ਅਵੇ। ਉਹ ਨੰਬਰ ਕਿੱਥੇ ਹੈ? ਹੁੰਦੇ ਆ ਉਹ ਵਰਕਰਸ ਸਾਰਿਆਂ ਨਾਲ ਮੋਦੀ ਕੋਈ ਗੱਲਬਾਤ ਕਰਦਾ ਹੋਣਾ। ਦਿਸ ਇਜ਼ ਦਾ ਮੈਡਮ ਆਨਸਰ। ਮੋਦੀ ਸਾਹਿਬ ਜਦ ਸਾਰੇ ਨਾਲ ਗੱਲ ਨਹੀਂ ਕਰਦੇ ਤਾਂ ਸਾਰੇ ਤੋਂ ਬਿਨਾਂ ਪੁੱਛੇ ਰੂਲਸ ਕਿਵੇਂ ਬਣਾਉਂਦੇ ਨੇ ਔਰ ਸਮਾਂ ਕਦੋਂ ਮਿਲਦਾ ਉਹਨਾਂ ਨੂੰ ਰੂਲਸ ਬਣਾਉਣ ਲਈ? ਜਿਹੜਾ ਬੰਦਾ ਟਰੈਵਲ ਕਰ ਰਿਹਾ, ਕਦੀ ਬੰਗਲਾਦੇਸ਼, ਕਦੀ ਬੰਗਾਲ, ਕਦੀ ਕਿਤੇ, ਉਹਨੂੰ ਸਮਾਂ ਕਦੋਂ ਮਿਲਦਾ ਨੋਰਮਸ ਬਣਾਉਣ ਦਾ, ਪੜ੍ਹਨ ਦਾ ਕਿ ਕਿਸੇ ਲਈ ਚੰਗਾ ਕੀ ਹੈ? ਇਹ ਨੋਰਮਸ ਬਣਾਉਂਦਾ ਕੌਣ ਹੈ? ਸਹੀ ਗੱਲ ਹੈ, ਸਾਰਿਆਂ ਨੇ ਮਤਲਬ ਸਾਈਨ ਨਹੀਂ ਕੀਤੇ, ਕੱਲੇ ਮੋਦੀ ਨੇ ਸਾਈਨ ਕੀਤੇ। ਤੇ ਮੈਡਮ ਤੁਹਾਨੂੰ ਪਤਾ ਸਾਈਨ ਕਿਵੇਂ ਹੋਏ ਨੇ? ਬਿਨਾਂ ਡਿਬੇਟ ਤੋਂ ਹੋਏ ਨੇ। ਰਾਜ ਸਭਾ ਦਾ ਆਵਾਜ਼ ਵੀ ਮਿਊਟ ਕਰਕੇ ਹੋਏ ਨੇ। ਸ਼ਾਇਦ ਤੁਸੀਂ ਟੀਵੀ ਨਹੀਂ ਦੇਖਦੇ, ਤੁਹਾਡੇ ਐਗਜ਼ਾਮ ਚੱਲਦੇ ਹੋਣੇ MBA ਦੇ ਉਦੋਂ। ਅੱਛਾ ਜੀ, ਠੀਕ ਹੈ। ਤੁਹਾਡੇ ਪਿੱਛੇ ਕੋਈ ਕਲੈਪ ਕਰ ਰਿਹਾ ਜੀ। ਕੋਈ ਹੋਰ ਤੁਸੀਂ ਪੁਆਇੰਟ ਰੱਖਣਾ ਚਾਹੋ ਤਾਂ? ਨਹੀਂ, ਬਸ ਬਹੁਤ ਵਧੀਆ ਕੀਤਾ ਜੋ ਕੀਤਾ। ਕੱਲ ਦੀ ਘਟਨਾ ਦਾ ਬਹੁਤ ਅਸੀਂ ਵਧੀਆ ਕਹਿੰਦੇ ਆ। ਪੰਜਾਬ ਵਿੱਚ ਬਹੁਤ ਵਧੀਆ ਅਮਨ ਸ਼ਾਂਤੀ ਦਾ ਮਾਹੌਲ ਹੈ, ਇਹ ਕਹਾਂਗੇ ਜੀ। ਚਲੋ ਥੈਂਕ ਯੂ ਜੀ। ਅਸੀਂ ਉਮੀਦ ਕਰਾਂਗੇ ਕਿ ਅਮਨ ਸ਼ਾਂਤੀ ਦਾ ਮਾਹੌਲ ਹੀ ਰਵੇ। ਅੱਗੇ ਤੋਂ ਜਿਹੜੇ ਨੌਜਵਾਨ ਨੇ ਉਹ ਭੜਕਣ ਨਾ, ਕਿਉਂਕਿ ਕਿਸਾਨ ਵੀ ਇਹ ਕਹਿ ਰਹੇ ਨੇ ਕਿ ਜਾਬਤੇ ਵਿੱਚ ਰਹਿਣਾ। ਕਾਲਰ ਆ ਰਹੇ ਨੇ। ਹੈਲੋ, ਹਾਂਜੀ ਸੂਰੀ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਵਿੱਚ ਹੀ ਇੱਕ ਡਿਬੇਟ ਚੱਲਦੀ ਪਈ ਹੈ, ਉਸ ਉੱਤੇ ਗੱਲ ਕਰਨੀ ਚਾਹੁੰਦੇ ਜੀ। ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਜੀ। ਜੀ ਸਰ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਸਰ। ਜੀ ਮੈਂ ਜਸਪ੍ਰੀਤ ਸਿੰਘ ਵਜੀਦਪੁਰ ਬੋਲ ਰਿਹਾ ਹੈਗਾ। ਜੀ ਸਰ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਸਰ। ਵਿਚਾਰ ਇਹੀ ਹੈਗੇ ਆ, ਦੇਖੋ ਇਹ ਨੌਬਤ ਨਹੀਂ ਆਣੀ ਸੀ ਜਿਹੜੀ ਕੱਲ ਦੇ ਪਰਸੋਂ ਦਾ ਆਪਾਂ ਦੇਖ ਰਹੇ ਹੈਗੇ ਆ। ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਤਾਂ ਇਹ ਨੌਬਤ, ਹੁਣ ਦੇਖੋ ਕਿਸਾਨ 4 ਮਹੀਨੇ ਤੋਂ ਬੈਠੇ ਹੈਗੇ ਆ। ਜੀ ਬਿਲਕੁਲ ਠੀਕ ਆ ਨਾ। ਤੇ ਆਪਣੇ ਰਣਜੀਤ ਸਿੰਘ ਜੀ ਕਾਜਮਪੁਰ, ਉਹਨਾਂ ਦੇ ਨਾਲ ਚਲੋ ਬੇਅਦਬੀ ਹੋਈ ਹੈ, ਕੁੱਟਮਾਰ ਹੋਈ ਹੈ। ਕਿਸੇ ਬੀਜੇਪੀ ਦੇ ਵਿਧਾਇਕ ਨੇ ਜਾਂ ਕੋਈ ਜ਼ਿਲ੍ਹਾ ਪ੍ਰਧਾਨ ਨੇ ਜਾਂ ਕੋਈ MC ਨੇ, ਕਿਸੇ ਨੇ ਵੀ ਇਹ ਵਰਡ ਵਰਤੇ ਕਿ ਉਹਨਾਂ ਨਾਲ ਧੱਕਾ ਹੋਇਆ, ਉਹਨਾਂ ਨੇ ਜਿੱਥਾਂ ਦੀ ਬੇਅਦਬੀ ਹੋਈ, ਗਲਤ ਹੋਇਆ। ਬਿਲਕੁਲ ਕਿਸੇ ਪੰਜਾਬ ਦੇ ਕਿਹਾ, ਕਿਸੇ ਹਿੰਦੁਸਤਾਨ ਭਾਰਤ ਦੇ ਕਿਸੇ ਵੀ ਇੱਕ ਲੀਡਰ, ਛੋਟੇ MC ਤੋਂ ਲੈ ਕੇ ਕਿਸੇ MC ਤਾਂ ਇਹਨਾਂ ਦਾ ਸ਼ਾਇਦ ਕੋਈ ਬਣਿਆ ਹੀ ਨਹੀਂ ਆਪਣੇ ਸ਼ਹਿਰ ਵਿੱਚ, ਪਰ ਜਿਹਨੂੰ 0-0 ਵੋਟ ਪਈ ਹੈ ਉਹਨਾਂ ਨੇ ਵੀ ਨਹੀਂ ਕਿਹਾ। ਇੱਕ ਸਰ ਮੈਂ ਹੋਰ ਪੁਆਇੰਟ ਆਫ ਵੀ ਰੱਖਣਾ ਚਾਹੂੰਗਾ ਆਪਣਾ, ਪਲੀਜ਼ ਤੁਹਾਨੂੰ ਮੈਂ ਟੋਕ ਰਿਹਾ, ਮਾਫੀ ਚਾਹਾਂਗਾ। ਕਿਸੇ ਨੇ ਰਣਜੀਤ ਦੀ ਮਾਂ ਦੇ ਹੰਝੂ ਪੁੰਝਣ ਦੀ ਕੋਸ਼ਿਸ਼ ਕੀਤੀ ਜਦੋਂ ਵਿਲਕਦੀ ਸੀ। ਮੈਂ ਉਹੀ ਕਹਿ ਰਿਹਾ ਨਾ, ਕੋਈ ਚਲੋ ਆਪਾਂ ਇਹਨਾਂ ਨੂੰ ਛੱਡ ਦਈਏ, ਖਹਿਰਾ ਸਾਹਿਬ ਜਾਂ ਜਿਹੜੇ ਆਪਣੀ ਰੇਸ ਦੇ ਵਿੱਚ ਨਹੀਂ ਹੈਗੇ, ਜਾਂ ਕੋਈ ਆਪਣੇ ਅਕਾਲੀ ਦਲ ਪਾਰਟੀ ਵਾਲੇ ਚਲੋ ਉਹਨਾਂ ਦੇ ਘਰ ਗਏ ਨੇ। ਜਿਹੜੇ ਬੀਜੇਪੀ ਦਾ ਕੋਈ ਵੀ ਮੈਂਬਰ ਹੈ ਜਾਂ ਕੋਈ ਵੀ ਚੌਧਰੀ ਹੈਗਾ, ਕੋਈ ਵੀ ਪ੍ਰਧਾਨ ਹੈ ਛੋਟਾ ਮੋਟਾ, ਉਹ ਵੀ ਉਹਨਾਂ ਦੇ ਘਰ ਗਿਆ, ਉਹਨਾਂ ਦੀ ਮਦਰ ਨੂੰ ਜਾਂ ਉਹਨਾਂ ਨੂੰ, ਜਾਂ ਆਪਾਂ ਨਵਾਂ ਸ਼ਹਿਰ ਦੇ ਵਿੱਚ ਰਾਤ ਨੂੰ ਮਾਰਚ ਕੱਢਦੇ ਰਹੇ। ਕੋਈ ਸੰਵੇਦਨਸ਼ੀਲ ਬਿਆਨ ਆਇਆ ਹੀ ਨਹੀਂ ਜੀ, ਕੋਈ ਸੰਵੇਦਨਸ਼ੀਲ ਬਿਆਨ ਨਹੀਂ ਆਇਆ, ਸਿਰਫ ਭੜਕਾਊ ਬਿਆਨ ਆਏ ਨੇ ਕਿ ਇੰਨੇ ਲੋਕ ਤਾਂ ਆਮ ਮਰਦੇ ਨੇ। ਇਹ ਲੋਕ ਸਾਨੂੰ ਨਕਸਲਵਾਦੀ ਕਹਿੰਦੇ ਨੇ, ਇਹ ਕਹਿੰਦੇ ਨੇ ਚਾਈਨਾ ਤੋਂ ਫੰਡਿੰਗ ਹੋ ਰਹੀ ਹੈ, ਇਹ ਕਹਿੰਦੇ ਨੇ ਅਸੀਂ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਹੈ। ਅਸੀਂ ਸਾਰੀਆਂ ਗੱਲਾਂ ਸਬਰ, ਸਾਡਾ ਸਬਰ ਪਰਖ ਰਹੇ ਨੇ। ਜਦੋਂ ਹੁਣ ਸਬਰ ਟੁੱਟੇਗਾ ਤਾਂ ਕੁਛ ਨਾ ਕੁਛ ਹੋਏਗਾ। ਜੀ ਦੇਖੋ ਉਹ ਕੋਈ ਗਲਤ ਨਹੀਂ ਹੋਇਆ ਹੈਗਾ, ਇਹਨਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ। ਚਲੋ ਜਿਹੜਾ ਕੁੱਟਮਾਰ ਕਰਨੀ, ਕੱਪੜੇ ਪਾਣੇ, ਕਾਨੂੰਨ ਨੂੰ ਹੱਥ 'ਚ ਲੈਣਾ। ਸਰ ਇੱਕ ਕਾਲਰ ਹੋਰ ਵਿੱਚ ਜੁੜਨਾ ਚਾਹੁੰਦੇ ਨੇ, ਮੈਂ ਇੱਕ ਵਾਰੀ ਤੁਹਾਡੀ ਪਰਮਿਸ਼ਨ ਨਾਲ ਉਹਨਾਂ ਨੂੰ ਐਡ ਕਰਨਾ ਚਾਹਾਂਗਾ। ਕਰ ਲਓ ਜੀ, ਕਰ ਲਓ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ। ਹਾਂਜੀ ਭਾਜੀ, ਮੈਂ ਸਰਪੰਚ ਬੋਲ ਰਿਹਾ ਸੋਨਾ ਪਿੰਡ ਤੋਂ ਜੀ। ਜੀ ਭਾਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਟਾਈਟਲ ਦੇਖਿਆ, ਸਾਡਾ ਮਨ ਕੀਤਾ ਗੱਲ ਕਰਨੇ ਨੂੰ। ਜੀ ਬਿਲਕੁਲ। ਇੱਕ ਸਾਡੇ ਨਾਲ ਹੋਰ ਵੀਰ ਜੀ ਜੁੜੇ ਨੇ, ਮੈਨੂੰ ਪੁੱਛਣਾ ਚਾਹੂੰਗਾ ਸਰ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਬਿਲਕੁਲ ਆ ਰਹੀ ਹੈ ਜੀ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੈਂ ਵਜੀਰਪੁਰ ਤੋਂ ਬੋਲ ਰਿਹਾ ਜਸਪ੍ਰੀਤ ਸਿੰਘ ਜੀ। ਸਰਪੰਚ ਸਾਹਿਬ ਸਾਡੇ ਤਾਂ ਵਜੀਦਪੁਰ ਤੋਂ ਵੀ ਭਾਈ ਸਾਹਿਬ ਨੇ, ਤੁਸੀਂ ਵੀ ਜੁੜੇ ਹੋਏ, ਆਪਣਾ ਪੁਆਇੰਟ ਆਫ ਵਿਊ ਰੱਖ ਸਕਦੇ ਹੋ ਜੀ। ਸਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੋ ਕੱਲ ਦੀ ਘਟਨਾ ਹੈ ਉਹਨੂੰ ਆਪਾਂ ਜਾਇਜ਼ ਨਹੀਂ ਠਹਿਰਾ ਸਕਦੇ। ਚਲੋ ਬੜਾ ਮੰਦਭਾਗਾ ਹੋਇਆ ਜੀ। ਪਰ ਜਿਸ ਤਰ੍ਹਾਂ ਮੀਡੀਆ ਬਾਰ-ਬਾਰ ਇੱਕੋ ਵਾਰ, ਚਲੋ ਕੱਪੜੇ ਤਾਂ ਜਿੱਦਾਂ ਕਹਿ ਲਈਏ ਵੀ ਇੱਕ ਵਾਰ ਪਾਟੇ ਆ, ਬਹੁਤ ਮੰਦਭਾਗਾ, ਇਹਨੂੰ ਜਾਇਜ਼ ਨਹੀਂ। ਮੈਂ ਬਾਰ-ਬਾਰ ਇਹ ਗਲਤ ਪੁਆਇੰਟ ਰੱਖਣਾ ਚਾਹੁੰਦਾ, ਪਰ ਬਾਰ-ਬਾਰ ਦਿਖਾ ਰਿਹਾ ਹੈ। ਪਰ ਮੀਡੀਆ ਨੂੰ ਵੀ ਚਾਹੀਦਾ ਆ ਵੀ ਜਿਹੜਾ ਸੋਸ਼ਲ ਉਹ ਆਪਣਾ ਰੋਲ, ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਆਪਣਾ ਜਿਹੜਾ ਰੋਲ ਆ ਬਖੂਬੀ ਨਿਭਾ ਨਹੀਂ ਸਕਿਆ ਹੁਣ ਤੱਕ। ਕਿਵੇਂ ਕਹਿ ਸਕਦੇ ਹੋ ਚੀਜ਼, ਕਿਉਂਕਿ ਹਰ ਮੀਡੀਆ ਨੇ ਜ਼ੋਰ ਲਾਇਆ, ਪੰਜਾਬ ਦੇ ਮੀਡੀਆ ਨੇ ਤੇ ਖਾਸ ਕਰਕੇ ਜੀ। ਪੰਜਾਬ ਦੇ ਮੀਡੀਆ ਦਾ ਅਸੀਂ ਸ਼ੁਕਰਗੁਜ਼ਾਰ ਹਾਂ, ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਅਸੀਂ ਇਸ ਸੰਘਰਸ਼ ਨਾਲ ਵੀ ਜੁੜੇ ਹਾਂ। ਪਰ ਲੰਬੇ ਸਮੇਂ ਤੋਂ ਜਿਹੜਾ ਗੋਦੀ ਮੀਡੀਆ ਨਾ ਉਹ ਅਣਦੇਖਾ ਕਰ ਰਿਹਾ ਇਸ ਅੰਦੋਲਨ ਨੂੰ। ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਜਿਹੜਾ ਗੁੱਸਾ ਆ ਉਹ ਉੱਠ ਕੇ ਬਾਹਰ ਆ ਰਿਹਾ, ਕਿਉਂਕਿ ਜਿਹੜਾ ਸਬਰ ਦਾ ਬੰਨ੍ਹ ਉਹ ਟੁੱਟਦਾ ਜਾ ਰਿਹਾ। ਪਰ ਲੋਕਤੰਤਰ ਦੇ ਵਿੱਚ ਆਪਾਂ ਜਗ੍ਹਾ ਨਹੀਂ ਦੇ ਸਕਦੇ, ਬਹੁਤ ਮੰਦਭਾਗਾ ਹੋਇਆ, ਏਦਾਂ ਨਹੀਂ ਹੋਣਾ ਚਾਹੀਦਾ। ਪਰ ਮੇਰੀ ਤਾਂ ਸਰਕਾਰ ਅੱਗੇ ਜੀ ਸਰਪੰਚ ਸਾਹਿਬ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹੈ। ਜੋ ਹੋਇਆ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ, ਪਰ ਜਦੋਂ ਸਬਰ ਪਾਣੀ ਹੁਣ ਜਦੋਂ ਸਿਰ ਤੋਂ ਉੱਪਰੋਂ ਟੱਪੇਗਾ ਤਾਂ ਆਪਾਂ ਹੱਥ ਪੈਰ ਮਾਰਾਂਗੇ, ਨਹੀਂ ਮਾਰਾਂਗੇ। ਜੋ ਰਣਜੀਤ ਸਿੰਘ ਕਾਣੀਪੁਰ ਨਾਲ ਹੋਇਆ ਉਹ ਮੱਧਭੰਗਾ ਸੀ। ਕਿਸੇ ਵੀ ਬੀਜੇਪੀ ਦੇ ਲੀਡਰ ਨੇ ਇਹ ਗੱਲ ਕਹੀ ਹੈ ਕਿ ਉਹ ਮੱਧਭੰਗਾ? ਮੈਂ ਬਿਲਕੁਲ ਮੈਂ ਇਸ ਕਹਿੰਦਾ ਕਿਸਾਨੀ ਸੰਘਰਸ਼ ਵਿੱਚ ਆਖਰੀ 45 ਦਿਨ ਹਿੱਸਾ ਰਿਹਾ ਤੇ ਸਾਡੇ ਪਿੰਡ ਤੋਂ ਨਿਰੰਤਰ ਜਥੇ ਵੀ ਜਾ ਰਹੇ ਆ ਤੇ ਅਸੀਂ ਲਗਾਤਾਰ ਹਿੱਸਾ ਬਣੇ ਹੋਏ। ਸਰਪੰਚ ਸਾਹਿਬ ਮੇਰੀ ਬੈਂਸ ਸਾਹਿਬ ਨਾਲ ਵੀ ਗੱਲਬਾਤ ਹੋ ਰਹੀ ਹੈ, ਸੁਰਿੰਦਰ ਬੈਂਸ ਜੀ, ਉਹ ਇਹ ਕਹਿ ਰਹੇ ਨੇ ਕਿ ਨੌਜਵਾਨ ਨੇ ਉਤੇਜਿਤ ਹੋ ਜਾਂਦੇ ਨੇ, ਬਹੁਤ ਰੋਕੀਦਾ, ਪਰ ਜਦ ਮੌਤਾਂ ਹੁੰਦੀਆਂ ਦੇਖਦੇ ਨੇ ਹਰ ਰੋਜ਼ 2-2 ਲਾਸ਼ਾਂ ਪੰਜਾਬ ਵੱਲ ਪਰਤਦੀਆਂ ਨੇ, ਫਿਰ ਮਨ ਭਰ ਆਉਂਦਾ ਆ। ਮੈਨੂੰ ਏਦਾਂ ਲੱਗ ਰਿਹਾ ਕਿਤੇ ਨਾ ਕਿਤੇ ਜਿੱਦਾਂ ਉਹਨਾਂ ਨੇ ਬੋਲਿਆ ਪਾਣੀ ਸਿਰ ਤੋਂ ਟੱਪਦਾ ਜਾ ਰਿਹਾ, ਪਰ ਜਿਹੜੇ ਇਹ ਦੇਖੋ ਇਹ ਬੜੀ ਲੋਅ ਲੈਵਲ ਦੀਆਂ ਗੱਲਾਂ ਆ। ਜਿਹੜਾ ਹਾਈ ਲੈਵਲ ਤੇ ਜਿਹੜੇ ਬੈਠੇ ਆ, ਮੈਂ ਸੋਚਦਾ ਵੀ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਹਜੇ ਵੀ। ਉਹਨਾਂ ਨੂੰ ਇਹਨਾਂ ਘਟਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ। ਮੈਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਜਿਹੜੀ ਖਬਰ ਆ ਇਹ ਮੋਦੀ ਤੱਕ ਪਹੁੰਚੀ ਵੀ ਹੋਊਗੀ ਜਾਂ ਨਹੀਂ ਪਹੁੰਚੀ ਹੋਊਗੀ। ਜੀ ਸਭ ਵੀਡੀਓ ਇਹ ਜਿਹੜਾ ਹੈਗਾ ਨਾ ਇਹਨਾਂ ਦਾ ਮੀਡੀਆ ਜਿਹੜਾ ਇਹਨਾਂ ਦਾ ਸਾਰਾ ਕੁਝ ਜੇ ਮੋਦੀ ਤੱਕ ਨਹੀਂ ਜਾ ਰਿਹਾ ਤਾਂ ਅਮਿਤ ਸ਼ਾਹ ਜੀ ਜਾਂ ਜਿਹੜੇ ਲੋਕਲ ਬੈਠੇ ਨੇ ਸਾਰਾ ਕੁਝ ਕਵਰੇਜ ਉਹਨਾਂ ਜੀ ਬਹੁਤ ਚੰਗੇ ਵਿਚਾਰ ਰੱਖੇ ਨੇ ਬਾਈ ਜੀ ਨੇ ਕਿ ਐਟਲੀਸਟ ਗੋਦੀ ਮੀਡੀਆ ਕੰਮ ਨਹੀਂ ਕਰ ਰਿਹਾ, ਪਰ ਪ੍ਰਧਾਨ ਮੰਤਰੀ ਤੱਕ ਅਸਲੀਅਤ ਤਾਂ ਪਹੁੰਚ ਰਹੀ ਹੈ ਨਾ। ਨਹੀਂ ਪਰ ਇੰਨਾ ਦੇਖੋ ਵੀਰ ਜੀ, ਫਿਰ ਇੰਨਾ ਸਰੀਆ ਧੌਣ ਚ ਕੱਲ੍ਹ ਉਡਾ ਕੇ ਬੈਠਿਆ। ਦੇਖੋ ਲਗਾਤਾਰ ਕਿਸਾਨ ਸ਼ਹੀਦ ਹੋ ਰਹੇ ਆ, ਲਗਾਤਾਰ 300 ਔਰ ਵਿਰੋਧ ਸਿਰਫ ਇੰਡੀਆ 'ਚ ਨਹੀਂ ਰਹਿ ਗਿਆ ਜੀ, ਬੰਗਲਾਦੇਸ਼ ਵਿੱਚ ਦੇਖ ਲਓ ਕੀ ਹਾਲਾਤ ਬਣ ਚੁੱਕੇ ਨੇ। ਬੰਗਲਾਦੇਸ਼ ਦੀ ਭਾਜੀ ਦੇਖੋ, ਹੁਣ ਤੁਸੀਂ ਹੁਣ ਸੂਰੀ ਸਾਹਿਬ ਮਾਈਂਡ ਨਾ ਕਰਿਓ, ਬੰਗਲਾਦੇਸ਼ ਦੀ ਮੈਂ ਸਵੇਰ ਦੀ ਜਾਂ ਜੀਤ ਅਖਬਾਰ ਫੋਲ ਰਿਹਾ ਸੀ, ਇੱਕ ਵੀ ਪੁਆਇੰਟ ਉੱਤੇ ਖਬਰ ਨਹੀਂ ਲੱਗੀ ਬੰਗਲਾਦੇਸ਼ ਦੀ, ਤੇ ਸਿਰਫ NDTV ਇੰਡੀਆ ਦਿਖਾਇਆ। ਜਦ ਤੁਸੀਂ ਵੀ ਕੁਛ ਤੇ ਬੜੇ ਵਿਊ ਦਿੱਤੇ, ਤੁਸੀਂ ਚੈਨਲ ਲਾ ਕੇ ਦੇਖੋ, ਨਿਊਜ਼ ਚੈਨਲ, ਇਸ ਨੂੰ ਦਬਾਇਆ ਜਾ ਰਿਹਾ ਆ। ਸਰ ਜਿਸ ਸਮੇਂ ਦੰਗੇ ਫਸਾਦ ਹੋਏ ਨੇ ਉਸ ਸਮੇਂ ਦੱਸਿਆ ਜਾਂਦਾ ਕਿ ਅਕਸ਼ੇ ਕੁਮਾਰ ਪਾਣੀ ਕਿਹੜਾ ਪੀਂਦਾ। ਪਹਿਲਾਂ ਸ਼ੁਕਲਤਾ ਮੈਡਮ ਨੇ, ਸੈਣੀ ਮੈਡਮ ਨੇ ਗੱਲ ਕਹੀ ਹੈ, ਇੱਕ ਐਮਰਜੈਂਸੀ ਹੁੰਦੀ ਆਪਣਾ ਘੋਸ਼ਿਤ ਕਰਨੀ ਹੈ। ਇੱਕ ਡਿਕਟੇਟਰਸ਼ਿਪ ਹੈ, ਆਪਾਂ ਇੱਕ ਤਰ੍ਹਾਂ ਨਾਲ ਡਿਕਟੇਟਰਸ਼ਿਪ ਦੇ ਵਿੱਚ ਜੀ ਰਹੇ ਹਾਂ। ਜਰਮਨ 'ਚ ਜੀ ਰਹੇ ਅਸੀਂ ਹਿਟਲਰ ਦੇ ਜ਼ਮਾਨੇ ਵਿੱਚ। ਸੂਰੀ ਸਾਹਿਬ ਮੈਨੂੰ ਤਾਂ ਇਸ ਗੱਲ ਦਾ ਡਰ ਲੱਗ ਰਿਹਾ ਵੀ ਹਜੇ 2024 ਤੋਂ ਬਾਅਦ ਨਾ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਦੁਬਾਰਾ ਆ ਜਾਵੇ ਤਾਂ ਅਸੀਂ ਉਸ ਚੀਜ਼ ਨੂੰ ਸੋਚ ਕੇ ਵੀ ਸਾਡੇ ਮਨਾਂ ਅੰਦਰ ਡਰ ਪੈਦਾ ਹੋ ਰਿਹਾ ਆ। ਇੰਨਾ ਲੋਕਤੰਤਰ ਦਾ ਘਾਣ ਹੋ ਚੁੱਕਾ ਆ ਤੇ ਹੋ ਰਿਹਾ ਆ। ਤੇ ਜੋ EVM ਮਸ਼ੀਨਾਂ ਦੀ ਵੀ ਆਵਾਜ਼ ਉੱਠਦੀ ਆ, ਹੁਣ ਦੇਖੋ EVM ਦਾ ਜਿਹੜਾ ਹਜੇ ਵੀ ਮੈਨੂੰ ਡਰ ਲੱਗ ਰਿਹਾ, ਜਿਹੜੀਆਂ ਚੋਣਾਂ ਹੋਈਆਂ ਆ ਇਹ ਕਿਤੇ ਧੋਖਾ ਨਾ ਹੋ ਜਾਵੇ ਇਹਦੇ ਵਿੱਚ। ਇਸ ਕਰਕੇ ਜਿਹੜੀ ਇਹਦੇ ਲਈ ਵੀ ਆਪਾਂ ਨੂੰ ਤੁਸੀਂ ਡਿਬੇਟ ਰੱਖੋ ਜਾਂ ਇਹਦੇ ਲਈ ਵੀ ਤੁਸੀਂ ਆਪਣਾ ਇੱਕ ਮੂਵਮੈਂਟ ਚਲਾਓ ਵੀ EVM ਰਾਹੀਂ ਕੋਈ ਵੀ। ਜੀ ਸਰਪੰਚ ਸਾਹਿਬ ਅਸੀਂ ਉਹਨਾਂ ਦਾ ਪੁਆਇੰਟ ਆਫ ਵਿਊ ਸੁਣ ਲਿਆ। ਇੱਕ ਸਰਪੰਚ ਸਾਹਿਬ ਨੇ ਕਿਹਾ ਹੈਗਾ ਵੀ ਉਹਨਾਂ ਨੇ ਧੌਣ 'ਚ ਕਿੱਲਾ ਕਿਉਂ ਉਡਾਇਆ ਵਾ, ਮੈਂ ਉਸ ਚੀਜ਼ ਦਾ ਜਵਾਬ ਦੇਣਾ ਚਾਹੁੰਦਾ। ਉਹ ਧੌਣ 'ਚ ਕਿੱਲਾ ਇਸ ਲਈ ਹੈ ਵੀ ਜੇ ਆਪਾਂ ਹੁਣ ਹਾਰ ਮੰਨ ਗਏ ਤਾਂ ਆਪਾਂ ਪਿੱਛੇ ਹਟ ਜਾਾਂਗੇ, ਕਿਉਂਕਿ ਇਹਨਾਂ ਨੂੰ ਪ੍ਰੋਬਲਮ ਇਹ ਸ਼ੁਰੂ ਹੋਇਆ ਗੋਧਰਾ ਕਾਂਡ ਤੋਂ। ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ, ਚਾਹੇ ਗੋਧਰਾ ਕਾਂਡ ਰੱਖ ਲਈਏ, ਚਾਹੇ ਰਾਮ ਮੰਦਿਰ ਰੱਖ ਲਈਏ, ਚਾਹੇ ਆਪਾਂ ਜੰਮੂ ਕਸ਼ਮੀਰ 'ਚ ਇਹਨਾਂ ਨੇ ਬਿੱਲ ਪਾਸ ਕੀਤੇ ਹੈਗੇ ਉਹ ਰੱਖ ਲਈਏ, ਚਾਹੇ ਦਿੱਲੀ ਦੇ ਵਿੱਚ ਰੱਖ ਲਈਏ, ਚਾਹੇ ਤਲਾਕ ਦਾ ਰੱਖ ਲਈਏ, ਚਾਹੇ ਦਿੱਲੀ ਦੇ ਵਿੱਚ ਰੱਖ ਲਓ, ਚਾਹੇ ਛੋਟੀ ਤਲਾਕ ਦਾ ਰੱਖ ਲਈਏ, ਚਾਹੇ ਦਿੱਲੀ ਦੇ ਵਿੱਚ ਰੱਖ ਲਈਏ। ਇਹਨਾਂ ਦਾ ਮੂੰਹ ਕਿਸੇ ਨੇ ਮੋੜਿਆ ਨਹੀਂ ਹੈ। ਹੁਣ ਪ੍ਰੋਬਲਮ ਇੱਥੇ ਹੈ, ਜੇ ਕਿਸਾਨ ਜਥੇਬੰਦੀਆਂ ਮੋਰੇ ਝੁਕ ਗਏ
ਤਾਂ ਫਿਰ ਸਾਰੇ ਪਾਸੇ ਆਵਾਜ਼ ਉੱਠੇਗੀ। ਕੁੱਕ ਧੋਣ ਉੱਠ ਚੁੱਕੀ ਹੈ ਸਰ, ਉੱਠ ਚੁੱਕੀ ਹੈ। ਪੂਰੇ ਭਾਰਤ ਵਿੱਚ ਉਸਲ ਵੱਟੇ ਲੈ ਰਿਹਾ ਆ, ਪੂਰੇ ਭਾਰਤ ਵਿੱਚ ਅੰਦੋਲਨ ਉਸੇ ਵੱਟ ਰਹਿ ਰਿਹਾ, ਉੱਠ ਚੁੱਕੀ ਹੈ ਜੀ। ਸੂਰੀ ਸਾਹਿਬ ਇਸੇ ਗੱਲ ਲਈ ਆਪਾਂ ਵਧਾਈ ਦੇ ਕੁਝ ਪਾਤਰ ਵੀ ਆ ਪੰਜਾਬੀ ਜਿਨ੍ਹਾਂ ਨੇ ਆਪਾਂ ਇਸ ਮੂਵਮੈਂਟ ਨੂੰ ਬੜੇ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਚਲਾ ਕੇ ਰੱਖਿਆ ਆ, ਜਿਸ ਨਾਲ ਆਪਾਂ ਇਹਨਾਂ ਦੇ ਨਤੀਜੇ ਸਾਰਥਕ ਨਤੀਜੇ ਸਾਡੇ ਸਾਹਮਣੇ। ਅੱਛਾ ਸਰ, ਮੈਂ ਇੱਕ ਲਾਸਟ ਸਵਾਲ ਲੈਣਾ ਚਾਹਾਂਗਾ ਤੁਹਾਡੇ ਦੋਨਾਂ ਤੋਂ, ਕਿਉਂਕਿ ਹੋਰ ਕਾਲਰ ਵੀ ਜੁੜਨਾ ਚਾਹੁੰਦੇ ਨੇ। ਕੀ ਲੱਗਦਾ ਸਿਆਸੀ ਗੇਮ ਕੌਣ ਖੇਡ ਰਿਹਾ ਆ ਹੁਣ? ਸਰ ਸਿਆਸੀ ਗੇਮ ਦਾ ਜੀ ਮੈਂ ਜਵਾਬ ਦੇਣਾ ਚਾਹਾਂਗਾ। ਮੈਂ ਜਦੋਂ ਇਹ ਦਿੱਲੀ ਦੇ ਵਿੱਚ 26 ਨੂੰ ਗਏ ਸੀ ਨਾ ਆਪਾਂ, 26 ਨਵੰਬਰ ਨੂੰ ਆਈ ਥਿੰਕ ਹਨ, ਉਸ ਤੋਂ ਬਾਅਦ ਜੋ ਹੋ ਰਿਹਾ ਸਿਆਸੀ ਖੇਡ ਦਾ ਹੈ ਕਿ ਹਰ ਇੱਕ ਨੂੰ ਡਰ ਹੈ ਕਿ ਜਿੱਦਾਂ ਅਕਾਲੀ ਦਲ ਨੂੰ, ਬੀਜੇਪੀ ਨੂੰ, ਕਾਂਗਰਸ ਨੂੰ, ਹਰ ਇੱਕ ਨੂੰ ਡਰ ਹੈ ਕਿ ਕਿਸਾਨੀ ਘੋਲ ਤੋਂ ਬਾਅਦ ਕਿਤੇ ਕੇਜਰੀਵਾਲ ਵਾਂਗੂ, ਆਮ ਆਦਮੀ ਪਾਰਟੀ ਵਾਂਗੂ ਕਿਤੇ ਪੰਜਾਬ ਦੇ ਵਿੱਚ ਨਵੀਂ ਪਾਰਟੀ ਨਾ ਕੇ ਆ ਜੇ। ਹਰੇਕ ਕੋਈ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਸਿਆਸੀ ਖੇਲ ਖੇਡ ਰਿਹਾ ਹੈ ਕਿ ਜੇਕਰ ਦੇਖੋ ਚਾਹੇ ਲੱਖਾ ਸਿਧਾਣਾ ਹੈ, ਚਾਹੇ ਕਿਸਾਨ ਜਥੇਬੰਦੀਆਂ ਨੇ, ਚਾਹੇ ਵੀਰ ਦੀਪ ਸਿੱਧੂ ਹੈ। ਦੇਖੋ ਦੀਪ ਸਿੱਧੂ ਦਾ ਇੱਕ ਬਿਆਨ ਆਇਆ ਸੀ ਕਿ ਜਜ਼ਬਾਤੀ ਹੋ ਕੇ ਬੰਦੇ ਬਹੁਤ ਕੁਝ ਨੌਜਵਾਨ ਕਰ ਲੈਂਦੇ ਆ। ਉਹਦੇ ਵਿੱਚ ਕੋਈ ਦੀਪ ਸਿੱਧੂ ਨੂੰ ਗਲਤ ਕਹੇਗਾ, ਕੋਈ ਚੰਗਾ ਕਹੇਗਾ, ਪਰ ਉਹਦੇ ਮਗਰ ਵੀ ਜੂਤ ਬਹੁਤ ਹੈ ਜੀ। ਜਿਹੜੀ ਤੁਸੀਂ ਦੀਪ ਸਿੱਧੂ ਨੂੰ ਪਸੰਦ ਕਰਦੇ ਹੋ? ਨਹੀਂ, ਦੀਪ ਸਿੱਧੂ ਨੇ ਬਿਲਕੁਲ ਸਹੀ ਕੀਤਾ ਜੀ। ਜਜ਼ਬਾਤੀ ਹੋ ਕੇ ਬੰਦਾ ਕੋਈ ਨਾ ਕੋਈ ਕਦਮ ਉਠਾਉਂਦਾ ਹੈ। ਨਹੀਂ, ਪਰ ਸਰ ਦੀਪ ਸਿੱਧੂ ਦਾ ਉਸ ਤੋਂ ਬਾਅਦ ਜਿਹੜਾ ਬਿਆਨ ਆਇਆ ਕਿ ਮੈਂ ਸਿਰਫ ਆਪਣੇ ਫਾਲੋਅਰ ਵਧਾਉਣ ਲਈ ਵੀਡੀਓ ਬਣਾ ਰਿਹਾ ਸੀ, ਉਹਨੂੰ ਕਿਵੇਂ ਦੇਖਦੇ ਹੋ? ਨਹੀਂ ਸੂਰੀ ਸਾਹਿਬ, ਮੈਂ ਇਹਨਾਂ ਨਾਲ ਐਗਰੀ ਨਹੀਂ ਹੈਗਾ। ਦੀਪ ਸਿੱਧੂ ਦੀ ਬਹੁਤ ਵੱਡੀ ਸੰਘਰਸ਼ ਨੂੰ ਦੇਣ ਵੀ ਜੀ। ਤੁਸੀਂ ਪਹਿਲਾਂ ਪਿੱਛੇ ਨੂੰ ਝਾਤ ਮਾਰ ਕੇ ਦੇਖੋ, ਜਦੋਂ ਇਹ ਮੂਵਮੈਂਟ ਸ਼ੁਰੂ ਹੋਈ ਤੋਂ 4 ਮਹੀਨੇ ਤਾਂ ਆਪਾਂ ਨੂੰ ਦਿੱਲੀ 'ਚ ਬੈਠਿਆਂ ਨੂੰ ਹੋ ਗਏ ਆ। ਉਸ ਤੋਂ ਵੀ 2-3 ਮਹੀਨੇ ਪਹਿਲਾਂ ਆਪਾਂ ਪੰਜਾਬ ਵਿੱਚ 4 ਮਹੀਨੇ ਹੋਏ ਲੱਗੇ ਹੋਏ ਸੀ, ਜਿਸ ਵਿੱਚ ਦੀਪ ਸਿੱਧੂ ਔਰ ਲੱਖਾ ਸਿਧਾਣਾ ਦੀ ਦੇਣ ਕੀ ਸੀ। ਮੈਂ ਲੱਖਾ ਸਿਧਾਣਾ ਤੋਂ ਵੀ ਉੱਪਰ ਵੀ ਦੀਪ ਸਿੱਧੂ ਦੀ ਇੱਕ ਤਰ੍ਹਾਂ ਨਾਲ ਅਗਵਾਈ ਕੀਤੀ ਆ, ਅਗਵਾਈ ਕੀਤੀ ਹੈ ਜੀ। ਹਾਂਜੀ, ਉਹ ਦਿੱਲੀ ਤੱਕ ਲੈ ਕੇ ਜਾਣੇ ਵਾਲੇ, ਪਹੁੰਚਾਉਣੇ ਵਾਲੇ ਤੇ ਉੱਥੇ ਸਿੰਘੂ ਬਾਰਡਰ ਤੇ ਪਹੁੰਚਾਉਣੇ ਵਾਲੇ, ਬਿਠਾਉਣੇ ਯੂਥ ਨੂੰ ਜਾਗਰੂਕ ਕੀਤਾ, ਤੁਸੀਂ ਇਹ ਕਹਿੰਦੇ ਹੋ? ਬਿਲਕੁਲ ਸੋਸ਼ਲ ਮੀਡੀਆ ਤੇ ਯੂਥ ਨੂੰ ਜਾਗਰੂਕ ਕੀਤਾ ਦੋਨਾਂ ਵੀਰਾਂ ਨੇ ਕੀਤਾ ਹੈਗਾ। ਮੈਂ ਇਹਨਾਂ ਦੀ ਭਾਈ ਉਹਨਾਂ ਦੀ ਗੱਲ ਨੂੰ ਰੋਕ ਕੇ ਪਲੀਜ਼ ਮੈਂ ਮਾਫੀ ਮੰਗਦਾ, ਪਰ ਤੁਸੀਂ ਉਧਰ ਕਵਰ ਕੀਤਾ ਸੀ ਉਹ ਆਪਣਾ ਖਾਟਕੜ ਕਲਾਂ ਵਾਲਾ ਪ੍ਰੋਗਰਾਮ, ਬੰਗਾ ਰੈਲੀ ਵਾਲਾ, ਜਿਸ ਵਿੱਚ ਅਸੀਂ ਸਾਰੇ ਮੌਜੂਦ ਸੀ, ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ। ਉਸ ਵਿੱਚ ਦੀਪ ਸਿੱਧੂ ਦੇ ਕਿੰਨੇ ਫਾਲੋਅਰ ਸੀ? ਸੂਰੀ ਸਾਹਿਬ ਨੂੰ ਬੇਨਤੀ ਕਰਦਾ, ਬੜੀ ਤੁਸੀਂ ਇਮਾਨਦਾਰੀ ਨਾਲ ਓਨੈਸਟਲੀ ਦੱਸਿਓ, ਕਿੰਨੇ ਫਾਲੋਅਰ ਸੀ ਦੀਪ ਸਿੱਧੂ ਦੇ? ਕਿੰਨੀ ਵੱਡੀ ਮਾਤਰਾ ਦੇ ਵਿੱਚ ਦੀਪ ਸਿੱਧੂ ਦੇ ਜਿਹੜੇ ਫੈਨ ਸੀ ਜਾਂ ਯੂਥ ਸੀ ਉਹ ਪਹੁੰਚਿਆ ਹੋਇਆ ਸੀ। ਤੁਸੀਂ ਵੀ ਇਹ ਗੱਲ ਨੂੰ ਨੋਟ ਕੀਤਾ ਹੋਣਾ। ਸਾਹਮਣੇ ਦਿਖਾ ਦੇਗਾ ਮੀਡੀਆ, ਉਹ ਚੀਜ਼ ਕਿਤੇ ਸਾਹਮਣੇ ਨਹੀਂ ਦਿਖਾਉਂਦੇ। ਨਹੀਂ ਚਲੋ ਨਹੀਂ, ਮੈਂ ਦੇਖੋ ਮੈਨੂੰ ਇਹ ਵਾਕਿਆ ਯਾਦ ਨਹੀਂ, ਲੇਕਿਨ ਲੰਗੜੋਏ ਮੈਨੂੰ 3 ਨੌਜਵਾਨ ਜ਼ਰੂਰ ਮਿਲੇ ਸੀਗੇ, ਜਿਹੜੇ 3 ਨੌਜਵਾਨ ਜ਼ਰੂਰ ਮਿਲੇ ਸੀ, ਜਿਹਨਾਂ ਦੇ ਹੱਥ ਵਿੱਚ ਤਖਤੀਆਂ ਸੀਗੀਆਂ ਦੀਪ ਸਿੱਧੂ ਦੇ ਲਈ ਔਰ ਲੱਖੇ ਸਿਧਾਣੇ ਲਈ। ਬਿਲਕੁਲ ਭਾਜੀ, ਆਪਾਂ ਨਾ ਏਦਾਂ ਇਹਨਾਂ ਚੀਜ਼ਾਂ ਨੂੰ ਉੱਪਰ ਉੱਠ ਕੇ ਮੈਂ ਤਾਂ ਇਹ ਚਾਹੁੰਦਾ ਵੀ ਆਪਾਂ ਸਾਰੇ ਇਕੱਠੇ ਇੱਕ ਮੰਚ ਤੇ ਆਈਏ ਤਾਂ ਸੰਘਰਸ਼ ਨੂੰ ਹੋਰ ਬਲ ਮਿਲ ਸਕੇ। ਸਰਪੰਚ ਸਾਹਿਬ, ਤੁਹਾਡਾ ਸਾਡੇ ਪ੍ਰਤੀਕਰਮ ਪਹੁੰਚ ਗਿਆ, ਲੇਕਿਨ ਬਾਈ ਜੀ ਦਾ ਇੱਕ ਪ੍ਰਤੀਕਰਮ ਰਹਿ ਗਿਆ। ਸਿਆਸੀ ਪਾਰਟੀ ਕੌਣ ਗੇਮ ਖੇਡ ਰਹੀ ਹੈ, ਉਹਨਾਂ ਤੇ ਜ਼ਰੂਰ ਜਵਾਬ ਲੈ ਲਈਏ। ਦੇਖੋ ਸਿਆਸੀ ਪਾਰਟੀਆਂ ਦੇ ਵਿੱਚ ਤਾਂ ਦੇਖੋ ਸਾਰੇ ਤਾਂ ਗੇਮ ਖੇਡਦੇ ਹੁੰਦੇ। ਦੇਖੋ ਜੀ, ਸੱਤਾ ਦੀ ਦੌੜ ਦੇ ਵਿੱਚ ਤਾਂ ਹਰ ਕੋਈ ਸ਼ਾਮਲ ਹੁੰਦਾ ਹੈ। ਮੈਂ ਵੀਰ ਜੀ ਦਾ ਬਿਆਨ ਲੈਣਾ ਚਾਹੁੰਦਾ ਜੀ, ਜਿਹੜੇ ਬਜੀਤਪੁਰ ਤੋਂ ਨੇ। ਜੀ ਸਰ। ਜੀ ਹਾਂਜੀ ਸਰ, ਤੁਹਾਡਾ ਆਨਸਰ ਵਿੱਚ ਹੀ ਰਹਿ ਗਿਆ, ਕਿਉਂ ਸਿਆਸੀ ਗੇਮ ਖੇਡ ਰਿਹਾ ਜੀ? ਆਨਸਰ ਇਹੀ ਹੈ ਕਿ ਸਿਆਸੀ ਪਾਰਟੀ ਨੂੰ ਇਹ ਡਰ ਬਣਿਆ ਹੈ ਕਿ ਕੋਈ ਵੱਡਾ ਲੀਡਰ ਸਾਹਮਣੇ ਨਾ ਆ ਜਾਏ। ਦੀਪ ਸਿੱਧੂ ਦਾ ਵਿਰੋਧ ਕਰਨੇ ਦੇ ਕਾਰਨ ਵੀ ਵਿੱਚੋਂ ਕੁਝ ਅੰਤਰ ਇਸ ਤਰ੍ਹਾਂ ਹੈਗੇ ਆ ਕਿ ਦੀਪ ਸਿੱਧੂ ਇਹਦਾ ਮੋਰੀ ਨਾ ਬਣ ਜੇ। ਕਿਸਾਨ ਜਥੇਬੰਦੀਆਂ ਦਾ ਵੀ ਵਿਰੋਧ ਕਰਨੇ ਦਾ ਕੁਝ ਕਾਰਨ ਇਹ ਹੈ ਕਿ ਕਿਸਾਨ ਜਥੇਬੰਦੀਆਂ ਲੀਡ ਨਾ ਕਰ ਦੇਣ ਆ ਕੇ ਪੰਜਾਬ ਨੂੰ। ਇਸੇ ਤਰ੍ਹਾਂ ਲੱਖੇ ਸਿਧਾਣੇ ਦਾ ਵਿਰੋਧ ਕਰਨੇ ਦਾ ਵੀ ਇਹੀ ਕਾਰਨ ਹੈ ਕਿ ਲੱਖਾ ਸਿਧਾਣਾ ਕਿਤੇ ਅੱਗੇ ਨਾ ਨਿਕਲ ਜੇ। ਪ੍ਰੋਬਲਮ ਇੱਥੇ ਹੈ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਜਾਂ ਨੌਜਵਾਨਾਂ ਨੂੰ ਜਾਂ ਦੀਪ ਸਿੱਧੂ, ਲੱਖਾ ਸਿਧਾਣਾ ਦੇ ਜਿਹੜੇ ਹੱਕ 'ਚ ਬੰਦੇ ਆ, ਉਹਨਾਂ ਸਾਰਿਆਂ ਨੂੰ ਕੀ ਚਾਹੀਦਾ ਕਿ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਪਹਿਲਾਂ ਸੰਘਰਸ਼ ਜਿੱਤੀਏ ਤੇ ਅਗਲੀ ਰਣਨੀਤੀ ਨੂੰ ਬਾਅਦ 'ਚ ਤਿਆਰ ਕਰ ਲਾਂਗੇ। ਪ੍ਰੋਬਲਮ ਇੱਥੇ ਆ ਰਹੀ ਹੈ ਕਿ ਸੰਘਰਸ਼, ਪਰ ਸ਼ਾਇਦ ਵੋਟਾਂ ਦਰਵਾਜ਼ਾ ਤਾਂ ਨਹੀਂ ਖੜਕਾ ਰਹੀਆਂ 2022 ਵਾਲੀਆਂ, ਇਸ ਕਰਕੇ ਜਿਹੜੇ ਬਿਆਨ ਤੇਜ਼ੀ ਜਾ ਜਾਂਦੇ ਆ। ਹੋ ਸਕਦਾ ਜਿਹਨਾਂ ਦੇ ਮਨ 'ਚ ਭਾਵ ਨੇ ਕਿ ਮੈਂ ਅਗਲਾ ਐਮਐਲਏ, ਉਹ ਸੁੱਤੇ ਪਏ ਨੂੰ ਜਿਹੜਾ ਆ ਕੇ ਯਮਰਾਜ ਜਗਾਉਂਦਾ ਹੋਵੇ ਕਿ ਦਿਨ ਥੋੜੇ ਰਹਿ ਗਏ, ਉੱਠ ਕਰ ਕੁਝ ਕਰ ਲਾ। ਨਹੀਂ ਦੇਖੋ ਵੀ ਜੀ, ਮੈਂ ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਦੱਸਣਾ ਚਾਹੁੰਦਾ ਵੀ 2022 ਦੀ ਗੇਮ ਤਾਂ ਚਲੋ ਸਾਰਿਆਂ ਨੂੰ ਦਿਖ ਰਹੀ ਆ, ਪਰ ਮੈਂ ਪਰਸਨਲੀ ਮਨ 'ਚ ਇਹ ਕਹਿਣਾ ਵੀ ਕੋਈ ਵੀ ਆਵੇ ਪੰਜਾਬ ਦਾ ਭਲਾ ਹੋਣਾ ਚਾਹੀਦਾ, ਇਲਾਕੇ ਦਾ ਭਲਾ ਹੋਣਾ ਚਾਹੀਦਾ। ਜਿਹੜੇ ਅੱਛੇ ਲੋਕ ਆ ਉਹ ਅੱਗੇ ਆਉਣੇ ਚਾਹੀਦੇ ਆ, ਤੇ ਇਸ ਕਰਕੇ ਆਪਾਂ ਦੇਖਣਾ ਚਾਹੀਦਾ ਵੀ ਜਿਹੜਾ ਵੀ ਵਧੀਆ ਬੰਦਾ ਕੰਮ ਕਰ ਰਿਹਾ ਇਲਾਕੇ ਲਈ, ਉਹਨੂੰ ਅੱਗੇ ਆਉਣਾ ਚਾਹੀਦਾ, ਇੱਕੋ ਕਿਸੇ ਵੀ ਪਾਰਟੀ ਦਾ ਸੰਬੰਧ ਰੱਖਦਾ। ਜੀ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਿਆ ਤੁਹਾਡੇ ਦੋਨਾਂ ਨਾਲ ਗੱਲਬਾਤ ਕਰਕੇ। ਹੋਰ ਕਾਲਰ ਜੁੜਨਾ ਚਾਹੁੰਦੇ ਨੇ, ਆਪਾਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਫਿਰ ਤੁਹਾਡੇ ਨਾਲ ਜੁੜਾਂਗੇ। ਸਰ ਬਹੁਤ ਸ਼ੁਕਰੀਆ ਸਰ। ਥੈਂਕ ਯੂ।
ਥੈਂਕ ਯੂ। ਸੋ ਦੋਸਤੋ, ਗੱਲਬਾਤ ਦਾ ਜਿਹੜਾ ਸਿਲਸਿਲਾ ਬਹੁਤ ਲੰਬਾ ਹੋ ਰਿਹਾ ਕਿਉਂਕਿ ਐਡੀ ਲੰਬੀ ਵੀਡੀਓ ਦੇਖਣੀ ਵੀ ਆਮ ਦਰਸ਼ਕਾਂ ਲਈ ਔਖੀ ਹੁੰਦੀ ਹੈ। ਤਾਂ ਮੈਂ ਲਾਸਟ ਵਿੱਚ ਪਿੱਛੋਂ ਮੇਰੀ ਟੀਮ ਵੀ ਮੈਨੂੰ ਕਹਿ ਰਹੀ ਹੈ ਜੀ 1 ਘੰਟਾ ਹੋ ਗਿਆ, ਲੇਕਿਨ ਗੱਲਾਂ ਬਾਤਾਂ ਕਰਦੇ ਆਪਣੇ ਵਿਚਾਰ ਰੱਖਦੇ ਸਮੇਂ ਦਾ ਪਤਾ ਨਹੀਂ ਲੱਗਦਾ। ਸਵੀਟੀ ਲੱਕੀ ਸੰਧੂ ਕਹਿ ਰਹੇ ਨੇ ਜਾਣਕਾਰੀ ਹੈ ਨਹੀਂ ਕੋਈ ਮੈਡਮ ਨੂੰ। ਇਹ ਸ਼ਾਇਦ ਉਹਨਾਂ ਮੈਡਮ ਦੀ ਗੱਲ ਕਰ ਰਹੇ ਨੇ ਜਿਹੜੇ ਕਹਿ ਰਹੇ ਸੀਗੇ ਕਿ ਮੈਂ MBA ਕੀਤੀ ਆ, ਮੈਂ MBA ਕਰ ਰਹੀ ਹਾਂ, ਮੈਂ ਜੌਬ ਕਰ ਰਹੀ ਹਾਂ, ਸ਼ਾਇਦ ਇਹ ਉਹਨਾਂ ਬਾਰੇ ਆ। ਪਿੰਕਾ ਸਿੰਘ ਕਹਿ ਰਹੇ ਨੇ ਜ਼ਰੂਰੀ ਨਹੀਂ ਹੈਗਾ ਕਿ ਗ੍ਰੀਨ ਪੱਗ ਬੰਨ੍ਹ ਕੇ ਜਾਂ ਪਰਨਾ ਲੈ ਕੇ ਕੋਈ ਕਿਸਾਨ ਹੋਏਗਾ, ਕੋਈ ਸ਼ਰਾਰਤੀ ਅਨਸਰ ਵੀ ਹੋ ਸਕਦਾ। ਇਹ ਜਿਹੜੇ ਸ਼ੁਭ ਸੈਣੀ ਵਿੱਚ ਕਾਲਰ ਸੀਗੇ ਉਹਨਾਂ ਨੇ ਕਹਿਤਾ ਸੀਗਾ ਕਿ ਹੋ ਸਕਦਾ BJP ਦੇ ਸ਼ਰਾਰਤੀ ਅਨਸਰ ਹੋਣ। ਬੇਦੀ ਮੀਰਪੁਰੀਆ ਜੀ ਨਾਲ ਗੱਲ ਹੋ ਗਈ ਸੀਗੀ, ਜੇਕਰ ਹਜੇ ਵੀ ਮੋਦੀ ਸਰਕਾਰ ਨਹੀਂ ਜਾਗੀ ਤਾਂ ਹਾਲਾਤ ਹੋਰ ਖਰਾਬ ਹੋਣਗੇ। ਪ੍ਰਿੰਸ ਭਾਟੀਆ ਕਹਿ ਰਹੇ ਨੇ ਵੈਲ ਰਿਪਲਾਈਡ ਸੂਰੀ, ਮੈਂ ਸਾਹਿਬ ਨਹੀਂ ਪੜੂੰਗਾ। ਜਿੰਦਰ ਲੁਥਰਾ ਕਹਿ ਰਹੇ ਨੇ ਗੁੱਡ ਐਂਕਰ ਸ਼ੁਭ ਸੈਣੀ, ਗੁੱਡ ਆਨਸਰ ਸੂਰੀ ਜੀ। ਕੌਰ ਸਿਮਰਨ ਕਹਿ ਰਹੇ ਨੇ ਬਹੁਤ ਵਧੀਆ ਰਿਪਲਾਈ ਦਿੱਤਾ ਸੂਰੀ ਭਾਜੀ। ਸੂਰੀ ਜੀ ਕਾਲ ਔਨ ਦਿਸ ਮੈਟਰ ਪਲੀਜ਼ ਪਿਕ ਮਾਈ ਕਾਲ। ਮੈਂ ਪਿਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਬਹੁਤ ਕਾਲਸ ਰਹਿ ਗਈਆਂ, ਤਕਰੀਬਨ 40 ਤੋਂ 50 ਕਾਲਸ ਰਹਿ ਗਈਆਂ ਅੱਜ। P32 ਵਾਲੇ ਅੱਛਾ ਕੰਮ ਕਰ ਰਹੇ ਨੇ, ਵੈਰੀ ਗੁੱਡ ਸੂਰੀ ਜੀ। ਸੂਰੀ ਮੇਰੀ ਗੱਲ ਜ਼ਰੂਰ ਰੱਖਿਓ ਵੀਰ ਜੀ, ਮੈਂ ਤੁਹਾਡਾ ਮੈਸੇਜ ਸ਼ੇਅਰ ਕਰ ਦਿੱਤਾ ਜੀ। ਕਿਸਾਨ ਏਕਤਾ ਜ਼ਿੰਦਾਬਾਦ, ਗੁੱਡ ਆਨਸਰ। ਮੇਰਾ ਖਿਆਲ ਉਸੇ ਮੈਡਮ ਦੀ ਗੱਲ ਹੋ ਰਹੀ ਹੈ ਜਿਹਨਾਂ ਨੂੰ ਪਤਾ ਨਹੀਂ ਸੀ ਉਹ MBA ਕਰ ਰਹੇ ਨੇ ਕਿ ਕਰ ਚੁੱਕੇ ਨੇ। ਮੈਡਮ ਤਰਕ ਨਾਲ ਗੱਲ ਕਰਨੀ ਸਿੱਖ ਪਹਿਲਾਂ, ਇਹ ਸ਼ਾਇਦ ਸਾਰੇ ਮੈਸੇਜ ਉਹਨਾਂ ਮੈਡਮ ਲਈ ਨੇ। ਪਰ ਗੱਲ ਇੱਥੇ ਉਹੀ ਹੈ ਕਿ ਅਗਰ ਅਸੀਂ ਕਿਸੇ ਪਾਰਟੀ ਨਾਲ ਜੁੜੇ ਹਾਂ ਤਾਂ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਸਾਨੂੰ 100 ਰੁਪਏ ਦਾ ਤੇਲ ਪੁੱਗਦਾ, ਸਾਨੂੰ ਕੋਈ ਫਰਕ ਨਹੀਂ ਪੈਂਦਾ 15 ਲੱਖ ਆਵੇ ਨਾ ਆਵੇ, ਸਾਨੂੰ ਕੋਈ ਫਰਕ ਨਹੀਂ ਮਿਲਦਾ, ਸਾਨੂੰ ਆਟਾ 1000 'ਚ ਮਿਲੇ ਜਿੰਨੇ 'ਚ ਮਰਜ਼ੀ ਮਿਲੇ, ਸਾਨੂੰ ਪੁੱਗਦਾ। ਤੇ ਜਿਨ੍ਹਾਂ ਨੂੰ ਪੁੱਗਦਾ ਉਹਨਾਂ ਨੂੰ ਬਾਅਦ 'ਚ ਭੁਗਤਣਾ ਵੀ ਪੈਣਾ, ਇਹ ਗੱਲ ਯਾਦ ਰੱਖੋ। ਕਸ਼ਮੀਰੀ ਕੇਂਤ ਕਹਿ ਰਹੇ ਨੇ ਅੱਜ ਨੈੱਟ ਪ੍ਰੋਬਲਮ ਹੋ ਰਹੀ ਹੈ। ਸਰ ਅਸੀਂ ਬਿਲਕੁਲ ਪ੍ਰੋਪਰ ਸੈਟਅਪ 'ਚ ਬੈਠੇ, ਸਾਡੇ ਨੈੱਟ ਪ੍ਰੋਬਲਮ ਨਹੀਂ ਹੋ ਸਕਦੀ, ਤੁਸੀਂ ਆਪਣਾ ਰੀਚਾਰਜ ਕਰਾਓ ਕਿਉਂਕਿ ਕਈ ਵੇਲੇ ਲੋਕੇਸ਼ਨਸ 'ਤੇ ਹੋ ਜਾਂਦੀਆਂ ਨੇ, ਇੱਥੇ ਨਹੀਂ ਹੁੰਦੀਆਂ। ਅੰਦਰ ਸੈਣੀ ਗੁੱਡ ਜੌਬ। ਦਵਿੰਦਰ ਗਿੱਲ ਗੁੱਡ। ਰਜਿੰਦਰ ਆਲੂਵਾਲੀਆ ਕਿਸਾਨ ਏਕਤਾ ਜ਼ਿੰਦਾਬਾਦ। ਹਰਮਨ ਸਮਰਾ ਗੁੱਡ ਸਰ। ਪ੍ਰਿੰਸ ਭਾਟੀਆ, ਇਹ ਫਿਰ ਉਹੀ ਮੈਸੇਜਸ ਆ ਰਹੇ ਨੇ। ਗਗਨਦੀਪ ਸਿੰਘ ਜਾਨ ਤੂੰ ਹੀ ਮਾਰ ਦੇਣਾ ਚਾਹੀਦਾ ਇਸ ਨੂੰ, ਹੁਣ ਮੋਦੀ ਨਾਲ ਵੀ ਇੱਦਾਂ ਕਰੋ। सिमरन सिमी कह रहे हैं कि 1947 के बाद जितनी भी सरकारें बनी बीजेपी। एक कॉलर हो रहा ने, लास्ट कॉल जी लवांगे और 1 मिनट लगे बस दैट्स इट जी सर। अपना हेलो जी सर, अपना पॉइंट ऑफ व्यू रख सकते हो जी सर, लास्ट 1 मिनट रह गया। हाँ जी, सत श्री अकाल जी। सत श्री अकाल। अपना नाम दस दो जी भाजी। ये मुद्दा कल्ले दीप सिद्धू ते कल्ले लखे सिधाने का नहीं, ये पूरी पंजाबियों की कौम का पूरे असल फसल का मुद्दा, फसल का मुद्दा भाजी यही है। हुण कणक वड्ढण ते आ रही है, ठीक है जी। मोरे अपने किसान जथेबंदियां उत्थे बैठियां आ, कोई भी दुआबा माझा मालवा जो भी हरियाणे के बीज है, ठीक है जी। उन्होंने टेंशन पई होवे कणक की, मगर साडी वाढी है वेदा है ਉਹਦੀ फसल का मुद्दा अपनी पंजाब गवर्नमेंट जो भी अपनी कर रही है वो गलत कर रही है जी। अपना नाम दस दो जी। मेरा भाजी बलवीर सिंह, पिंड पनाम है जी। पिंड पनाम, ठीक है बलवीर जी, अच्छे पॉइंट ने तुहाडे। अच्छा, बारिश भी हो गई है, लोग तो कोई मुआवजा भी मांग रहे नहीं और सरकार का कोई ध्यान है नहीं उधर। बिल्कुल बिल्कुल भाजी, कई एरिया च तो बहुत नुकसान होया भाजी, कई एरिया च नुकसान होया। चलो अपने तो दुआबा फिर भी ठीक है, पर कई एरिया तो भाजी कणकां थल्ले लग गई, उत्थे पल्ले नहीं कुछ पैना, 20% भी नहीं हैगी, कर्जे च अगे जा रही है जी। और अज मैं खबर भी पढ़ रहा सी, हुणे असीं पोस्ट कीती है साडी टीम ने कि एक परिवार, किसानी परिवार ने आत्म हत्या कर ली, हसबैंड वाइफ ने। और कुछ लोग कहते हैं किसान कोई रब थोड़े है, किसान पैसे लेके सानू जिहड़ा आटा दिंदा, उन्होंने ये नहीं पता कि किसान मर भी रहा हर रोज। हाँ जी हाँ जी। तुहाडे अपनी नवांशहर शुगर मिल की गल कर लो भाजी। जी जी। शुगर मिल ते किन्ने बकाया रहिंदा बैंक 15 करोड़ का तो मैं ही जाके एक वीडियो करके आया सी, उस तो बाद पता नहीं कितने वर्कर भाजी धक्के खा रहे हैं उत्थे। जी जी। वर्कर धक्के खा रहे हैं जी। ठीक है भाजी, ठीक है बलवीर जी, बहुत शुक्रिया, बहुत मेहरबानी कॉल करने लई। ओके जी ओके। जो दोस्तों तुसी देख पा रहे हो, सुन पा रहे हो, जनता कितनी दुखी है, कितनी हताश है। और जे अपनी कुकड़ी चंगी होवे तो बाहर जाके अंडे कदी भी ना देवे, पर इत्थे ये है कि जिहदी कोठी दाणे उहदे कमले भी सियाणे, पर दाणे दिंदे भी नहीं, अपने घर च ही रख लैंदे ने, रिश्तेदारां नूं भी नहीं दिंदे। मैं MLA, उस तो बाद मेरी धी MLA, उस तो बाद मेरा पोता MLA, उस तो बाद मेरा पोता पड़पोते, जे मैं मंत्री हाँ तो मेरे रिश्तेदारी मंत्री। और ਜਿਹੜੇ ਪਾਰਟੀਆਂ ਦੇ ਨੇ ਜਿਹੜੇ ਛੜੇ ਨੇ, और उन्होंने यही है कि ਜਿਹੜੇ ਛੜੇ ਨੇ ਉਹਨਾਂ ਨੂੰ ਜ਼ਿਆਦਾ ਲਾਲਚ ਹੈ कि मैं नहीं रहना, मेरे तो बाद मेरी पार्टी रह जाए। पर कौन किसी ਨੂੰ ਕਿੰਨਾ ਕੁ याद करता है? अटल बिहारी वाजपेयी ਨੂੰ ਕਿੰਨਾ ਕੁ याद करके ਜਿਹੜੇ
ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਬੀਜੇਪੀ ਪਾਰਟੀ ਵੱਲੋਂ। ਕਾਲਰ ਹੋਰ ਵੀ ਜੁੜ ਰਹੇ ਨੇ, ਹੁਣ ਉਹਨਾਂ ਨਾਲ ਸਮਾਂ ਨਹੀਂ ਹੈ, ਅਗਲੀ ਵਾਰ ਗੱਲ ਕਰਾਂਗੇ ਕਿ ਕਾਲ ਲੈ ਲਈਏ ਜੀ। 1 ਮਿੰਟ ਲਈ ਕਾਲ ਲੈ ਲੈਂਦੇ। ਹੈਲੋ, ਚਲੋ ਕਾਲ ਕੱਟ ਗਈ ਉਹਨਾਂ ਦੀ। ਸੋ ਦੋਸਤੋ, ਅੱਜ ਦੀ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਤੁਸੀਂ ਜ਼ਰੂਰ ਦੱਸ ਦੇਣਾ। ਲੇਕਿਨ ਅਸੀਂ ਫਿਰ ਕੇ ਬਾਰ-ਬਾਰ ਕਹਿ ਦਿੰਦੇ ਹਾਂ ਕਿ ਅਸੀਂ ਸਿਰਫ ਸੱਚ ਦਾ ਸਾਥ ਦੇਣਾ ਚਾਹੁੰਦੇ ਹਾਂ। ਇਸ ਕਰਕੇ ਜਦ ਕਿਸਾਨਾਂ ਨੂੰ ਦੇਖੀਦਾ ਹੈ ਤਾਂ ਅੰਦਰੋਂ ਇੱਕ ਚੀਸ ਜਿਹੀ ਪਣਪਦੀ ਹੈ, ਭਾਵ ਉਮੜਦੇ ਨੇ, ਦੁੱਖ ਹੁੰਦਾ ਹੈ, ਤਕਲੀਫ ਹੁੰਦੀ ਹੈ, ਗੱਚ ਭਰ ਜਾਂਦਾ, ਮਨ ਵਲੂੰਦਰਿਆ ਜਾਂਦਾ, ਮਨ ਚੀਰਿਆ ਜਾਂਦਾ, ਮਨ ਵਿੱਚ ਚੁੱਭ ਚੁੱਭਦੀ ਹੈ, ਪਰ ਫਿਰ ਵੀ ਕੰਡਿਆਂ ਨਾਲ ਅੜ ਕੇ ਗੁਲਾਬ ਜਿਹੜਾ ਉਹ ਖਿੜਦਾ ਹੈ। ਔਰ ਮੈਂ ਅੱਜ ਸਵੇਰੇ ਵੀ ਇਹ ਸ਼ੇਅਰ ਬੋਲਿਆ ਸੀਗਾ ਕਿ ਰੌਸ਼ਨੀ ਜੇ ਘਰ ਨਾ ਹੋਵੇ, ਘਰ ਵਿੱਚ ਨਾ ਪਹੁੰਚਦੇ ਹੋਵੇ, ਇਕੱਲਾ ਇਹ ਨਾ ਸੋਚੋ ਕਿ ਦੀਵੇ ਨਾਲ ਰੌਸ਼ਨੀ ਆਏਗੀ ਜਾਂ ਟਿਊਬ ਨਾਲ ਆਏਗੀ। ਸੂਰਜ ਵੀ ਰੋਜ਼ ਚੜ੍ਹਦਾ, ਸੂਰਜ ਦੇ ਹਿਸਾਬ ਨਾਲ ਆਪਣੀ ਟਾਈਮਿੰਗ ਸੈੱਟ ਕਰ ਲਓ। ਪਰ ਦੋਸਤੋ, ਇਹ ਹੰਝੂ ਨਹੀਂ ਆ, ਇਹ ਨਵੇਂ ਸੁਪਨੇ ਪੁੰਗਰਦੇ ਪਏ ਨੇ, ਇਹ ਨਵੇਂ ਸੁਪਨੇ ਬਾਹਰ ਆ ਰਹੇ ਨੇ। ਲੋਕ ਚਾਹੁੰਦੇ ਨੇ ਕਿ ਅਸੀਂ ਹੁਣ ਆਜ਼ਾਦ ਹੋ ਜਾਈਏ, ਸਾਡੀ ਮਾਨਸਿਕਤਾ ਆਜ਼ਾਦ ਹੋ ਜਾਵੇ, ਆਰਥਿਕ ਤੌਰ 'ਤੇ ਆਜ਼ਾਦ ਹੋ ਜਾਈਏ। 73 ਸਾਲ ਹੋ ਗਏ ਨੇ ਆਜ਼ਾਦੀ ਨੂੰ, ਲੇਕਿਨ ਹਾਲੇ ਵੀ ਇਹ ਚੀਜ਼ਾਂ ਚੱਲ ਰਹੀਆਂ ਕਿ ਕੀ 2047 ਤੱਕ ਅਸੀਂ ਆਜ਼ਾਦ ਹੋ ਜਾਵਾਂਗੇ? ਸਾਡੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਮਿਲੇਗੀ? ਕਿ ਸਾਨੂੰ ਅੱਛੇ ਹੈਲਥ ਇਨਫਰਾਸਟ੍ਰਕਚਰ ਮਿਲੇਗਾ? ਕਿ ਸਾਨੂੰ ਸਹੀ ਦਵਾਈ ਦਾਰੂ ਮਿਲੇਗੀ? ਕਦੇ ਫਿਲਟਰ ਲਵਾਤੇ ਜੀ, ਕਦੇ ਮਾਰਕੀਟਿੰਗ ਕੋਈ ਸਟ੍ਰੈਟਜੀ ਆ ਗਈ। ਦੇਖੋ ਕੈਨੇਡਾ ਵਿੱਚ ਮੇਰੀ ਕੱਲ੍ਹ ਗੱਲਬਾਤ ਹੋ ਰਹੀ ਸੀ ਇੱਕ ਮੇਰੇ ਫੈਮਿਲੀ ਫਰੈਂਡ ਨਾਲ, ਉਹ ਕਹਿੰਦੇ ਸਾਨੂੰ ਇੱਥੇ ਕਿ ਕੋਈ ਬਿਮਾਰੀ ਮਹਿਸੂਸ ਨਹੀਂ ਹੁੰਦੀ। ਕਾਰਨ ਇਹ ਆ ਕਿ ਇੱਥੇ ਅਸੀਂ ਪਾਣੀ ਬਹੁਤ ਪਿਓਰ ਪੀਂਦੇ ਹਾਂ, ਝਰਨਿਆਂ ਦਾ ਪਾਣੀ ਪੀਂਦੇ ਹਾਂ, ਪਰ ਉਹਦੇ ਨਾਲੋਂ ਵਧੀਆ ਕੁਦਰਤੀ ਸੋਮੇ ਭਾਰਤ ਵਿੱਚ ਨੇ ਔਰ ਇੱਥੇ ਲੋਕ ਬਿਮਾਰ ਨੇ। ਕਿਉਂ? ਐਕਸਪੈਰੀਮੈਂਟਸ ਜਿੰਨੇ ਹੁੰਦੇ ਨੇ ਉਹ ਕਿਹਨਾਂ 'ਤੇ ਹੁੰਦੇ ਨੇ? ਭਾਰਤੀਆਂ 'ਤੇ। ਕੋਈ ਵੱਡੀ ਤੁਸੀਂ ਚੀਜ਼ ਲਾਂਚ ਕਰਨੀ ਹੈ, ਬੇਸ਼ੱਕ ਉਹ ਰਿਲੇਟਡ ਹੈ ਪ੍ਰੋਡਕਟਸ ਨਾਲ, ਕੋਈ ਫੇਸ਼ੀਅਲ ਪ੍ਰੋਡਕਟਸ ਨਾਲ ਹੈ, ਖਾਣ ਪੀਣ ਦੀ ਆ, ਉਹਨੂੰ ਲਾਂਚ ਪਹਿਲਾਂ ਕਿੱਥੇ ਕੀਤਾ ਜਾਂਦਾ? ਭਾਰਤ ਵਿੱਚ ਐਕਸਪੈਰੀਮੈਂਟ ਕੀਤੇ ਜਾਂਦੇ। ਔਰ ਕਈ ਵੇਲੇ ਭਾਰਤੀਆਂ ਨੂੰ ਕਿਹਾ ਜਾਂਦਾ ਟੈਕਸ ਨਹੀਂ ਦਿੰਦੇ, ਲੇਕਿਨ ਇਨਡਾਇਰੈਕਟ ਟੈਕਸ ਕਿੰਨੇ ਦਿੰਦੇ ਨੇ ਕਿਸੇ ਨੂੰ ਪਤਾ ਹੀ ਨਹੀਂ। ਸੋ ਇਸ ਕਰਕੇ ਮਨ ਭਰ ਆਉਂਦਾ ਹੈ, ਗੱਚ ਭਰ ਆਉਂਦਾ ਹੈ, ਮਨ ਤੜਪਦਾ ਹੈ ਕਿ ਕਦੋਂ ਸਾਡਾ ਭਲਾ ਹੋਏਗਾ, ਕਦੋਂ ਅਸੀਂ ਸਹੀ ਜ਼ਿੰਦਗੀ ਜੀ ਸਕਾਂਗੇ। ਔਰ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਹਰ ਰੋਜ਼ ਹੁਣ 7 ਵਜੇ ਸ਼ਾਮ ਨੂੰ ਜਿਹੜਾ ਇਹ ਕਾਲਿੰਗ ਸੈਸ਼ਨ ਰੱਖੀ। ਅੱਜ ਦੇ ਕਾਲਿੰਗ ਸੈਸ਼ਨ 'ਚ ਬਹੁਤ ਮਜ਼ਾ ਆਇਆ ਔਰ ਜ਼ਿਆਦਾ ਖੁਸ਼ੀ ਹੋਈ ਹੈ ਕਿ ਸਾਨੂੰ ਨੈਗੇਟਿਵ ਕਾਲਸ ਵੀ ਆਈਆਂ ਇਸ ਕਰਕੇ, ਤਾਂ ਕਿ ਅਸੀਂ ਆਪਣਾ ਪੁਆਇੰਟ ਆਫ ਵਿਊ ਰੱਖ ਸਕੇ, ਆਪਣੇ ਜਿਹੜੇ ਮਨ ਦੇ ਭਾਵ ਨੇ ਉਹ ਐਕਸਪਲੇਨ ਕਰ ਸਕੇ। ਇਸੇ ਤਰ੍ਹਾਂ ਹਰ ਰੋਜ਼ 7 ਵਜੇ ਸ਼ਾਮ ਨੂੰ ਕੋਸ਼ਿਸ਼ ਕਰਿਆ ਕਰੀਏ ਇਸੇ ਤਰ੍ਹਾਂ ਆਪਾਂ ਵਿਚਾਰਾਂ ਦੀ ਸਾਂਝ ਪਾਈਏ, ਇੱਕ ਦੂਜੇ ਨਾਲ ਜੁੜੀਏ ਔਰ ਨਵੀਆਂ ਗੱਲਾਂ ਕੱਢ ਕੇ ਸਾਹਮਣੇ ਰੱਖੀਏ ਤਾਂ ਜੋ ਨਵੇਂ ਸ਼ਹਿਰ ਵਿੱਚ ਘੱਟੋ ਘੱਟ ਜਾਗਰਤੀ ਆ ਸਕੇ। ਜ਼ਿੰਦਗੀ ਜ਼ਿੰਦਾਬਾਦ ਰਹੇ, ਮੇਰਾ ਨਵਾਂ ਸ਼ਹਿਰ ਆਬਾਦ ਰਹੇ। ਤੁਸੀਂ ਬਣੇ ਰਹਿਣਾ ਪੀਪਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀਰ ਦਿਨੇਸ਼ਵਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ ਦੀਪ DRG ਨੂੰ ਪੀਪਤੀ ਨਵਾਂ ਸ਼ਹਿਰ ਦੇ ਸਟੂਡੀਓ ਤੋਂ, ਤੁਹਾਡੇ ਆਪਣੇ ਸਟੂਡੀਓ, ਤੁਹਾਡੇ ਆਪਣੇ ਪਰਿਵਾਰ ਦੇ ਸਟੂਡੀਓ ਤੋਂ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।